ਉਡਾਨ ਭਰੀ ਸੀ ਕੈਨੇਡਾ ਵਾਸਤੇ, ਉਦੋਂ ਚੀਜ਼ਾਂ ਦਿਮਾਗ ਦੇ ਵਿੱਚ ਕੁਝ ਹੋਰ ਸੀ ਔਰ ਅੱਜ ਕੁਝ ਹੋਰ ਸਥਿਤੀ ਤੁਹਾਨੂੰ ਨਜ਼ਰ ਆ ਰਹੀ ਹੈ। ਹਾਂਜੀ ਬਿਲਕੁਲ, ਜਦੋਂ ਮੈਂ ਗਿਆ ਸੀ ਜੀ 2011 ਦੇ ਵਿੱਚ ਤਾਂ ਬਿਲਕੁਲ ਵੀ ਇਹ ਕਦੇ ਸੋਚਿਆ ਵੀ ਨਹੀਂ ਸੀ ਕਿ ਕਦੇ ਇਲੈਕਸ਼ਨ ਲੜਾਂਗੇ, ਕਦੇ ਪੋਲਿਟਿਕਸ ਜੁਆਇਨ ਕਰਾਂਗੇ। ਤੁਹਾਡਾ ਏਮ ਸਟੱਡੀ ਵੀ ਸੀਗਾ ਔਰ ਨਾਲ ਪੀਆਰ ਵੀ ਸੀਗਾ ਜਾਂ ਫਿਰ ਇਕੱਲਾ ਪੀਆਰ ਸੀਗਾ, ਸਟੱਡੀ ਇੱਕ ਸੈਕੰਡ ਆਪਸ਼ਨ ਸੀ? 2 ਸਾਲ ਤੁਸੀਂ ਪੜ੍ਹਨਾ ਹੀ ਪੜ੍ਹਨਾ ਤੇ ਫਿਰ ਪੜ੍ਹ ਹੀ ਲਓ, ਫਿਰ ਉਹਨੂੰ ਇਗਨੋਰ ਕਾਹਤੋਂ ਕਰਨਾ। ਸੋ ਇਸ ਲਈ ਮੈਂ ਇਹ ਸਮਝਦਾ ਜੀ ਕਿ ਮੇਰੇ ਲਈ ਇੱਕ ਸਟੱਡੀ ਕਦੇ ਵੀ ਇਹ ਨਹੀਂ ਸੀਗਾ ਕਿ ਇਹ ਤਾਂ ਐਵੇਂ ਹੀ ਹੈ ਵੀ ਇਹ ਤਾਂ ਬਹਾਨਾ ਹੀ ਹੈ। ਉਹ 2 ਸਾਲ ਮੈਂ ਪੜ੍ਹਿਆ, ਉਸ ਤੋਂ ਬਾਅਦ ਮੈਂ ਆਪਣੀ ਬੈਚਲਰਸ ਡਿਗਰੀ ਵਿਦਆਊਟ ਮੈਂ ਪੀਆਰ ਅਪਲਾਈ ਨਹੀਂ ਸੀ ਕੀਤੀ। ਮੈਂ ਇੰਟਰਨੈਸ਼ਨਲ ਸਟੂਡੈਂਟ ਮੈਂ ਕੰਟੀਨਿਊ ਕੀਤੀ ਆਪਣੀ ਬੈਚਲਰਸ ਡਿਗਰੀ। ਤਾਂ ਕਰਨੀ ਪੈਂਦੀ ਹੈ ਔਰ ਕੀਤੀ ਵੀ ਹੋਊਗੀ ਤੁਸੀਂ ਤਾਂ ਕਿੱਥੇ ਜੌਬ ਤੁਹਾਡੇ ਵੱਲੋਂ ਕੀਤੀਆਂ ਗਈਆਂ ਕਿ ਜਿਵੇਂ ਅਸੀਂ ਦੇਖਦੇ ਹੁੰਦੇ ਹਾਂ ਕਿ ਰੈਸਟੋਰੈਂਟਸ ਦੇ ਵਿੱਚ ਵੀ ਕੰਮ ਕਰਨਾ ਪੈਂਦਾ, ਨੌਜਵਾਨਾਂ ਨੂੰ ਊਬਰ ਟੈਕਸੀਆਂ ਵੀ ਚਲਾਉਣੀਆਂ ਪੈਂਦੀਆਂ ਨੇ, ਤਾਂ ਕੁਝ ਇਹੋ ਜਿਹੀ ਹਾਰਡ ਜੌਬ ਤੁਹਾਡੀ ਵੀ? ਗੈਸ ਸਟੇਸ਼ਨ 'ਤੇ ਕੰਮ ਸ਼ੁਰੂ ਕੀਤਾ ਤੇ ਗੈਸ ਸਟੇਸ਼ਨ 'ਤੇ ਉਦੋਂ ਬਿਲਕੁਲ ਨਵਾਂ ਸੀ, ਕੋਈ ਐਕਸਪੀਰੀਅੰਸ ਨਹੀਂ ਸੀ। ਉੱਥੇ ਕਸਟਮਰ ਸਰਵਿਸ ਦੇਣੀ, ਉੱਥੇ ਸਟੋਰ ਵੀ ਸੰਭਾਲਣਾ, ਉਹ ਸਾਰੀਆਂ ਚੀਜ਼ਾਂ ਫਿਰ ਸਿੱਖੀਆਂ ਹੌਲੀ ਹੌਲੀ। ਤੇ ਪਾਰਟ ਟਾਈਮ ਮੈਂ ਜੌਬ ਕਰਦਾ ਸੀ, ਫਿਰ ਮੈਂ ਥੋੜ੍ਹਾ ਸਿਕਿਉਰਿਟੀ ਦਾ ਜੌਬ ਕਰਨ ਲੱਗ ਗਿਆ। ਫਿਰ ਮੈਂ ਉਸ ਤੋਂ ਬਾਅਦ ਇੱਕ ਕੰਪਨੀ ਸੀ OSL, ਉਹ ਵਾਲਮਾਰਟ ਦੇ ਵਿੱਚ ਫ਼ੋਨ ਵੇਚਦੇ ਸੀ ਤੇ ਫਿਰ ਮੈਂ ਉਹਨਾਂ ਦੇ ਨਾਲ ਕੰਮ ਕਰਨ ਲੱਗ ਗਿਆ। ਸੋ ਫ਼ੋਨ ਵੀ ਵੇਚੇ ਆ ਜੀ। ਤੇ ਕੋਈ ਮਤਲਬ ਇਸ ਤਰ੍ਹਾਂ ਦੀਆਂ ਜੌਬਸ ਜਿਹੜੀਆਂ ਉਹ ਕਰਨ ਦਾ ਮੈਨੂੰ ਮੌਕਾ ਮਿਲਿਆ ਤੇ ਫਿਰ ਮੈਂ ਕਰਦਾ ਗਿਆ। ਵੈਸੇ ਉਰੇ ਜਿਹੜੇ ਕਾਕੇ ਹੁੰਦੇ ਨੇ ਉੱਥੇ ਜਾ ਕੇ ਕੰਮ-ਕੁਮ ਕਰਨ ਲੱਗ ਜਾਂਦੇ ਨੇ, ਤਾਂ ਗੁਰਿੰਦਰ ਹੋਣੀ ਵੀ ਉਰੇ ਕਾਕੇ ਸੀ? ਮੈਂ ਕਦੇ ਲਗਜ਼ਰੀ ਵੀ ਨਹੀਂ ਆਪਦੇ ਆਪ ਨੂੰ ਰੱਖਿਆ ਸੀ ਕਿ ਮੇਰੇ ਕੋਲ ਮਰਸੀਡੀਜ਼ ਹੈ। ਮੈਂ 2011 'ਚ ਗਿਆ, ਮੈਂ 2015 ਤੱਕ ਮੇਰੇ ਕੋਲ ਕੋਈ ਕਾਰ ਨਹੀਂ ਸੀ। ਮੈਂ ਟ੍ਰੇਨ ਤੇ ਬੱਸ ਤੇ ਜਾਂਦਾ ਸੀ ਤੇ ਈਵਨ ਇੱਥੇ ਵੀ ਮੈਂ ਕਦੇ ਕੋਈ ਇਹ ਨਹੀਂ ਸੀ ਕਿ ਮੈਂ ਕਾਰ ਰੱਖੀ ਹੈ ਜਾਂ ਮੈਂ ਬੁਲਟ ਚਲਾ ਰਿਹਾ। ਮੇਰੇ ਕੋਲ ਸਪਲੈਂਡਰ ਪਲੱਸ ਮੋਟਰਸਾਈਕਲ ਸੀ ਤੇ 5533 ਉਹਦਾ ਨੰਬਰ ਸੀ। ਤੇ ਇੱਦਾਂ ਵੀ ਇੱਕ ਪਰਸੈਪਸ਼ਨ ਹੈਗੀ ਹੈ ਕਿ ਵਾਈਟ ਕਾਲਰ ਜੌਬ ਜਿਹੜੀਆਂ ਹੈਗੀਆਂ ਉਹ ਸਿਰਫ ਗੋਰਿਆਂ ਵਾਸਤੇ ਹੀ ਹੈਗੀਆਂ ਨੇ, ਪੰਜਾਬੀਆਂ ਨੂੰ ਵਾਈਟ ਕਾਲਰ ਜੌਬਸ ਨਹੀਂ ਮਿਲਦੀਆਂ। ਆਪਣੇ ਵਾਲੇ ਜਿਹੜੇ ਨੇ ਉਹ ਹਾਰਡ ਵਰਕ ਵਾਲੇ ਕੋਈ ਪਾਸ ਕੀਤਾ ਹੈਗਾ ਉਹਦੇ ਵਿੱਚ ਹੀ ਜਾ ਸਕਦੇ ਨੇ। ਵਾਲਾ ਇਸ਼ੂ ਵੀ ਹੈ ਕਿ ਜੇ ਤੁਸੀਂ ਆਖੋ ਕਿ ਗੋਰਿਆਂ ਨੂੰ ਪ੍ਰੈਫਰੈਂਸ ਮਿਲਦੀ ਹੈ ਜਾਂ ਵਾਈਟ ਬੰਦਾ ਦੇਖ ਕੇ ਉਹਨੂੰ ਰੱਖਿਆ ਜਾਂਦਾ, ਉਹ ਵੀ ਹੈ, ਮੈਂ ਉਹਦੇ ਤੋਂ ਡਿਨਾਈ ਨਹੀਂ ਕਰਦਾ। ਔਰ ਇਸੇ ਕਰਕੇ ਅਸੀਂ ਹਮੇਸ਼ਾ ਇਹ ਕਹਿੰਦੇ ਹੁੰਦੇ ਹਾਂ ਕਿ ਗਵਰਨਮੈਂਟ ਜਿਹੜੀ ਆ ਉਹ ਹੋਣੀ ਚਾਹੀਦੀ ਜਿਹੜੀ ਐਂਟੀ ਰੇਸਿਸਟ ਹੋਵੇ, ਜਿਹੜੀ ਇੱਕ ਐਸੀ ਪਾਲਿਸੀ ਡਿਜ਼ਾਈਨ ਕਰੇ ਕਿ ਸਾਰੇ ਬਰਾਬਰ ਹੋਣ। ਤੇ ਉਹ ਮੈਂ ਇਹ ਸਮਝਦਾ ਜੀ ਕਿ ਦੋਨੋਂ ਚੀਜ਼ਾਂ ਹੀ ਆ ਕਿ ਕਈ ਵਾਰੀ ਅਸੀਂ ਛੇਤੀ ਸੈਟਲ ਆਪਣੇ ਆਪ ਨੂੰ ਮੰਨ ਲੈਂਦੇ ਹਾਂ ਕਿ ਯਾਰ ਆਹ ਠੀਕ ਹੈ। ਸਟੱਡੀ ਦੇ ਨਾਲ ਤੁਸੀਂ ਜੌਬ ਕਰ ਰਹੇ ਸੀ ਔਰ ਪੋਲਿਟਿਕਸ ਵਾਲੇ ਪਾਸੇ ਫਿਰ ਕਿਵੇਂ? ਪੋਲਿਟਿਕਸ ਵਾਲੇ ਪਾਸੇ ਹੋਇਆ ਜੀ ਕਿ ਸਟੂਡੈਂਟ ਯੂਨੀਅਨ ਜਿਹੜੀ ਮੇਰੇ ਕਾਲਜ ਦੀ ਸੀ, ਸਦਰਨ ਅਲਬਰਟਾ ਇੰਸਟੀਚਿਊਟ ਆਫ ਟੈਕਨੋਲੋਜੀ ਸਟੂਡੈਂਟਸ ਐਸੋਸੀਏਸ਼ਨ, SETSA ਉਹਨੂੰ ਕਹਿੰਦੇ ਆ। ਤੇ ਉਹਦੇ ਵਿੱਚ ਮੇਰੇ 2-3 ਦੋਸਤ ਮਿੱਤਰ ਸੀ ਜਿਹੜੇ ਉਸ ਵੇਲੇ ਇਨਵੋਲਵਡ ਸੀਗੇ ਪਹਿਲਾਂ ਹੀ। ਉਹਨਾਂ ਨੇ ਮੈਨੂੰ ਦੱਸਿਆ ਕਿ ਫੀਸਿਸ ਇਨਕਰੀਜ਼ ਹੋ ਰਹੀਆਂ। ਵਿੱਚ ਫਿਰ ਮੈਨੂੰ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਇੱਥੇ ਇਲੈਕਸ਼ਨ ਹੁੰਦੀ, ਕਿਸ ਤਰ੍ਹਾਂ ਡੈਮੋਕ੍ਰੇਸੀ ਕੰਮ ਕਰਦੀ, ਕਿਸ ਤਰ੍ਹਾਂ ਪਾਰਟੀਸਪੇਸ਼ਨ ਤੁਸੀਂ ਕਰ ਸਕਦੇ ਹੋ। ਤੇ ਉਹ ਫਿਰ ਮੈਂ ਸਟੂਡੈਂਟਸ ਕੋਲ ਜਾ ਕੇ ਆਪਣਾ ਨਾਮ ਦੱਸਿਆ, ਆਪਣੇ ਬਾਰੇ ਦੱਸਿਆ ਤੇ ਸਟੂਡੈਂਟਸ ਨੇ ਮੈਨੂੰ ਵੋਟ ਪਾਈ ਤੇ ਉਸ ਵੇਲੇ ਮੈਂ 1 ਵੋਟ ਤੇ ਜਿੱਤਿਆ ਸੀ। ਮਤਲਬ ਆਪਾਂ ਕਹਿ ਸਕਦੇ ਹਾਂ ਕਿ ਵਰਕਰ ਦਾ ਮੁੱਲ ਪਿਆ ਹੈਗਾ। ਓਨੈਸਟਲੀ ਦੱਸਾਂ ਕਿ ਕਦੇ ਵੀ ਇਹ ਨਹੀਂ ਹੋਇਆ ਕਿ ਮੈਂ ਇੱਕ ਨਿੱਕਾ ਪੈਸਾ ਵੀ ਪਾਰਟੀ ਨੂੰ ਦਿੱਤਾ ਹੋਵੇ ਕਿ ਤੁਸੀਂ ਮੈਨੂੰ ਅੱਗੇ ਕਰੋ। ਕਦੇ ਇੱਕ ਨਿੱਕੀ ਸਿਫਾਰਿਸ਼ ਵੀ ਹੋਈ ਹੋਵੇ ਕਿ ਤੁਸੀਂ ਮੈਨੂੰ ਅੱਗੇ ਕਰੋ। ਉਹ ਤੇ ਇਹ ਵੀ ਕਹਿੰਦੇ ਹੋਣਗੇ ਪਰਿਵਾਰ ਦੇ ਵਿੱਚ ਹੀ ਟਿਕਟ ਦੇ ਦਿੱਤੀ। ਸੋ ਇਹ ਕਦੇ ਵੀ ਨਹੀਂ ਹੋਇਆ ਕਿ ਇੱਕ ਬੰਦਾ ਬੰਦ ਕਮਰੇ ਦੇ ਵਿੱਚ ਟਿਕਟਾਂ ਵੰਡ ਰਿਹਾ। ਕੰਪਲੀਟਲੀ ਓਪਨ, ਕੰਪਲੀਟਲੀ ਪਬਲਿਕ। ਤੇ ਕੋਈ ਵੀ ਜਿਸ ਕਿਸੇ ਨੇ ਵੀ ਖੜਨਾ ਕੋਈ ਚਾਹੁੰਦਾ ਸੀ ਤਾਂ 21 ਦਿਨਾਂ ਦਾ ਟਾਈਮ ਸੀ। 21 ਦਿਨਾਂ ਤੋਂ ਬਾਅਦ ਮੈਂ ਅਨਾਉਂਸ ਕੀਤਾ। ਪੋਸਟਰ ਲੱਗਦੇ ਨੇ ਉੱਥੇ, ਜਿਵੇਂ ਉਰੇ ਤਾਂ ਰੈਲੀ ਰੂਲੀ ਕੋਈ ਹੋਵੇ ਤਾਂ ਵੱਡੇ ਵੱਡੇ ਪੋਸਟਰ ਲਾਉਣੇ ਪੈਂਦੇ ਆ, ਆਪਣੀ ਪਾਰਟੀ ਦੇ ਸਾਰੇ ਲੀਡਰਾਂ ਦੀ ਫੋਟੋਆਂ ਲਾਉਣੀਆਂ ਪੈਂਦੀਆਂ। ਜੇ ਫੋਟੋ ਨਾ ਲਾਓ ਤਾਂ ਵੀ ਨਾਰਾਜ਼ਗੀਆਂ ਹੋ ਜਾਂਦੀਆਂ ਨੇ। ਪੋਸਟਰਸ ਵੀ ਲੱਗਦੇ ਆ, ਸਾਈਨ ਵੀ ਲੱਗਦੇ ਆ। ਔਰ ਜਿਹੜੇ ਘਰਾਂ 'ਚ ਸਾਈਨ ਲੱਗਦੇ ਆ ਉਹ ਅਸੀਂ ਘਰੋਂ ਜਿਹੜੇ ਡੋਰ ਟੂ ਡੋਰ ਨੌਕਿੰਗ ਕਰਦੇ ਆ ਉਹਨਾਂ ਨੂੰ ਪੁੱਛਣਾ ਪੈਂਦਾ ਕਿ ਅਸੀਂ ਤੁਹਾਡੀ ਪ੍ਰਾਪਰਟੀ 'ਚ ਸਾਈਨ ਲਾ ਰਹੇ ਹਾਂ। ਉਰੇ ਪੰਜਾਬ ਦੀਆਂ ਚੋਣਾਂ ਦੇ ਵਿੱਚ ਤਾਂ ਇੱਦਾਂ ਹੁੰਦਾ ਕਿ ਇਲੈਕਸ਼ਨ ਲੜਨੀ ਕੋਈ ਬਹੁਤੀ ਸੌਖੀ ਵੀ ਨਹੀਂ ਹੁੰਦੀ ਕਿਉਂਕਿ ਫੰਡਸ ਬਹੁਤ ਲੱਗ ਜਾਂਦੇ ਨੇ, ਲੋਕਾਂ ਨੂੰ ਦੇਣੇ ਪੈਂਦੇ ਨੇ, ਖਰਚੇ ਬਹੁਤ ਹੁੰਦੇ ਨੇ। ਤੁਹਾਨੂੰ ਕਿੰਨਾ ਕੁ ਉੱਥੇ ਖਰਚਾ ਕਰਨਾ ਪਊਗਾ ਹੁਣ ਜੇ ਤੁਹਾਡੀ ਇਲੈਕਸ਼ਨ ਜਿਵੇਂ ਅੱਗੇ 1 ਸਾਲ ਬਾਅਦ ਹੋਣ ਜਾ ਰਹੀਆਂ ਨੇ, 2023 ਦੇ ਵਿੱਚ ਕੈਂਪੇਨ ਵੀ ਕਰੋਗੇ, ਤਾਂ ਉਹ ਸਾਰਾ ਪੈਸਾ ਪੱਲਿਓਂ ਤੁਹਾਡੀ ਜੇਬ ਦੇ ਵਿੱਚੋਂ ਜਾਊਗਾ ਜਾਂ ਪਾਰਟੀ ਦੇਊਗੀ ਤੁਹਾਨੂੰ? ਡੋਨਰ ਹੈ ਉਹ ਡੋਨੇਟ ਕਰ ਰਿਹਾ ਔਰ ਉਸ ਤੋਂ ਬਾਅਦ ਪੈਸੇ ਕੈਂਡੀਡੇਟ ਨੂੰ ਮਿਲ ਰਹੇ ਆ ਤੇ ਕੈਂਡੀਡੇਟ ਆਪਣੀ ਕੈਂਪੇਨ ਚਲਾ ਰਿਹਾ।
ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਗਗਨਦੀਪ ਸਿੰਘ। ਵਿਦੇਸ਼ਾਂ ਦੇ ਵਿੱਚ ਜਾ ਕੇ ਵਸਣ ਦਾ ਪੜ੍ਹਨ ਦਾ ਸੁਪਨਾ ਲਗਾਤਾਰ ਪੰਜਾਬੀਆਂ 'ਚ ਖਾਸ ਤੌਰ ਦੇ ਉੱਤੇ ਵੱਧਦਾ ਜਾ ਰਿਹਾ ਹੈ। ਹਰ ਇੱਕ ਪੰਜਾਬੀ ਦੀ ਅੱਜ ਦੇ ਟਾਈਮ ਦੇ ਵਿੱਚ ਇਹੀ ਖੁਆਇਸ਼ ਹੈ ਕਿ ਉਹਨਾਂ ਦੇ ਬੱਚੇ ਵਿਦੇਸ਼ਾਂ ਦੇ ਵਿੱਚ ਜਾ ਕੇ ਪੜ੍ਹਨ ਔਰ ਉੱਥੇ ਹੀ ਸੈਟਲ ਹੋ ਜਾਣ। ਬਹੁਤ ਸਾਰੇ ਕਿੱਸੇ ਕਹਾਣੀਆਂ ਸਾਨੂੰ ਹਰ ਰੋਜ਼ ਵਿਦੇਸ਼ਾਂ ਤੋਂ ਸੁਣਨੀਆਂ ਪੈਂਦੀਆਂ ਨੇ। ਵਿਦੇਸ਼ਾਂ ਤੋਂ ਹਰ ਰੋਜ਼ ਕੋਈ ਨਾ ਕੋਈ ਖਬਰ ਸਾਡੇ ਤੱਕ ਪਹੁੰਚਦੀ ਹੈ। ਕਈ ਖਬਰਾਂ ਸਾਨੂੰ ਦਿਲਾਸਾ ਦਿੰਦੀਆਂ ਨੇ, ਸਕੂਨ ਦਿੰਦੀਆਂ ਨੇ ਔਰ ਉੱਥੇ ਹੀ ਕਈ ਖਬਰਾਂ ਸਾਨੂੰ ਤੰਗ ਪਰੇਸ਼ਾਨ ਵੀ ਕਰਦੀਆਂ ਨੇ। ਅੱਜ ਜਿਸ ਸ਼ਖਸ ਨਾਲ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ, ਇਹ ਅੱਜ ਤੋਂ 10 ਸਾਲ ਪਹਿਲਾਂ ਕੈਨੇਡਾ ਪੜ੍ਹਨ ਵਾਸਤੇ ਗਏ ਸੀ ਔਰ ਕਿਵੇਂ ਉੱਥੇ ਜਾ ਕੇ ਇਹਨਾਂ ਦੀ ਜ਼ਿੰਦਗੀ ਬਦਲੀ, ਕੀ ਬਦਲਾਵ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਆਏ, ਕਿਹੋ ਜੀ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਸਟਰਗਲ ਰਹੀ, ਉਸ ਬਾਰੇ ਅੱਜ ਗੱਲਬਾਤ ਕਰਾਂਗੇ। ਕਿਉਂਕਿ 10 ਸਾਲਾਂ ਬਾਅਦ ਜਿਹੜਾ ਵਿਦਿਆਰਥੀ ਸਟੱਡੀ ਵੀਜ਼ਾ ਦੇ ਉੱਤੇ ਪੜ੍ਹਨ ਵਾਸਤੇ ਗਿਆ ਸੀ, ਉਹ ਹੁਣ MLA ਦੀ ਚੋਣ ਵੀ ਲੜ ਰਿਹਾ ਹੈ। ਸਟੂਡੀਓ ਸਵਾਗਤ ਕਰਦੇ ਹਾਂ ਗੁਰਿੰਦਰ ਸਿੰਘ ਬਰਾੜ ਉਹਨਾਂ ਦਾ। ਬਾਈ ਜੀ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਸਵਾਗਤ ਹੈ ਪ੍ਰੋ ਪੰਜਾਬ ਟੀਵੀ ਤੇ। ਸਤਿ ਸ੍ਰੀ ਅਕਾਲ ਜੀ, ਥੈਂਕ ਯੂ ਫॉर ਹੈਵਿੰਗ ਮੀ। ਕੀ ਹਾਲ ਚਾਲ? ਠੀਕ ਹੈ ਜੀ, ਬਿਲਕੁਲ ਠੀਕ। ਪੰਜਾਬ ਦੀਆਂ ਚੋਣਾਂ ਅੱਜ ਹੀ ਮੁੱਕੀਆਂ ਸੀਗੀਆਂ, ਅਸੀਂ ਵਿਹਲੇ ਹੋਏ ਸੀਗੇ। ਹੁਣ ਕੈਨੇਡਾ ਦੀ ਚੋਣਾਂ ਦੀ ਵੀ ਅਸੀਂ ਗੱਲ ਕਰਨ ਵਾਸਤੇ ਤੁਹਾਨੂੰ ਬੁਲਾ ਲਿਆ। ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ ਆਪਣੇ ਸਟੂਡੀਓ ਦੇ ਵਿੱਚ ਸ਼ਾਮਲ ਕਰਨ ਲਈ ਔਰ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਕਿਵੇਂ ਜ਼ਿੰਦਗੀ ਕਿਵੇਂ ਚੱਲ ਰਹੀ ਹੈ? ਸਭ ਤੋਂ ਪਹਿਲਾਂ ਤਾਂ ਮੈਂ ਜੇਕਰ ਪੁੱਛਾਂ, ਕਿਉਂਕਿ ਹਰੇਕ ਪੰਜਾਬੀ ਦਾ ਅੱਜ ਦੇ ਟਾਈਮ ਦੇ ਵਿੱਚ, ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਓਪਨਿੰਗ ਦੇ ਵਿੱਚ, ਕਿ ਮਾਪਿਆਂ ਦਾ ਇਹੀ ਸੁਪਨਾ ਹੁੰਦਾ ਹੈ ਕਿ ਬੱਚੇ ਸਾਡੇ ਜਾ ਕੇ ਵਿਦੇਸ਼ਾਂ ਦੇ ਵਿੱਚ ਸੈਟਲ ਹੋ ਜਾਣ, ਉੱਥੇ ਪੜ੍ਹਨ, ਫਿਰ PR ਉਹਨਾਂ ਨੂੰ ਮਿਲ ਜਾਵੇ, ਉੱਥੇ ਹੀ ਸੈਟਲ ਹੋ ਜਾਵੇ। ਗੁਰਿੰਦਰ ਉਹਨਾਂ ਦੀ ਜ਼ਿੰਦਗੀ ਕਿਹੋ ਜਿਹੀ ਰਹੀ? ਕੀ ਸੋਚਿਆ ਸੀ ਕਿ ਇਹੀ ਮੁਕਾਮ ਹੈਗਾ, ਜਾਂ ਜਦੋਂ ਇੱਥੋਂ ਪੰਜਾਬ ਤੋਂ ਜਹਾਜ਼ ਚੜ੍ਹੇ ਸੀਗੇ, ਜਦੋਂ ਉਡਾਨ ਭਰੀ ਸੀ ਕੈਨੇਡਾ ਵਾਸਤੇ, ਉਦੋਂ ਚੀਜ਼ਾਂ ਦਿਮਾਗ ਦੇ ਵਿੱਚ ਕੁਝ ਹੋਰ ਸੀ ਔਰ ਅੱਜ ਕੁਝ ਹੋਰ ਸਥਿਤੀ ਤੁਹਾਨੂੰ ਨਜ਼ਰ ਆ ਰਹੀ ਹੈ? ਹਾਂਜੀ ਬਿਲਕੁਲ, ਜਦੋਂ ਮੈਂ ਗਿਆ ਸੀ ਜੀ 2011 ਦੇ ਵਿੱਚ, ਤਾਂ ਬਿਲਕੁਲ ਵੀ ਇਹ ਕਦੇ ਸੋਚਿਆ ਵੀ ਨਹੀਂ ਸੀ ਕਿ ਕਦੇ ਇਲੈਕਸ਼ਨ ਲੜਾਂਗੇ, ਕਦੇ ਪੋਲੀਟਿਕਸ ਜੁਆਇਨ ਕਰਾਂਗੇ। ਨੋ ਡਾਊਟ ਪੋਲੀਟਿਕਸ ਨੂੰ ਦੇਖਣ ਦਾ, ਸਮਝਣ ਦਾ, ਪੜ੍ਹਨ ਦਾ ਜਿਹੜਾ ਇੱਕ ਸ਼ੌਂਕ ਜ਼ਰੂਰ ਸੀ ਕਿ ਕਿਸ ਤਰ੍ਹਾਂ ਚੱਲਦਾ ਹੈ, ਕਿਉਂਕਿ ਪੋਲੀਟਿਕਸ ਸਾਡੀ ਜ਼ਿੰਦਗੀ ਦੇ ਉੱਤੇ ਹਰ ਰੋਜ਼ ਇੰਪੈਕਟ ਕਰਦੀ ਹੈ। ਅਸੀਂ ਉਹਨੂੰ ਪਸੰਦ ਕਰੀਏ ਨਾ ਕਰੀਏ, ਅਸੀਂ ਕਿਸੇ ਪਾਰਟੀ 'ਚ ਇਨਵੋਲਵਡ ਹੋਈਏ ਨਾ ਹੋਈਏ, ਪਰ ਉਹਦਾ ਜਿਹੜਾ ਅਸਰ ਹੈ ਉਹ ਸਾਡੀ ਜ਼ਿੰਦਗੀ 'ਤੇ ਹਮੇਸ਼ਾ ਰਹਿੰਦਾ। ਸੋ ਉਹਨਾਂ ਕੁ ਸਮਝਣ ਦਾ ਜਿਹੜਾ ਨਾ ਉਹ ਸੀਗਾ ਕਿ ਇਹਨੂੰ ਸਮਝ ਲਈਏ ਕਿਸ ਤਰ੍ਹਾਂ ਕੰਮ ਕਰਦੀ ਹੈ। ਪਰ ਅਦਰਵਾਈਜ਼ ਕਦੇ ਨਹੀਂ ਸੀ ਸੋਚਿਆ ਕਿ ਕਦੇ ਮੈਨੂੰ ਮੌਕਾ ਵੀ ਮਿਲੂਗਾ ਕਿ ਮੈਂ ਕਦੇ ਇਲੈਕਸ਼ਨ ਦੇ ਵਿੱਚ ਖੜਾ ਹੋਊਂਗਾ ਜਾਂ ਕਦੇ ਇਸ ਪਾਸੇ ਵੱਲ ਨੂੰ ਆਪਾਂ ਆਵਾਂਗੇ। ਬਸ ਇਹੀ ਸੀ, ਜਿਸ ਤਰ੍ਹਾਂ ਆਮ ਸਟੂਡੈਂਟ ਜਿਹੜੇ ਹਰ ਰੋਜ਼ ਇੱਥੋਂ ਜਹਾਜ਼ ਫੜਦੇ ਆ, ਉਹ ਬਿਲਕੁਲ ਉਹਨਾਂ ਵਾਂਗੂ ਬਿਲਕੁਲ ਵੀ ਵੱਖਰਾ ਨਹੀਂ ਸੀ ਕੁਝ ਵੀ, ਬਿਲਕੁਲ ਉਹਨਾਂ ਦਾ। ਗੁਰਿੰਦਰ ਉਹਨਾਂ ਨੇ ਸਟੱਡੀ ਕੀ ਕੀਤੀ? ਹਾਂਜੀ, +2 ਤੋਂ ਬਾਅਦ ਗਏ ਕਿ 10th ਤੋਂ ਬਾਅਦ? ਨਹੀਂ, +2 ਤੋਂ ਬਾਅਦ ਮੈਂ ਇੱਥੋਂ ਗਿਆ ਸੀਗਾ ਜੀ। ਅਤੇ ਸਟੱਡੀ ਮੈਂ ਉੱਥੇ ਜਾ ਕੇ ਸ਼ੁਰੂ ਦੇ ਵਿੱਚ ਅਕਾਊਂਟਿੰਗ ਦਾ ਮੈਂ ਡਿਪਲੋਮਾ ਸ਼ੁਰੂ ਕੀਤਾ ਜੀ। ਫਿਰ ਉਸ ਤੋਂ ਬਾਅਦ ਮੈਂ ਆਪਣੀ ਬੈਚਲਰਸ ਡਿਗਰੀ ਕੀਤੀ ਸਦਰਨ ਅਲਬਰਟਾ ਇੰਸਟੀਚਿਊਟ ਆਫ ਟੈਕਨੋਲੋਜੀ, ਕੈਲਗਰੀ ਦੇ ਵਿੱਚ ਇੱਕ ਹੈਗਾ ਕਾਲਜ। ਅਤੇ ਉਸ ਤੋਂ ਬਾਅਦ ਮੈਂ ਆਪਣੀ ਮਾਸਟਰਸ ਡਿਗਰੀ ਪਬਲਿਕ ਪੋਲਿਸੀ ਤੋਂ ਕੀਤੀ ਯੂਨੀਵਰਸਿਟੀ ਆਫ ਲੰਡਨ ਤੋਂ। ਸੋ ਜਿਸ ਤਰ੍ਹਾਂ ਮੈਂ ਦੱਸਿਆ ਕਿ ਪੜ੍ਹਨ ਦਾ ਸ਼ੌਂਕ ਮੈਨੂੰ ਸੀਗਾ, ਪਰ ਸੱਚੀ ਗੱਲ ਇਹ ਦੱਸਾਂ ਜੀ ਕਿ ਮੈਂ ਕਦੇ ਕਲੇਮ ਕਰਦਾ ਕਿ ਮੈਂ 90% ਵਾਲਾ ਸਟੂਡੈਂਟ ਸੀ ਜਾਂ ਮੈਂ ਨੰਬਰਾਂ ਦੀ ਦੌੜ 'ਚ ਕਦੇ ਨਹੀਂ ਪਿਆ। ਕਿਉਂਕਿ ਤੁਸੀਂ ਜਿਵੇਂ ਕਿਹਾ ਕਿ ਪੜ੍ਹਨ ਦਾ ਸ਼ੌਂਕ ਸੀ, ਬਹੁਤਿਆਂ ਦਾ ਜਿਹੜਾ ਏਮ ਹੁੰਦਾ ਕਿ PR ਮਿਲ ਜਾਵੇ। ਸਟੱਡੀ ਤਾਂ ਇੱਕ ਬਹਾਨਾ ਹੁੰਦਾ ਹੈਗਾ ਬਹੁਤੇ ਵਿਦਿਆਰਥੀਆਂ ਦਾ ਕਿ ਚਲੋ ਕੋਈ ਗੱਲ ਨਹੀਂ, ਸਟੱਡੀ ਤਾਂ ਜਿਹੜੇ ਵੀ ਕਿਸੇ ਕਾਲਜ ਦੇ ਵਿੱਚ ਮਿਲਦੀ ਹੈ ਸੌਖੇ ਤਰੀਕੇ ਦੇ ਨਾਲ, ਔਖੇ ਸੌਖੇ, ਕਿਉਂਕਿ IELTS ਦੇ ਵਿੱਚ ਬੈਂਡ ਲੈ ਕੇ ਆਉਣੇ ਪਹਿਲੀ ਗੱਲ ਤਾਂ ਔਖੀ ਹੋ ਜਾਂਦੀ ਹੈਗੀ ਹੈ। ਤਾਂ ਜਿੰਨੇ ਵੀ ਘੱਟ ਬੈਂਡ ਦੇ ਵਿੱਚ ਜਿਹੜੇ ਕਾਲਜ ਮਿਲਦੇ ਹੈਗੇ ਨੇ, ਉਹਦੇ ਵਿੱਚ ਜਾ ਕੇ ਸਟੱਡੀ ਕਰ ਲੈਂਦੇ ਨੇ। ਤਾਂ ਤੁਹਾਡਾ ਏਮ ਸਟੱਡੀ ਵੀ ਸੀਗਾ ਔਰ ਨਾਲ PR ਵੀ ਸੀਗਾ, ਜਾਂ ਫਿਰ ਇਕੱਲਾ PR ਸੀਗਾ, ਸਟੱਡੀ ਇੱਕ ਸੈਕਿੰਡ ਆਪਸ਼ਨ ਸੀ? ਨਹੀਂ, ਸਟੱਡੀ ਮੈਂ ਕਦੇ ਵੀ ਸੈਕਿੰਡ ਆਪਸ਼ਨ ਨਹੀਂ ਰੱਖੀ। ਮੈਂ ਹਮੇਸ਼ਾ ਦੇਖੋ 2 ਸਾਲ ਮੈਂ ਹਮੇਸ਼ਾ ਮੈਂ ਕਾਲਜ ਦੇ ਵਿੱਚ ਪੜ੍ਹਾਉਂਦਾ ਵੀ ਰਿਹਾ, ਅਤੇ ਮੇਰੇ ਕੋਲ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਉੱਥੇ ਮੇਰੇ ਤੋਂ ਬਾਅਦ ਪੜ੍ਹਨ ਗਏ ਸੀ, ਉਹ ਮੇਰੇ ਸਟੂਡੈਂਟ ਵੀ ਸੀ। ਉਹ ਹਮੇਸ਼ਾ ਹੀ ਮੈਂ ਉਹਨਾਂ ਨੂੰ ਇੱਕ ਸਿੰਪਲ ਇਹ ਗੱਲ ਕਰਦਾ ਸੀ ਕਿ ਜਿਹੜਾ 2 ਸਾਲ ਦੀ ਪੜ੍ਹਾਈ ਆ ਨਾ, ਉਹ ਤੁਸੀਂ ਛੱਡ ਨਹੀਂ ਸਕਦੇ, ਤੁਸੀਂ ਉਹ ਸਕਿਪ ਕਰਕੇ ਨਹੀਂ PR ਲੈ ਸਕਦੇ। ਸੋ ਜਦੋਂ ਤੁਹਾਡੇ ਕੋਲ ਕੋਈ ਆਪਸ਼ਨ ਹੀ ਨਹੀਂ, 2 ਸਾਲ ਤੁਸੀਂ ਪੜ੍ਹਨਾ ਹੀ ਪੜ੍ਹਨਾ, ਤੇ ਫਿਰ ਪੜ੍ਹ ਹੀ ਲਓ, ਫਿਰ ਉਹਨੂੰ ਇਗਨੋਰ ਕਾਹਤੋਂ ਕਰਨਾ। ਸੋ ਇਸ ਲਈ ਮੈਂ ਇਹ ਸਮਝਦਾ ਜੀ ਕਿ ਮੇਰੇ ਲਈ ਇੱਕ ਸਟੱਡੀ ਕਦੇ ਵੀ ਇਹ ਨਹੀਂ ਸੀਗਾ ਕਿ ਇਹ ਤਾਂ ਐਵੇਂ ਹੀ ਹੈ, ਵੀ ਇਹ ਤਾਂ ਬਹਾਨਾ ਹੀ ਹੈ। ਉਹ 2 ਸਾਲ ਮੈਂ ਪੜ੍ਹਿਆ, ਉਸ ਤੋਂ ਬਾਅਦ ਮੈਂ ਆਪਣੀ ਬੈਚਲਰਸ ਡਿਗਰੀ ਮੈਂ PR ਅਪਲਾਈ ਨਹੀਂ ਸੀ ਕੀਤੀ। ਮੈਂ ਇੰਟਰਨੈਸ਼ਨਲ ਸਟੂਡੈਂਟ ਮੈਂ ਕੰਟੀਨਿਊ ਕੀਤੀ ਆਪਣੀ ਬੈਚਲਰਸ ਡਿਗਰੀ। ਉਹਦਾ ਵੀ ਰੀਜ਼ਨ ਇਹ ਸੀ ਕਿ ਜਿਹੜੀ ਮੇਰੀ ਫੈਮਿਲੀ ਸੀ, ਜਿਹੜੇ ਮੇਰੇ ਤਾਇਆ ਜੀ ਸੀ ਜਿਨ੍ਹਾਂ ਕੋਲ ਮੈਂ ਰਹਿੰਦਾ ਸੀ, ਉਹਨਾਂ ਨੇ ਵੀ ਮੈਨੂੰ ਇਹ ਸਮਝਾਇਆ ਸੀ ਕਿ PR ਕਿਤੇ ਨਹੀਂ ਚੱਲੀ। PR ਆਪਾਂ ਨੂੰ ਡਿਗਰੀ ਤੋਂ, ਜੇ ਡਿਪਲੋਮੇ ਤੋਂ ਬਾਅਦ ਮਿਲ ਸਕਦੀ ਹੈ ਤਾਂ
ਡਿਗਰੀ ਤੋਂ ਬਾਅਦ ਤਾਂ ਮਿਲ ਹੀ ਜਾਊ। ਸੋ PR ਦੇ ਪਿੱਛੇ ਭੱਜਣ ਦੀ ਲੋੜ ਨਹੀਂ ਹੈ। ਪਹਿਲਾਂ PR ਆਪਾਂ ਹੋ ਗਏ, ਉਸ ਤੋਂ ਬਾਅਦ ਵੀ ਆਪਾਂ ਕੁਛ ਕਰਨਾ, ਆਪਣੀ ਜ਼ਿੰਦਗੀ ਕੰਟੀਨਿਊ। ਅੱਛਾ, ਉੱਥੇ ਸਾਂਭਣ ਵਾਲੇ ਸੀਗੇ ਤਾਇਆ ਜੀ ਹੋਣੀ ਤੁਹਾਡੇ ਤਾਇਆ ਜੀ ਸੀਗੇ, ਮੈਂ ਉਹਨਾਂ ਦੇ ਕੋਲੇ 8 ਸਾਲ ਰਿਹਾ ਜੀ। ਉਹਨਾਂ ਦੀ ਮੇਰੇ ਅਸੀਂ ਇੱਥੇ ਵੀ ਸਾਡੀ ਜੁਆਇੰਟ ਫੈਮਿਲੀ ਆ, ਅਸੀਂ ਉੱਥੇ ਵੀ ਜੁਆਇੰਟ ਫੈਮਿਲੀ ਆ। ਔਰ ਹੁਣ ਵੀ ਜਿਹੜਾ ਮੈਂ ਆਪਣਾ ਘਰ ਲਿਆ ਉਹ ਬਿਲਕੁਲ ਨਾਲ ਹੀ ਹੈ, 2-3 ਮਿੰਟ ਦੀ ਡਰਾਈਵ ਤੇ। ਸੋ ਸਾਡਾ ਇੱਕ ਫੈਮਿਲੀ ਵਾਂਗੂ ਹੀ ਅਸੀਂ ਹਾਂਜੀ ਰਹਿੰਦੇ। ਪਰ ਬਹੁਤ ਸਾਰੇ ਜਦੋਂ ਵਿਦਿਆਰਥੀਆਂ ਦੀ ਅਸੀਂ ਗੱਲਾਂ ਸੁਣਦੇ ਹਾਂ, ਜੋ ਜਿੰਨਾ ਕੁ ਸਾਡਾ ਵੀ ਸਰਕਲ ਹੈਗਾ ਉੱਥੇ ਦੋਸਤ ਮਿੱਤਰ ਹੈਗੇ ਨੇ, ਬਹੁਤਿਆਂ ਦੇ ਤਾਂ ਉੱਥੇ ਕੋਈ ਸਾਂਭਣ ਵਾਲਾ ਨਹੀਂ ਹੁੰਦਾ। ਤੁਹਾਨੂੰ ਚਲੋ ਸਾਂਭਣ ਵਾਲੇ ਸੀਗੇ, ਪਰ ਬੀਇੰਗ ਇੱਕ ਸਟੂਡੈਂਟ ਕਿੰਨੇ ਕੁ ਚੈਲੰਜਸ ਉਸ ਵੇਲੇ ਤੁਹਾਨੂੰ ਫੇਸ ਕਰਨੇ ਪਏ? ਭਾਵੇਂ ਸਾਂਭਣ ਵਾਲੇ ਹੋਣ, ਪਰ ਕਮਾਈ ਤਾਂ ਕਰਨੀ ਪੈਂਦੀ ਹੈਗੀ ਹੈ, ਕੰਟਰੀਬਿਊਸ਼ਨ ਤਾਂ ਤੁਹਾਨੂੰ ਉੱਥੇ ਦੇਣੀ ਪੈਂਦੀ ਹੈ। ਨਹੀਂ, ਡੈਫੀਨੇਟਲੀ ਮੈਂ ਸਮਝਦਾ ਕਿ ਜਿਹੜਾ ਮੈਨੂੰ ਸੰਭਾਲਣ ਵਾਲੇ ਮੇਰੇ ਤਾਇਆ ਜੀ ਸੀ, ਮੇਰਾ ਬ੍ਰਦਰ ਸੀ, ਉਹ ਇਹ ਸੀ, ਉਹ ਮੈਨੂੰ ਰਹਿਣ ਲਈ ਛੱਤ ਦੇ ਸਕਦੇ ਸੀ, ਖਾਣ ਲਈ ਰੋਟੀ ਦੇ ਸਕਦੇ ਸੀ। ਉਸ ਤੋਂ ਬਿਨਾਂ ਉਹਨਾਂ ਦੀ ਆਪਣੀ ਲਾਈਫ ਸੀ, ਉਹ ਸਟੂਡੈਂਟ ਨਹੀਂ ਸੀ ਗਏ, ਉਹਨਾਂ ਨੂੰ ਨਹੀਂ ਸੀ ਪਤਾ ਕਿ ਕਿਸ ਤਰ੍ਹਾਂ ਦੇ ਚੈਲੰਜ ਹੁੰਦੇ ਆ, ਪੜ੍ਹਾਈ ਕਿਸ ਤਰ੍ਹਾਂ ਦੀ ਹੁੰਦੀ ਆ। ਉਹਨਾਂ ਨੇ ਉੱਥੇ ਜਾ ਕੇ ਪੜ੍ਹਾਈ ਨਹੀਂ ਕੀਤੀ। ਸੋ ਇਸ ਲਈ ਉਹ ਜਿਹੜੇ ਚੈਲੰਜਸ ਆ ਉਹ ਬਾਕੀ ਸਟੂਡੈਂਟਸ ਵਾਂਗ ਹੀ ਮੈਂ ਵੀ ਦੇਖੇ ਹੈ ਕਿ ਜਦੋਂ ਇੱਕਦਮ ਜਦੋਂ ਮੈਂ ਗਿਆ ਸੀ ਉਦੋਂ ਇੰਨਾ ਫੋਨ ਵਗੈਰਾ ਗੂਗਲ ਤੇ ਉਹ ਇੰਨੀ ਪੜ੍ਹਾਈ ਨਹੀਂ ਸੀ ਬੇਸਡ, ਵੈਸੇ ਯੂਜ਼ ਕਰ ਲੈਂਦੇ ਸੀ, ਪਰ ਬੇਸਿਕਲੀ ਸਟੱਡੀ ਦੇ ਵਿੱਚ ਐਕੈਡੈਮਿਕਸ ਦੇ ਵਿੱਚ ਇੰਟਰਨੈਟ ਇਨਵੋਲਵਡ ਨਹੀਂ ਸੀਗਾ। ਉੱਥੇ ਜਾ ਕੇ ਹਾਂਜੀ ਬੁੱਕਸ ਜਿਹੜੀਆਂ ਉਹ ਵੀ ਆਪਾਂ ਹਾਰਡ ਬੁੱਕਸ ਯੂਜ਼ ਕਰਦੇ ਸੀ। ਔਰ ਜਦੋਂ ਉੱਥੇ ਜਾ ਕੇ ਇੱਕਦਮ ਉਹਨਾਂ ਨੇ ਕਿਹਾ ਕਿ ਬੁੱਕਸ ਦੀ ਸੌਫਟ ਕਾਪੀ ਬਾਏ ਕਰੋ, ਤੁਸੀਂ ਇਹ ਸੌਫਟਵੇਅਰ ਯੂਜ਼ ਕਰਨਾ, ਇਹਦੇ ਵਿੱਚ ਤੁਹਾਡੀ ਅਸਾਈਨਮੈਂਟ ਆਇਆ ਕਰੇਗੀ ਤੇ ਇਹਦਾ ਲੌਗਇਨ ਇੱਥੋਂ ਕ੍ਰੀਏਟ ਹੋਊਗਾ, ਟੀਚਰ ਨਾਲ ਗੱਲ ਕਰਨੀ ਹੈ ਤਾਂ ਈਮੇਲ ਦੇ ਥਰੂ ਗੱਲ ਹੋਏਗੀ। ਉਹ ਇੱਕਦਮ ਉਹ ਬਿਲਕੁਲ ਡਿਫਰੈਂਟ ਐਨਵਾਇਰਨਮੈਂਟ ਸੀ। ਸੋ ਉਹਦੇ 'ਚ ਇਹ ਸੀ ਕਿ ਮੈਂ ਇਹ ਸਮਝਦਾ ਹੁੰਦਾ ਕਿ ਬਹੁਤ ਸਾਰੇ ਸਟੂਡੈਂਟ ਜਿਹੜੇ ਹੁਣ ਜਾਂਦੇ ਉਹਨਾਂ ਨੂੰ ਵੀ ਉਹ ਮੁਸ਼ਕਿਲ ਆਉਂਦੀ ਹੈ, ਕਿਉਂਕਿ ਇੱਥੇ ਹਾਲੇ ਵੀ ਮੈਨੂੰ ਲੱਗਦਾ ਆ ਕੋਵਿਡ ਦੇ ਦੌਰਾਨ ਸ਼ਾਇਦ ਡਿਫਰੈਂਟ ਸਿਚੁਏਸ਼ਨ ਬਦਲ ਗਈ ਹੋਵੇ, ਪਰ ਉਸ ਤੋਂ ਪਹਿਲਾਂ ਕਦੇ ਵੀ ਇਹ ਸਿਚੁਏਸ਼ਨ ਨਹੀਂ ਸੀ। ਆਨਲਾਈਨ ਸਟੱਡੀਜ਼ ਹੈ ਨਹੀਂ ਸੀ। ਹਾਂਜੀ, ਸੋ ਉਹ ਚੈਲੰਜਸ ਵੀ ਆਏ। ਔਰ ਦੂਸਰਾ ਇਹ ਸੀ ਕਿ ਆਨਲਾਈਨ ਅਸਾਈਨਮੈਂਟ ਕਰਨੀ ਨਹੀਂ ਸੀ ਆਉਂਦੀ। ਤੇ ਇੱਕ ਜਿਹੜਾ ਸਭ ਤੋਂ ਵੱਡਾ ਇਸ਼ੂ ਜਿਹੜਾ ਸਟੂਡੈਂਟਸ ਫੇਸ ਕਰਦੇ ਉਹ ਹੈ ਪਲੈਜਰਿਜ਼ਮ ਦਾ, ਕਿ ਸਾਨੂੰ ਨਹੀਂ ਪਤਾ ਹੁੰਦਾ ਕਿ, ਔਰ ਇਹ ਨਹੀਂ ਕਿ ਉਹ ਜਾਣਬੁੱਝ ਕੇ ਕਰਦੇ ਆ, ਉਹ ਪਤਾ ਹੀ ਨਹੀਂ ਹੁੰਦਾ, ਕਦੇ ਦੱਸਿਆ ਹੀ ਨਹੀਂ ਗਿਆ ਹੁੰਦਾ ਕਿ ਉਹ ਜਿਹੜਾ ਆਪਾਂ ਆਨਲਾਈਨ ਕੋਈ ਅਸਾਈਨਮੈਂਟ ਕਰਦੇ ਹਾਂ ਉਹਦੇ ਵਿੱਚ ਸਾਨੂੰ ਦੱਸਣਾ ਪੈਂਦਾ ਕਿ ਅਸੀਂ ਇਹ ਇਨਫੋਰਮੇਸ਼ਨ ਕਿੱਥੋਂ ਲੈ ਕੇ ਆਏ ਹਾਂ। ਅਸੀਂ ਉਹ ਆਥਰ ਨੂੰ ਸਾਈਟ ਕਰਨਾ ਪੈਂਦਾ, ਸਾਨੂੰ ਉਹ ਵੈਬਸਾਈਟ, ਉਹਦੀ ਸਾਈਟੇਸ਼ਨ, ਔਰ ਇੱਕ ਤਾਂ ਦੱਸਣਾ, ਔਰ ਦੂਸਰਾ ਆਨਲਾਈਨ ਜਾ ਕੇ ਉਹਦੀ ਜਨਰੇਟ ਕਰਨੀ, ਜਿਹੜੀ ਵਿਦਨ ਸੌਫਟਵੇਅਰ ਸਿੱਖਣਾ ਪੈਂਦਾ ਸਾਨੂੰ, ਮਾਈਕਰੋਸਾਫਟ ਵਰਡ ਦੀ ਸਾਈਟੇਸ਼ਨ, ਬਿਬਲੀਓਗ੍ਰਾਫੀ ਵਗੈਰਾ। ਸੋ ਉਹਦੇ ਵਿੱਚ ਕਈ ਸਟੂਡੈਂਟਸ ਜਿਹੜੇ ਆ ਨਾ ਉਹਨਾਂ ਨੂੰ ਸਟਰਗਲ ਕਰਨੀ ਪੈਂਦੀ। ਔਰ ਇੱਕ ਤਾਂ ਪੜ੍ਹਾਈ, ਉੱਤੋਂ ਕੰਮ, ਉੱਤੋਂ ਤੁਹਾਡੀਆਂ ਫੀਸਾਂ ਵੀ ਜ਼ਿਆਦਾ ਹੈ, ਪਲੱਸ ਤੁਹਾਨੂੰ ਪੜ੍ਹਾਈ ਦੇ ਵਿੱਚ ਵੀ ਸਟਰਗਲ ਕਰਨੀ ਪੈ ਰਹੀ ਹੈ ਉਹਨੂੰ ਸਿਰਫ ਇਹ ਸਿੱਖਣ ਲਈ ਕਿ ਪੜ੍ਹਾਈ ਕਰਨੀ ਕਿਵੇਂ ਆ। ਸੋ ਇਹ ਜਿਹੜੀਆਂ ਚੀਜ਼ਾਂ ਇਹ ਮੇਰੇ ਲਈ ਵੀ ਇੱਕ ਪ੍ਰੋਬਲਮ ਸੀ। ਔਰ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਇੱਕ ਡਾਕਟਰ ਉਹ ਸੀਗੇ, ਉਹਨਾਂ ਦਾ ਨਾਮ ਡਾਕਟਰ ਓਲਾਈਬੀ ਹੈ, ਉਹ ਕੇਨੀਆ ਤੋਂ ਸੀ, ਅਤੇ ਉਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ। ਉਹਨਾਂ ਨੇ ਮੈਨੂੰ ਦੱਸਿਆ ਕਿ ਸਾਈਟੇਸ਼ਨਸ ਕਿਸ ਤਰ੍ਹਾਂ ਹੁੰਦੀਆਂ, ਉਹਨਾਂ ਨੇ ਕੋਲ ਬਿਠਾ ਕੇ ਸਮਝਾਇਆ। ਔਰ ਇਹ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆ ਉਹਨਾਂ ਨੂੰ ਉੱਥੇ ਗਾਈਡੈਂਸ ਮਿਲੇ। ਔਰ ਮੈਂ ਕੋਸ਼ਿਸ਼ ਵੀ ਕੀਤੀ ਸੀਗੀ ਕਿ ਗੁਰਦੁਆਰਾ ਸਾਹਿਬ ਕੈਲਗਰੀ ਜਿਹੜੇ ਸਾਡੇ ਹੈਗੇ ਉਹਨਾਂ ਦੇ ਨਾਲ ਮਿਲ ਕੇ ਇੱਕ ਚਲੋ ਫ੍ਰੀ ਉੱਥੇ ਸਟੂਡੈਂਟਸ ਨੂੰ ਇਕੱਠਾ ਕਰਕੇ ਉਹਨਾਂ ਨੂੰ ਦੱਸਿਆ ਜਾਵੇ ਕਿ ਕਿਸ ਤਰ੍ਹਾਂ ਸਟੱਡੀ ਸ਼ੁਰੂ ਕਰਨ ਤੋਂ ਪਹਿਲਾਂ ਹੀ ਉਹਨਾਂ ਦੇ ਮਾਈਂਡ ਪ੍ਰਿਪੇਅਰ ਹੋਣ। ਪਰ ਉਸ ਵੇਲੇ ਕੋਵਿਡ ਆ ਗਿਆ, ਉਹ ਕਰ ਨਹੀਂ ਪਾਏ, ਅਸੀਂ ਹੋ ਨਹੀਂ ਸਕਿਆ। ਔਰ ਮੈਂ ਕੋਸ਼ਿਸ਼ ਇਹੀ ਕਰੂੰਗਾ ਕਿ ਜਦੋਂ ਵੀ ਦੁਬਾਰਾ ਮੌਕਾ ਮਿਲਿਆ ਤਾਂ ਚਲੋ ਅਸੀਂ ਹੋਰ ਕਿਸੇ ਲਈ ਕਰ ਸਕੀਏ। 2011 ਜਦੋਂ ਤੁਸੀਂ ਕੈਲਗਰੀ ਗਏ ਸੀ ਤਾਂ ਉਦੋਂ ਕਿਵੇਂ ਕਿ ਉੱਥੇ ਨੌਜਵਾਨ ਸੀਗੇ ਪੰਜਾਬੀ ਆਪਣੇ ਉੱਥੇ ਵਸੇ ਹੋਏ ਸੀਗੇ ਜਾਂ ਘੱਟ ਸੀਗੇ ਉੱਧਰਲੇ ਪਾਸੇ ਜਦੋਂ ਤੁਸੀਂ ਗਏ ਹੈਗੇ ਹੋ 11 ਦੇ ਵਿੱਚ? ਉਦੋਂ ਜਿਹੜਾ ਮੇਰਾ ਕਾਲਜ ਸੀਗਾ ਜੀ ਉਹਦਾ ਨਾਂ ਸੇਠ, ਉਹਨੂੰ ਸ਼ਾਰਟ ਫਾਰਮ ਹੈ, ਅਦਰਵਾਈਜ਼ ਸਦਰਨ ਅਲਬਰਟਾ ਇੰਸਟੀਚਿਊਟ ਆਫ ਟੈਕਨੋਲੋਜੀ ਹੈ। ਉਹਦੇ ਵਿੱਚ ਅਸੀਂ ਤਕਰੀਬਨ 15-16 ਜਾਣੇ ਸੀਗੇ, ਸਿਰਫ ਪੰਜਾਬੀ। ਹਾਂਜੀ, ਜਿਹੜੇ ਪੰਜਾਬੀ ਸੀ, ਔਰ ਪੂਰੇ ਪੰਜਾਬ 'ਚੋਂ 15-16 ਜਾਣੇ ਸੀ। ਤੇ ਤੁਸੀਂ ਕੈਲਗਰੀ ਕਿਉਂ ਆਪਟ ਕੀਤਾ ਸੀ? ਮੈਂ ਜਿਸ ਤਰ੍ਹਾਂ ਮੈਂ ਦੱਸਿਆ ਜੀ, ਮੇਰੀ ਫੈਮਿਲੀ ਉਹ, ਸੋ ਮੈਨੂੰ ਉੱਥੇ ਥੋੜ੍ਹੀ ਸਪੋਰਟ ਸੀਗੀ, ਅਤੇ ਉਹ ਮੈਨੂੰ ਇਹ ਸੀਗਾ ਕਿ ਇੱਥੇ ਮੈਨੂੰ ਫੈਮਿਲੀ ਵੱਲੋਂ, ਰੋਟੀ ਵੱਲੋਂ, ਘਰ ਵੱਲੋਂ ਉਹ ਮੈਨੂੰ ਸਪੋਰਟ ਮਿਲ ਸਕਦੀ ਹੈ, ਕੰਮ ਦੀ ਥੋੜ੍ਹੀ ਹੈਲਪ ਹੋ ਸਕਦੀ ਹੈ। ਅਤੇ ਪਲੱਸ ਮੇਰਾ ਜਿਹੜਾ ਕਾਲਜ ਆ ਉਹ ਘਰ ਤੋਂ ਬਹੁਤ ਦੂਰ ਨਹੀਂ ਸੀ, ਟ੍ਰੇਨ ਸਿਸਟਮ ਸੀਗਾ, 20-25 ਮਿੰਟ ਲੱਗਦੇ ਸੀ, ਮੈਂ ਪਹੁੰਚ ਜਾਂਦਾ ਸੀ। ਅਤੇ ਇਸ ਕਰਕੇ ਮੈਂ ਕੈਲਗਰੀ ਚਲਾ ਗਿਆ। ਉੱਥੇ 14-15 ਜਾਣੇ ਸੀਗੇ, ਅਤੇ 14-15 ਜਾਣੇ ਅਸੀਂ ਜਾਣਦੇ ਸੀ ਇੱਕ ਦੂਸਰੇ ਨੂੰ, ਪਰ ਫਿਰ ਵੀ ਉਹਨਾਂ ਦੇ ਵੀ ਆਪਣੇ ਕੰਮ ਕਾਜ ਰੁਝੇਵੇਂ ਹੁੰਦੇ ਆ, ਅਤੇ ਉਹ ਬਿਜ਼ੀ ਰਹਿੰਦੇ ਸੀ, ਅਸੀਂ ਵੀ ਆਪਦੇ ਕੰਮ 'ਚ ਲੱਗੇ ਰਹਿੰਦੇ ਸੀ। ਸੋ ਇਹ ਸੀ ਕਿ ਥੋੜ੍ਹੀ ਆਪਦੀ ਕਮਿਊਨਿਟੀ ਤੋਂ ਬਾਹਰ ਵੀ ਜਿਹੜਾ ਵਿਚਰਨ ਦਾ ਮਜਬੂਰੀ ਬਣ ਗਈ। ਫਿਰ ਉਸ ਤੋਂ ਬਾਅਦ ਚੰਗਾ ਲੱਗਣ ਲੱਗ ਗਿਆ। MLA ਤੱਕ ਤਾਂ ਇਸ ਸਫ਼ਰ ਤੱਕ ਵੀ ਆਪਾਂ ਪਹੁੰਚਾਂਗੇ, ਪਰ ਉਸ ਤੋਂ ਪਹਿਲਾਂ ਜਿਹੜੇ ਹੋਰ ਤੁਹਾਡੀ ਜ਼ਿੰਦਗੀ ਦੇ ਪੜਾਅ ਰਹੇ, ਸਟੂਡੈਂਟ ਗਏ,
ਹਾਲਾਂਕਿ ਸਾਂਭਣ ਵਾਲੇ ਸੀਗੇ, ਪਰ ਜੌਬ ਤਾਂ ਕਰਨੀ ਪੈਂਦੀ ਹੈ ਔਰ ਕੀਤੀ ਵੀ ਹੋਊਗੀ ਤੁਸੀਂ। ਤਾਂ ਕਿੱਥੇ ਕਿੱਥੇ ਜੌਬ ਤੁਹਾਡੇ ਵੱਲੋਂ ਕੀਤੀਆਂ ਗਈਆਂ ਕਿ ਜਿਵੇਂ ਅਸੀਂ ਦੇਖਦੇ ਹੁੰਦੇ ਹਾਂ ਕਿ ਰੈਸਟੋਰੈਂਟਸ ਦੇ ਵਿੱਚ ਵੀ ਕੰਮ ਕਰਨਾ ਪੈਂਦਾ ਹੈ, ਨੌਜਵਾਨਾਂ ਨੂੰ ਊਬਰ ਟੈਕਸੀਆਂ ਵੀ ਚਲਾਉਣੀਆਂ ਪੈਂਦੀਆਂ ਨੇ, ਤਾਂ ਕੁਛ ਇਹੋ ਜਿਹੀ ਹਾਰਡ ਜੌਬ ਤੁਹਾਡੀ ਵੀ ਸੀ ਜਾਂ ਫਿਰ ਤਾਇਆ ਜੀ ਉਹਨਾਂ ਦੀ ਸਪੋਰਟ ਰਹੀ ਤਾਂ ਇਹੋ ਜਿਹਾ ਕੰਮ ਨਹੀਂ ਕਰਨਾ ਪਿਆ? ਨਹੀਂ ਜੀ, ਇਸ ਤਰ੍ਹਾਂ ਕਦੇ ਵੀ ਨਹੀਂ ਸੀ ਔਰ ਮੈਂ ਕਦੇ ਇਹ ਸੋਚਿਆ ਵੀ ਨਹੀਂ ਸੀ ਕਿ ਕੋਈ ਸਪੋਰਟ ਆ ਰਹੀ ਹੈ ਤੇ ਬੈਠੇ ਰਹੀਏ। ਔਰ ਮੈਨੂੰ ਜਦੋਂ ਮੈਂ ਗਿਆ ਉਦੋਂ ਇੱਕ ਰੂਲ ਹੁੰਦਾ ਸੀ ਇਮੀਗ੍ਰੇਸ਼ਨ ਦਾ ਕਿ 6 ਮਹੀਨੇ ਤੁਸੀਂ ਕੰਮ ਨਹੀਂ ਸੀ ਕਰ ਸਕਦੇ ਤੇ 6 ਮਹੀਨੇ ਵਰਕ ਪਰਮਿਟ ਵੀ ਨਹੀਂ ਸੀ ਮਿਲਦਾ ਤੇ ਉਸ 6 ਮਹੀਨੇ ਤੱਕ ਤੁਸੀਂ ਜੌਬ ਕੋਈ ਨਹੀਂ ਸੀ ਕਰ ਸਕਦੇ, ਇਲੀਗਲ ਸੀ ਤੇ ਉਹ ਉਦੋਂ ਕੋਈ ਮੌਕਾ ਵੀ ਨਹੀਂ ਬਣਿਆ, ਕੁਛ ਕਰ ਵੀ ਨਹੀਂ ਸਕਦੇ ਸੀ। ਉਸ ਤੋਂ ਬਾਅਦ 6 ਮਹੀਨੇ ਤੋਂ ਬਾਅਦ ਮੈਂ ਜਦੋਂ ਮੈਨੂੰ ਵਰਕ ਪਰਮਿਟ ਮਿਲਿਆ ਤਾਂ ਫਿਰ ਮੈਂ ਗੈਸ ਸਟੇਸ਼ਨ ਤੇ ਕੰਮ ਸ਼ੁਰੂ ਕੀਤਾ ਤੇ ਗੈਸ ਸਟੇਸ਼ਨ ਤੇ ਉਦੋਂ ਬਿਲਕੁਲ ਨਵਾਂ ਸੀ, ਕੋਈ ਐਕਸਪੀਰੀਅੰਸ ਨਹੀਂ ਸੀ। ਉੱਥੇ ਕਸਟਮਰ ਸਰਵਿਸ ਦੇਣੀ, ਉੱਥੇ ਸਟੋਰ ਵੀ ਸੰਭਾਲਣਾ, ਉਹ ਸਾਰੀਆਂ ਚੀਜ਼ਾਂ ਫਿਰ ਸਿੱਖੀਆਂ ਹੌਲੀ ਹੌਲੀ ਤੇ ਪਾਰਟ ਟਾਈਮ ਮੈਂ ਜੌਬ ਕਰਦਾ ਸੀ। ਫਿਰ ਮੈਂ ਥੋੜ੍ਹਾ ਸਿਕਿਉਰਿਟੀ ਦਾ ਜੌਬ ਕਰਨ ਲੱਗ ਗਿਆ। ਫਿਰ ਮੈਂ ਉਸ ਤੋਂ ਬਾਅਦ ਇੱਕ ਕੰਪਨੀ ਸੀ OSL, ਉਹ ਵਾਲਮਾਰਟ ਦੇ ਵਿੱਚ ਫ਼ੋਨ ਵੇਚਦੇ ਸੀ ਤੇ ਫਿਰ ਮੈਂ ਉਹਨਾਂ ਦੇ ਨਾਲ ਕੰਮ ਕਰਨ ਲੱਗ ਗਿਆ। ਸੋ ਫ਼ੋਨ ਵੀ ਵੇਚੇ ਆ ਜੀ ਤੇ ਕੋਈ ਮਤਲਬ ਇਸ ਤਰ੍ਹਾਂ ਦੀਆਂ ਜੌਬਸ ਜਿਹੜੀਆਂ ਉਹ ਕਰਨ ਦਾ ਮੈਨੂੰ ਮੌਕਾ ਮਿਲਿਆ ਤੇ ਫਿਰ ਮੈਂ ਕਰਦਾ ਗਿਆ। ਵੈਸੇ ਉਰੇ ਜਿਹੜੇ ਕਾਕੇ ਹੁੰਦੇ ਨੇ ਉੱਥੇ ਜਾ ਕੇ ਕੰਮ ਕੁਮ ਕਰਨ ਲੱਗ ਜਾਂਦੇ ਨੇ, ਤਾਂ ਗੁਰਿੰਦਰ ਹੋਣੀ ਵੀ ਉਰੇ ਕਾਕੇ ਸੀਗੇ ਕਿ ਘਰੋਂ ਫੈਮਿਲੀ ਬੈਕਗ੍ਰਾਉਂਡ ਕਿਵੇਂ, ਮਤਲਬ ਫਾਦਰ ਮਦਰ ਤੁਹਾਡੇ ਕਿਸ ਪ੍ਰੋਫੈਸ਼ਨ ਦੇ ਵਿੱਚ? ਮੇਰੇ ਫਾਦਰ ਮਦਰ ਦੋਨੇ ਹੈਲਥ ਕੇਅਰ ਵਰਕਰ ਆ ਜੀ, ਫਰੰਟ ਲਾਈਨ ਵਰਕਰ ਆ। ਮੇਰੇ ਮਦਰ ਲੈਬ ਟੈਕਨੀਸ਼ੀਅਨ ਸੀਗੇ, ਉਹ ਪਰਸੋਂ ਹੀ ਰਿਟਾਇਰ ਹੋਏ ਆ ਤੇ ਮੇਰੇ ਫਾਦਰ ਫਾਰਮਾਸਿਸਟ ਹੈ ਜੀ, ਉਹ ਸਿਵਲ ਹਸਪੀਟਲ ਫਰੀਦਕੋਟ ਦੋਨੋਂ ਜੌਬ ਕਰਦੇ ਆ ਤੇ ਬੇਸਿਕ ਨਾਰਮਲ ਮਤਲਬ ਘਰੋਂ ਸੌਖੇ ਸੀਗੇ ਹਾਲਾਂਕਿ? ਹਾਂਜੀ ਨਹੀਂ, ਉਸ ਤਰ੍ਹਾਂ ਕਦੇ ਵੀ ਨਹੀਂ ਹੋਇਆ ਕਿ ਮੈਨੂੰ ਕਦੇ ਪੈਸਿਆਂ ਦੀ ਪ੍ਰੋਬਲਮ ਆਈ ਹੋਵੇ ਜਾਂ ਕੋਈ ਉਹ ਹੋਵੇ, ਪਰ ਇੰਨਾ ਜ਼ਰੂਰ ਸੀ ਕਿ ਮੈਂ ਕਦੇ ਲਗਜ਼ਰੀ ਵੀ ਨਹੀਂ ਆਪਦੇ ਆਪ ਨੂੰ ਰੱਖਿਆ ਸੀ ਕਿ ਮੇਰੇ ਕੋਲ ਮਰਸਡੀਜ਼ ਹੈ। ਮੈਂ 2011 'ਚ ਗਿਆ, ਮੈਂ 2015 ਤੱਕ ਮੇਰੇ ਕੋਲ ਕੋਈ ਕਾਰ ਨਹੀਂ ਸੀ, ਮੈਂ ਟ੍ਰੇਨ ਤੇ ਬੱਸ ਤੇ ਜਾਂਦਾ ਸੀ ਤੇ ਈਵਨ ਇੱਥੇ ਵੀ ਮੈਂ ਕਦੇ ਕੋਈ ਇਹ ਨਹੀਂ ਸੀ ਕਿ ਮੈਂ ਕਾਰ ਰੱਖੀ ਹੈ ਜਾਂ ਮੈਂ ਬੁਲਟ ਚਲਾ ਰਿਹਾ। ਮੇਰੇ ਕੋਲ ਸਪਲੈਂਡਰ ਪਲੱਸ ਮੋਟਰਸਾਈਕਲ ਸੀ ਤੇ 5533 ਉਹਦਾ ਨੰਬਰ ਸੀ। ਹਾਂਜੀ। ਤੇ ਹੁਣ ਜਿਹੜੀ ਗੱਡੀ ਲਿੱਤੀ ਉਹਦਾ ਨੰਬਰ 5533 ਲਿਖਿਆ? ਨਹੀਂ, ਉਹਦਾ ਨੰਬਰ 3233 ਹੈ ਜੀ। ਹਾਂਜੀ, ਪਹਿਲਾਂ 3233 ਕਾਰ ਸੀ ਮੇਰੇ ਕੋਲੇ, ਫਿਰ ਹੁਣ ਮੈਂ 3334 ਲਈ ਹੈ ਜੀ। ਕੀ ਇਹ ਨੌਜਵਾਨ ਗਲਤੀਆਂ ਕਰ ਦਿੰਦੇ ਨੇ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਜਾਂਦੇ ਹੈਗੇ ਨੇ? ਕਿਉਂਕਿ ਇੱਥੇ ਜ਼ਰੂਰ ਇੱਕ ਲਿਮਿਟਿਡ ਜਿਹਾ ਉਹਨਾਂ ਨੂੰ ਮਾਹੌਲ ਦਿਖਦਾ ਹੁੰਦਾ ਹੈ, ਰਿਸਟ੍ਰਿਕਸ਼ਨਸ ਵੀ ਹੁੰਦੀਆਂ ਨੇ, ਔਰ ਜਦੋਂ ਉੱਥੇ ਜਾਂਦੇ ਸਾਰ ਇੰਨੀ ਖੁੱਲ੍ਹ ਮਿਲ ਜਾਂਦੀ ਹੈ ਔਰ ਜਾਂਦੇ ਸਾਰ ਹੀ ਜੇ ਤਾਂ ਕੋਈ ਵਿਦਿਆਰਥੀ ਸਹੀ ਦਿਸ਼ਾ ਨੂੰ ਚਲਾ ਗਿਆ ਤਾਂ ਉਹਦੀ ਜ਼ਿੰਦਗੀ ਮੈਨੂੰ ਲੱਗਦਾ ਵੱਖਰੀ ਹੋਊਗੀ, ਔਰ ਜਿਹੜਾ ਵੱਖਰੀ ਦਿਸ਼ਾ ਚਲਾ ਗਿਆ ਉਹਨੇ ਫਿਰ ਇਹੋ ਜਿਹੇ ਕੰਮਾਂ ਦੇ ਵਿੱਚ ਵੀ ਪੈ ਜਾਣਾ ਹੈ। ਤਾਂ ਕੀ ਲੱਗਦਾ ਹੈ ਕਿ ਜਿਹੜੇ ਅੱਜ ਕੱਲ੍ਹ ਇਹ ਸਾਨੂੰ ਇਹੋ ਜਿਹੀਆਂ ਤਸਵੀਰਾਂ ਦਿਖਦੀਆਂ ਨੇ, ਲੜਾਈ ਝਗੜੇ ਵਾਲੀਆਂ ਤਸਵੀਰਾਂ ਸਾਨੂੰ ਨਜ਼ਰ ਆਉਂਦੀਆਂ ਨੇ, ਇੱਦਾਂ ਕਿਉਂ ਹੁੰਦਾ ਹੈ? ਕਿ ਇਹ ਜ਼ਿਆਦਾ ਜਿਹੜੀ ਆਜ਼ਾਦੀ ਮਿਲ ਜਾਂਦੀ ਹੈ ਜਾਂ ਇਹਨਾਂ ਨੂੰ ਜ਼ਿਆਦਾ ਚੀਜ਼ਾਂ ਉੱਥੇ ਨਜ਼ਰ ਆਉਂਦੀਆਂ ਹੈ, ਗਲੈਮਰ ਵਾਲੀ ਚੀਜ਼ਾਂ ਜਿਹੜੀਆਂ ਜ਼ਿਆਦਾ ਨਜ਼ਰ ਆਉਂਦੀਆਂ, ਉਹਦਾ ਇਹ ਇਫੈਕਟ ਹੈਗਾ? ਦੇਖੋ ਸਰ, ਮੈਂ ਤੁਹਾਡੀ ਗੱਲ ਦਾ ਜਵਾਬ ਇਸ ਤਰੀਕੇ ਨਾਲ ਦੇ ਸਕਦਾ ਕਿ ਜੇ ਆਪਾਂ ਗਿਣਤੀ ਕਰੀਏ ਨਾ ਤਾਂ ਤਕਰੀਬਨ 4 ਲੱਖ ਦੇ, ਹੁਣ ਤਾਂ ਹੋਰ ਜ਼ਿਆਦਾ ਹੋਣਾ ਹੈ। ਜਿਹਦਾ ਲੇਟੈਸਟ ਮੈਂ ਡਾਟਾ ਚੈੱਕ ਕੀਤਾ ਸੀ ਉਹ 450,000 ਤੋਂ ਪਲੱਸ ਸਟੂਡੈਂਟ ਜਿਹੜਾ ਉਹ ਕੈਨੇਡਾ ਜਾਂਦਾ ਦੁਨੀਆ ਭਰ ਚੋਂ। ਉਹਦੇ ਚੋਂ ਜੇ ਮੈਂ ਅੱਧਾ ਵੀ ਲਾਵਾਂ, 2 ਲੱਖ ਵੀ ਲਾਈਏ ਤਾਂ ਉਹ ਪੰਜਾਬ ਇੰਡੀਆ ਤੋਂ ਸਟੂਡੈਂਟਸ ਜਾਂਦੇ ਆ, ਗੁਜਰਾਤ ਤੋਂ, ਹੋਰ ਸਟੇਟਸ ਤੋਂ, ਜ਼ਿਆਦਾਤਰ ਪੰਜਾਬ ਤੇ ਗੁਜਰਾਤ ਤੋਂ। ਤੇ ਇਸ ਕਰਕੇ ਜਦੋਂ ਉੱਥੇ ਆਪਾਂ ਦੇਖਦੇ ਹਾਂ ਲੜਾਈ ਵਾਲੀਆਂ ਤਸਵੀਰਾਂ ਜਾਂ ਇਹ ਸਾਰੀਆਂ ਚੀਜ਼ਾਂ, ਤਾਂ ਉਹ ਲੜਨ ਵਾਲੇ ਹੁੰਦੇ ਆ 50, 60, ਵੱਧ ਤੋਂ ਵੱਧ 100। ਹਰ ਸਾਲ 2 ਲੱਖ ਬੱਚਾ ਜਾ ਰਿਹਾ, ਉਹਦੇ ਵਿੱਚੋਂ 50-60 ਲੜ ਰਹੇ ਆ, 100 ਲੜ ਰਿਹਾ। ਤੇ ਚਲੋ ਉਹ ਗਲਤ ਵੀ ਹੈ, ਪਰ ਕਮਿਊਨਿਟੀ ਦੇ ਸਾਰੀ ਆਪਣੀ ਇਫੈਕਟ। ਹਾਂਜੀ, ਬਿਲਕੁਲ ਹੁੰਦੀ ਹੈ, ਨੋ ਡਾਊਟ, ਉਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਅਦਰਵਾਈਜ਼ ਜੇ ਆਪਾਂ ਇੱਕ ਟੈਬੂ ਲਾ ਦਈਏ ਕਿ ਇਹ ਕਮਿਊਨਿਟੀ ਮਾੜੀ ਹੈ ਤਾਂ ਉਹ ਵੀ ਠੀਕ ਨਹੀਂ ਹੈ। ਮੈਂ ਆਪ ਵੀ ਗਿਆ, ਮੇਰੇ ਨਾਲ ਦੇ ਵੀ ਇੰਟਰਨੈਸ਼ਨਲ ਸਟੂਡੈਂਟ ਸੀ ਔਰ ਮੇਰੇ ਕੋਲ ਪੜ੍ਹਦੇ ਵੀ ਰਹੇ ਆ ਤੇ ਹੁਣ ਮੇਰਾ ਇੱਕ ਛੋਟਾ ਬਿਜ਼ਨਸ ਆ, ਉੱਥੇ ਉਹ ਕੰਮ ਵੀ ਕਰਦੇ ਆ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਜਾਂਦੇ ਆ। ਔਰ ਮੈਂ ਸੱਚੀ ਦੱਸਾਂ ਕਿ ਬਹੁਤ ਜ਼ਿਆਦਾ ਹਾਰਡ ਵਰਕਿੰਗ ਉਹਨਾਂ ਦੀ ਲਾਈਫ ਹੈ ਔਰ ਉਹ ਆਪ ਖੁਦ ਕਦੇ ਵੀ ਹਾਰ ਨਹੀਂ ਮੰਨਦੇ। ਉਹ ਹਮੇਸ਼ਾ ਆਪਣੀ ਜਿਹੜੀ ਹੈ ਨਾ ਹਾਰਡ ਵਰਕ ਨਹੀਂ ਛੱਡਦੇ, ਬਹੁਤ ਮਿਹਨਤੀ ਸਟੂਡੈਂਟਸ ਹੈ। ਤੇ ਇਹ ਮੈਂ ਕਦੇ ਵੀ ਨਹੀਂ ਇਹ ਕਹਿੰਦਾ ਹੁੰਦਾ ਕਿ ਸਟੂਡੈਂਟਸ ਨੇ ਕੁਛ ਉੱਥੇ ਗੜਬੜ ਕੀਤੀ ਜਾਂ ਉੱਥੇ ਕੁਛ ਗਲਤ ਕੀਤਾ। ਨੋ ਡਾਊਟ ਸਾਰੀ ਕਮਿਊਨਿਟੀ, ਬਿਲਕੁਲ। ਦੇਖੋ ਤਸਵੀਰਾਂ ਤਾਂ ਹਰ ਕਿਤੇ, ਇੱਥੇ ਵੀ ਕਿਹੜਾ ਘੱਟ ਹੈਗਾ, ਇੱਥੇ ਵੀ ਲੜਾਈ ਝਗੜੇ ਤਾਂ ਬਹੁਤ ਹੁੰਦੇ ਨੇ। ਔਰ ਇੱਕ ਗੱਲ ਇਹ ਹੈ ਜੀ ਕਿ ਸਾਨੂੰ ਹੋਰ ਕਮਿਊਨਿਟੀ ਦੀਆਂ ਤਸਵੀਰਾਂ, ਸਾਡੇ ਨਾਲ ਕੋਈ ਉਸ ਤਰ੍ਹਾਂ ਦਾ ਲਿੰਕ ਨਹੀਂ ਹੁੰਦਾ ਉਹਨਾਂ ਦੀਆਂ ਕਦੇ ਆਉਂਦੀਆਂ ਨਹੀਂ, ਸਾਨੂੰ ਦਿਖਦੀਆਂ ਨਹੀਂ। ਇਸ ਕਰਕੇ ਸਾਨੂੰ ਇਹ ਲੱਗਦਾ ਕਿ ਸਿਰਫ ਸਾਡੇ ਹੀ ਬੰਦੇ ਜਾਂ ਸਾਡੇ ਸਟੂਡੈਂਟਸ, ਮੁੰਡੇ ਕੁੜੀਆਂ ਇਸ ਤਰ੍ਹਾਂ ਕਰਦੇ ਆ। ਕੁਛ ਲੋਕ ਸਟੂਡੈਂਟਸ ਦੀ ਮਜਬੂਰੀ ਹੁੰਦੀ ਹੈ, ਕੋਈ ਉਹ ਗਲਤ ਰਸਤੇ ਤੇ ਤੁਰ ਪੈਂਦੇ ਆ, ਚਲੋ ਉਹਨਾਂ ਨੂੰ ਵਾਪਸ ਲੈ ਕੇ ਆਉਣਾ ਵੀ ਸਾਡਾ ਹੀ ਫਰਜ਼ ਹੈ। ਤੇ ਉਹ ਸਾਡੀ ਜਿਹੜੀ ਉੱਥੇ ਆਲਰੇਡੀ ਕਮਿਊਨਿਟੀ ਵਸੀ ਵੀ ਹੈ, ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਨੂੰ ਆਪਣੇ ਨਾਲ ਜੋੜੀਏ ਤੇ ਕਿ ਉਹ ਉੱਥੇ ਜਾ ਕੇ ਕਿਸੇ ਗਲਤ ਰਸਤੇ ਤੇ ਨਾ ਤੁਰ ਸਕਣ। ਗੁਰਿੰਦਰ, ਜਦੋਂ ਇੰਨੀ ਹਾਰਡ ਜੌਬਸ ਕਰ ਰਹੇ ਸੀ ਤਾਂ ਉਦੋਂ ਕਦੀ ਮਨ ਦੇ ਵਿੱਚ ਆਇਆ ਕਿ ਯਾਰ ਇਹ ਕਿਹੜੇ ਰਾਹ ਨੂੰ ਆ ਗਏ, ਇੰਡੀਆ ਹੀ ਠੀਕ ਸੀ? ਨਾ, ਕਦੇ ਵੀ ਨਹੀਂ। ਕੰਮ ਕੁਮ ਕਰ ਲੈਂਦੇ ਜਾਂ ਕੁਝ ਉੱਥੇ ਹੀ ਦੁਕਾਨ ਆਪਣੇ ਫਾਦਰ ਸਾਹਿਬ ਦੀ ਸੰਭਾਲ ਲੈਂਦੇ?
ਨਹੀਂ ਨਹੀਂ ਜੀ, ਕਦੇ ਵੀ ਮੇਰੇ ਫਾਦਰ ਦੀ ਦੁਕਾਨ ਨਹੀਂ ਜੀ, ਮੇਰੇ ਫਾਦਰ ਜੌਬ ਕਰਦੇ ਅਸੀਂ ਜੌਬ ਕਰ ਰਹੇ ਨੇ, ਓਕੇ। ਔਰ ਨਾ ਸਾਡਾ ਕੋਈ ਫੈਮਿਲੀ ਬਿਜ਼ਨਸ ਨਹੀਂ ਹੈ ਇੱਥੇ, ਤੇ ਕਦੇ ਵੀ ਨਹੀਂ ਇਹ ਆਇਆ ਕਿਉਂਕਿ ਉੱਥੇ ਜਿਹੜਾ ਸਟੂਡੈਂਟ ਸੀਗੇ, ਸਟੂਡੈਂਟਸ ਨੂੰ ਆਪਦੀ ਪਾਕਟ ਮਨੀ ਜੋਗੇ ਪੈਸੇ ਬਣ ਜਾਂਦੇ ਸੀ, ਕਾਫੀ ਲੈਣ ਜੋਗੇ ਹੋ ਜਾਂਦੇ ਸੀ, ਤੇ ਹੋਰ ਛੋਟਾ ਮੋਟਾ ਖਰਚਾ ਸੀ, ਕੋਈ ਬਹੁਤੇ ਵੱਡੇ ਮੌਰਗੇਜ ਤਾਂ ਦੇਣੀ ਨਹੀਂ ਸੀ ਹੁੰਦੀ, ਸੋ ਉਹ ਕਦੇ ਵੀ ਨਹੀਂ ਸੀ ਆਇਆ। ਪਰ ਦੂਸਰਾ ਇਹ ਸੀ ਕਿ ਮੈਂ ਹਮੇਸ਼ਾ ਆਪਣੇ ਜਿਹੜੇ ਟੀਚਰ ਸੀਗੇ ਮੇਰੇ ਉੱਥੇ, ਉਹਨਾਂ ਦੇ ਨਾਲ ਬੜਾ ਅੱਛਾ ਰਿਲੇਸ਼ਨ ਰੱਖਿਆ। ਉਹਨਾਂ ਦੇ ਨਾਲ ਮੈਂ ਉਹਨਾਂ ਤੋਂ ਪੁੱਛਦਾ ਰਹਿੰਦਾ ਸੀ ਕਿ ਮੈਨੂੰ ਹੁਣ ਕੀ ਕਰਨਾ ਚਾਹੀਦਾ, ਔਰ ਹਾਲੇ ਤੱਕ ਵੀ ਮੇਰੇ ਉਹ ਕੰਟੈਕਟ 'ਚ ਹੈ। ਮੈਂ ਹੁਣ ਵੀ ਉਹਨਾਂ ਨੂੰ ਪੁੱਛ ਲੈਂਦਾ, ਉਹ ਮੇਰੀ ਹੈਲਪ ਬਹੁਤ ਕਰਦੇ ਆ। ਤੇ ਹਾਲਾਂਕਿ ਉਹ ਪੰਜਾਬੀ ਨਹੀਂ ਗੇ, ਔਰ ਉਹ ਕਈ ਗੋਰੇ ਵੀ ਨਹੀਂ ਗਏ। ਉਹਨਾਂ 'ਚੋਂ ਇੱਕ, ਜਿਸ ਤਰ੍ਹਾਂ ਮੈਂ ਦੱਸਿਆ, ਡਾਕਟਰ ਉਹ ਹੈ, 2-4 ਟੀਚਰ ਮੇਰੇ ਹੋਰ ਹੈ ਜਿਨ੍ਹਾਂ ਨਾਲ ਮੇਰਾ ਬਹੁਤ ਅੱਛਾ ਰਿਲੇਸ਼ਨ ਹੈ। ਤੇ ਉਹਨਾਂ ਨੇ ਮੈਨੂੰ ਬਹੁਤ ਗਾਈਡ ਕੀਤਾ। ਔਰ ਮੈਂ ਹਮੇਸ਼ਾ ਇਹੀ ਸਮਝਦਾ ਜੀ ਕਿ ਜਿਹੜੀ ਆਪਾਂ ਗੱਲ ਕਰਦੇ ਸੀ ਕਿ ਸਟੂਡੈਂਟਸ ਗਲਤ ਰਸਤੇ 'ਤੇ ਚੱਲਦੇ ਆ, ਜਾਂ ਸਟੂਡੈਂਟਸ ਉੱਥੋਂ ਤੱਕ ਨਹੀਂ ਪਹੁੰਚ ਪਾਉਂਦੇ ਜਿੱਥੋਂ ਤੱਕ ਉਹ ਚਾਹੁੰਦੇ ਹੁੰਦੇ ਆ, ਉਹਦੇ ਵਿੱਚ ਬਹੁਤ ਸਾਰੀ ਵੱਡੀ ਕਮੀ ਜਿਹੜੀ ਉਹ ਸਟੂਡੈਂਟਸ ਵੱਲੋਂ ਨਹੀਂ ਹੁੰਦੀ। ਉਹ ਮੈਨੂੰ ਲੱਗਦਾ ਇੱਕ ਸਪੋਰਟ ਸਿਸਟਮ ਜਿਹੜਾ ਨਾ ਉਹ ਹੋਣਾ ਚਾਹੀਦਾ, ਇੱਕ ਗਾਈਡੈਂਸ ਦੀ ਕਮੀ ਆ ਜਾਂਦੀ ਹੈ। ਸੋ ਜੇ ਉਹਨਾਂ ਨੂੰ ਪ੍ਰੋਪਰ ਥੋੜ੍ਹਾ ਗਾਈਡੈਂਸ ਮਿਲ ਜੇ, ਉਹਨਾਂ ਨੂੰ ਥੋੜ੍ਹਾ ਕੋਈ ਕਹਿਣ ਵਾਲਾ ਮਿਲ ਜੇ, ਤਾਂ ਉਹਨਾਂ 'ਚ ਪੋਟੈਂਸ਼ੀਅਲ ਦੀ ਕੋਈ ਕਮੀ ਨਹੀਂ ਹੈ। ਕਿਉਂਕਿ ਜਿੰਨਾ ਹਾਰਡ ਵਰਕ ਆਪਾਂ ਕਰ ਸਕਦੇ ਹੈਗੇ ਆ, ਪੰਜਾਬੀ ਖਾਸ ਤੌਰ 'ਤੇ ਕਰ ਸਕਦੇ ਹਾਂ, ਸ਼ਾਇਦ ਹੀ ਮੈਨੂੰ ਲੱਗਦਾ ਕਿ ਕੋਈ ਹੋਰ ਕਰ ਸਕਦਾ ਹੈਗਾ। ਮੈਂ ਉਹੀ ਬਹੁਤ ਹਾਰਡ ਵਰਕਿੰਗ, ਕਿ ਮਤਲਬ ਮੈਨੂੰ ਕਦੇ ਇਹ ਲੱਗਦਾ ਹੁੰਦਾ ਕਿ ਮੈਂ ਤਾਂ ਕੁਝ ਵੀ ਨਹੀਂ ਕੀਤਾ ਜਿੰਨਾ ਉਹ ਹਾਰਡ ਵਰਕ ਕਰ ਰਹੇ ਆ। ਤੇ ਇੱਦਾਂ ਵੀ ਇੱਕ ਪਰਸੈਪਸ਼ਨ ਹੈਗੀ ਹੈ ਕਿ ਵਾਈਟ ਕਾਲਰ ਜੌਬ ਜਿਹੜੀਆਂ ਹੈਗੀਆਂ ਉਹ ਸਿਰਫ ਗੋਰਿਆਂ ਵਾਸਤੇ ਹੀ ਹੈਗੀਆਂ ਨੇ, ਪੰਜਾਬੀਆਂ ਨੂੰ ਵਾਈਟ ਕਾਲਰ ਜੌਬਸ ਨਹੀਂ ਮਿਲਦੀਆਂ। ਆਪਣੇ ਵਾਲੇ ਜਿਹੜੇ ਨੇ ਉਹ ਹਾਰਡ ਵਰਕ ਵਾਲੇ ਕੋਈ ਪਾਸ ਕੀਤਾ ਹੈਗਾ ਉਹਦੇ ਵਿੱਚ ਹੀ ਜਾ ਸਕਦੇ ਨੇ, ਜਾਂ ਬਹੁਤਿਆਂ ਦੀ ਇੱਥੋਂ ਦੀ ਮਾਈਂਡ ਹੀ ਇਹੋ ਜਿਹਾ ਬਣਾ ਕੇ ਉਹ ਬਿਲਡਅਪ ਕਰਕੇ ਜਾਂਦੇ ਨੇ ਕਿ ਅਸੀਂ ਤਾਂ ਜਾ ਕੇ ਉੱਥੇ ਚਲਾਉਣੀਆਂ ਹੀ ਟੈਕਸੀਆਂ ਨੇ, ਅਸੀਂ ਤਾਂ ਜਾ ਕੇ ਚਲਾਉਣੇ ਹੀ ਟਰੱਕ ਹੈਗੇ ਨੇ। ਪਰ ਕੀ ਵਾਈਟ ਕਾਲਰ ਜੌਬ ਵੀ ਸਟੱਡੀ ਤੋਂ ਬਾਅਦ ਉਹ ਕਰ ਸਕਦੇ ਹੈਗੇ ਨੇ, ਤੇ ਕਿਉਂ ਨਹੀਂ ਫਿਰ ਉਹਦੇ ਰਾਹ ਵਾਲੇ ਨੂੰ ਜਾਂਦੇ ਕਿ ਉਹਦੇ ਵਿੱਚ ਇਨਕਮ ਘੱਟ ਹੁੰਦੀ ਹੈ, ਟਰੱਕਿੰਗ ਜਾਂ ਇਹ ਊਬਰ ਵਾਲੇ ਪਾਸਿਆਂ ਨੂੰ ਜ਼ਿਆਦਾ ਪੈਸੇ ਮਿਲਦੇ ਨੇ? ਨਹੀਂ ਜੀ, ਉਹਦੇ ਵਿੱਚ ਦੋ ਚੀਜ਼ਾਂ ਜੀ। ਪਹਿਲੀ ਤਾਂ ਗੱਲ ਇਹ ਹੈ ਜੀ ਕਿ ਜੌਬਸ ਹੈ ਨਹੀਂ ਗੀਆਂ ਜਾਂ ਜੌਬਸ ਮਿਲਦੀਆਂ ਨਹੀਂ, ਇਹ ਨਹੀਂ ਹੈ ਜੌਬਸ। ਦੂਸਰਾ ਮੈਂ ਦੱਸ ਦਿਆਂ ਕਿ ਇਹਦੇ ਵਿੱਚ ਇੱਕ ਨਾ ਰੇਸਿਜ਼ਮ ਵਾਲਾ ਇਸ਼ੂ ਵੀ ਹੈ, ਕਿ ਜੇ ਤੁਸੀਂ ਆਖੋ ਕਿ ਗੋਰਿਆਂ ਨੂੰ ਪ੍ਰੈਫਰੈਂਸ ਮਿਲਦੀ ਹੈ ਜਾਂ ਵਾਈਟ ਬੰਦਾ ਦੇਖ ਕੇ ਉਹਨੂੰ ਰੱਖਿਆ ਜਾਂਦਾ, ਉਹ ਵੀ ਹੈ, ਮੈਂ ਉਹਦੇ ਤੋਂ ਡਿਨਾਈ ਨਹੀਂ ਕਰਦਾ। ਔਰ ਇਸੇ ਕਰਕੇ ਅਸੀਂ ਹਮੇਸ਼ਾ ਇਹ ਕਹਿੰਦੇ ਹੁੰਦੇ ਹਾਂ ਕਿ ਗਵਰਨਮੈਂਟ ਜਿਹੜੀ ਆ ਉਹ ਹੋਣੀ ਚਾਹੀਦੀ ਜਿਹੜੀ ਐਂਟੀ ਰੇਸਿਸਟ ਹੋਵੇ, ਜਿਹੜੀ ਇੱਕ ਐਸੀ ਪਾਲਿਸੀ ਡਿਜ਼ਾਈਨ ਕਰੇ ਕਿ ਸਾਰੇ ਬਰਾਬਰ ਹੋਣ। ਤੇ ਉਹ ਮੈਂ ਇਹ ਸਮਝਦਾ ਜੀ ਕਿ ਦੋਨੋਂ ਚੀਜ਼ਾਂ ਹੀ ਆ, ਕਿ ਕਈ ਵਾਰੀ ਅਸੀਂ ਛੇਤੀ ਸੈਟਲ ਆਪਣੇ ਆਪ ਨੂੰ ਮੰਨ ਲੈਂਦੇ ਹਾਂ ਕਿ ਯਾਰ ਆਹ ਠੀਕ ਹੈ, ਤਾਂ ਫਿਰ ਸਾਨੂੰ ਕੰਫਰਟ ਜ਼ੋਨ ਬਣਾ ਲੈਂਦੇ ਹਾਂ, ਔਰ ਅੱਗੇ ਵਧਣ ਲਈ ਹਮੇਸ਼ਾ ਉਹ ਕੰਫਰਟ ਜ਼ੋਨ ਤੋੜਨੀ ਪੈਂਦੀ ਆ, ਉਹਦੇ 'ਚੋਂ ਨਿਕਲਣਾ ਪੈਂਦਾ। ਸੋ ਸਾਡੇ ਵੱਲੋਂ ਵੀ ਐਫਰਟ ਹੋਣੇ ਚਾਹੀਦੇ ਆ, ਅਤੇ ਪਲੱਸ ਇੱਕ ਸਿਸਟਮ, ਇੱਕ ਓਪਰਚੁਨਿਟੀ ਜਿਹੜੀ ਮਾਰਕੀਟ ਦੇ ਵਿੱਚ, ਜਿਹੜੀ ਸੁਸਾਇਟੀ 'ਚ ਉਹ ਵੀ ਅਵੇਲੇਬਲ ਹੋਣੀ ਚਾਹੀਦੀ ਹੈ ਕਿ ਅਸੀਂ ਐਟਲੀਸਟ ਅਸੀਂ ਆਪਣੇ ਵੱਲੋਂ ਐਫਰਟ ਪਾਈਏ, ਅੱਗੇ ਵੀ ਕੁਛ ਹੋਵੇ। ਇਹ ਨਹੀਂ ਕਿ ਅਸੀਂ ਐਫਰਟ ਪਾ ਰਹੇ ਹਾਂ, ਅੱਗੋਂ ਸਾਡੇ ਲਈ ਬੈਰੀਅਰ ਹੈ ਕਿ ਜੀ ਇਹ ਬਰਾਊਨ ਹੈ, ਇਹ ਬਲੈਕ ਹੈ, ਇਹ ਦੇਖਣ ਦੇ ਵਿੱਚ ਗੋਰਾ ਨਹੀਂ, ਅਤੇ ਇਸ ਕਰਕੇ ਇਹਨੂੰ ਹਾਇਰ ਨਹੀਂ ਕੀਤਾ ਜਾ ਸਕਦਾ, ਇਹਦੇ ਲਈ ਓਪਰਚੁਨਿਟੀ ਅਵੇਲੇਬਲ ਨਾ ਹੋਵੇ। ਸੋ ਰੇਸਿਜ਼ਮ ਦਾ ਵੀ ਇਸ਼ੂ ਹੈ, ਸਾਨੂੰ ਉਹ ਵੀ ਬ੍ਰੇਕ ਕਰਨਾ ਪੈਂਦਾ। ਅਤੇ ਪਲੱਸ ਦੂਸਰਾ ਲੈਂਗੁਏਜ ਬੈਰੀਅਰ ਦਾ ਵੀ ਇਸ਼ੂ ਆ ਜਾਂਦਾ। ਅਤੇ ਤੀਸਰਾ ਇਹ ਹੈ ਕਿ ਸਾਡੀ ਕਈ ਵਾਰੀ ਫੈਮਿਲੀ ਮਜਬੂਰੀ ਵੀ ਹੁੰਦੀ ਕਿ ਅਸੀਂ ਘੱਟ ਐਜੂਕੇਸ਼ਨ ਲੈ ਸਕਦੇ ਹਾਂ, ਫੀਸਾਂ ਜ਼ਿਆਦਾ ਹੁੰਦੀਆਂ, ਅਸੀਂ PR ਲੈਣੀ ਹੁੰਦੀ, ਹੋਰ ਚੀਜ਼ਾਂ ਕਰਨੀਆਂ ਹੁੰਦੀਆਂ, ਅਤੇ ਫਿਰ ਕਈ ਵਾਰੀ ਪਿੱਛੇ ਭੈਣ ਭਰਾ ਹੁੰਦੇ, ਉਹਨਾਂ ਨੂੰ ਵੀ ਬੁਲਾਉਣਾ ਹੁੰਦਾ, ਪੇਰੈਂਟਸ ਨੇ ਉਹਨਾਂ ਨੂੰ ਵੀ ਸਪੋਰਟ ਕਰਨਾ ਹੁੰਦਾ, ਤਾਂ ਉਹ ਇਸ ਲਈ ਕਈ ਵਾਰੀ ਅਸੀਂ ਉੱਥੇ ਵੀ ਸੈਟਲ ਕਰ ਜਾਂਦੇ। ਸੋ ਮੈਂ ਹਮੇਸ਼ਾ ਇਹ ਕਹਿੰਦਾ ਹੁੰਦਾ ਕਿ PR ਬੇਸਿਕਲੀ ਇੱਕ ਕਾਰਡ ਹੈ, ਅਤੇ ਉਹ ਕਾਰਡ ਤੁਹਾਨੂੰ ਕੈਨੇਡਾ 'ਚੋਂ ਬਾਹਰ ਨਹੀਂ ਕੱਢਣ ਦਿੰਦਾ, ਕਿ ਇਹ ਨਹੀਂ ਹੈ ਕਿ ਤੁਹਾਨੂੰ ਔਰ ਇੱਦਾਂ ਵੀ ਹੈਗਾ ਕਿ ਜੇ ਇੱਕ ਵਾਰ ਤੁਸੀਂ ਕੈਨੇਡਾ ਚਲੇ ਗਏ ਤਾਂ ਤੁਸੀਂ ਬਾਹਰ ਆ ਵੀ ਨਹੀਂ ਸਕਦੇ, PR ਤਾਂ ਮਿਲ ਹੀ ਜਾਊਗੀ ਔਖੇ ਸੋ। ਹਾਂ, ਮਤਲਬ ਕੋਈ ਨਾ ਕੋਈ ਹੀਲਾ ਵਸੀਲਾ ਹੋ ਜਾਂਦਾ ਹੈ, ਅਤੇ ਬਸ ਇੰਨਾ ਹੀ ਹੈ PR ਦਾ। ਬਹੁਤ ਸਾਰੇ ਨੌਜਵਾਨ ਜਿਹੜੇ ਇਸ ਵੇਲੇ ਤੁਹਾਨੂੰ ਸੁਣ ਰਹੇ ਹੋਣਗੇ, ਜਿਨ੍ਹਾਂ ਨੇ ਜਾਣਾ ਵੀ ਹੋਊਗਾ, ਤਾਂ ਕੀ ਲੱਗਦਾ ਹੈ ਕਿ ਸਟੱਡੀ ਨੂੰ ਪਹਿਲ ਦੇਣ, PR ਬਾਅਦ ਦੇ ਵਿੱਚ ਰੱਖਣ? ਕਿਉਂਕਿ ਉਹਨਾਂ ਦੇ ਮਾਈਂਡ ਦੇ ਵਿੱਚ PR ਪਹਿਲਾਂ ਹੈਗੀ ਹੈ, ਸਟੱਡੀ ਬਾਅਦ ਦੇ ਵਿੱਚ ਹੈਗੀ ਹੈ। ਹਾਂਜੀ, ਦੇਖੋ ਸਟੱਡੀ ਜਿਹੜੀ ਹੈ ਨਾ, ਉਹ ਆਪਾਂ ਸਟੱਡੀ ਵੀਜ਼ਾ 'ਤੇ ਬਾਹਰ ਜਾ ਰਹੇ ਹਾਂ, ਸਾਡੇ ਕੋਲੇ ਉਹਨਾਂ ਨੇ ਕੰਡੀਸ਼ਨ ਰੱਖੀ ਹੈ ਉੱਥੋਂ ਦੀ ਗਵਰਨਮੈਂਟ ਨੇ ਕਿ ਤੁਸੀਂ 2 ਸਾਲ ਜਾਂ ਸਾਲ ਜਿੰਨਾ ਵੀ ਤੁਹਾਡਾ ਵੀਜ਼ਾ ਹੈ ਜਾਂ ਜਿਹੜਾ ਵੀ ਤੁਹਾਡਾ ਕੋਰਸ ਆ, ਉਸ ਤੋਂ ਪੜ੍ਹੇ ਬਿਨਾਂ ਤੁਸੀਂ ਅੱਗੇ ਨਹੀਂ ਜਾ ਸਕਦੇ। ਤਾਂ ਸਾਡੇ ਕੋਲੇ ਕੋਈ ਆਪਸ਼ਨ ਹੀ ਕੋਈ ਨਹੀਂ, ਤਾਂ ਫਿਰ ਵਾਈ ਨਾਟ ਜਿਹੜਾ ਅਸੀਂ ਪਏ ਹਾਂ, ਜੇ ਇੱਥੇ ਹੁੰਦੇ ਇੱਥੇ ਵੀ ਪੜ੍ਹਦੇ ਹੀ, ਤਾਂ ਫਿਰ ਉਹ ਵੀ ਪੜ੍ਹ ਲੈਣਾ ਚਾਹੀਦਾ। ਔਰ ਦੂਸਰੀ ਗੱਲ ਜਿਹੜੀ ਮੈਨੂੰ ਲੱਗਦੀ ਹੁੰਦੀ ਹੈ ਕਿ ਇਕੱਲੀਆਂ ਜਿਹੜੀਆਂ ਕਿਤਾਬਾਂ ਸਾਨੂੰ ਪੜ੍ਹਾਈਆਂ ਜਾਂਦੀਆਂ, ਇਕੱਲੀਆਂ ਉਹ ਹੀ ਜ਼ਰੂਰੀ ਨਹੀਂ ਹੁੰਦੀਆਂ।
ਹੋਰ ਬਹੁਤ ਸਾਰੀਆਂ ਲਿਟਰੇਚਰ ਹੈ ਦੁਨੀਆ ਦਾ ਜਿਹੜਾ ਸਾਨੂੰ ਪੜ੍ਹਨਾ ਚਾਹੀਦਾ ਹੈ। ਸਾਨੂੰ ਮੈਕਸਿਮ ਗੋਰਕੀ ਵੀ ਪੜ੍ਹਨਾ ਚਾਹੀਦਾ, ਸਾਨੂੰ ਵਾਸ਼ਿੰਗਟਨ ਦੀ ਰੈਵੋਲੂਸ਼ਨ ਵੀ ਦੇਖਣੀ ਚਾਹੀਦੀ, ਫ੍ਰੈਂਚ ਰੈਵੋਲੂਸ਼ਨ ਵੀ ਦੇਖਣੀ ਚਾਹੀਦੀ, ਸਾਨੂੰ ਹੋਰ ਦੇਸ਼ਾਂ ਦਾ ਜਿਹੜਾ ਲਿਟਰੇਚਰ ਹੈ ਉਹ ਵੀ ਪੜ੍ਹਨਾ ਚਾਹੀਦਾ। ਸੋ ਇਸ ਲਈ ਮੈਂ ਇਹ ਸਮਝਦਾ ਜੀ ਕਿ ਕਿਤਾਬਾਂ ਜਿਹੜੀਆਂ ਨਾ, ਹਾਂਜੀ ਬਿਲਕੁਲ, ਮੇਰੇ ਕੋਲ ਘਰੇ ਲਾਇਬ੍ਰੇਰੀ ਹੈ ਔਰ ਮੈਂ ਜਦੋਂ ਵੀ ਕਦੇ ਮੈਨੂੰ ਮੌਕਾ ਮਿਲਦਾ ਤਾਂ ਮੈਂ ਹਮੇਸ਼ਾ ਹੀ ਜਿਹੜੀ ਆਪਣੀ ਬੁੱਕਸ ਦੇ ਨਾਲ ਆਪਣਾ ਟਾਈਮ ਸਪੈਂਡ ਕਰਦਾ। ਔਰ ਜੈਕ ਲੇਟਨ ਦੀ ਰੀਸੈਂਟ ਬੁੱਕ ਸੀ ਸੇਪੀਅੰਸ, ਜਿਹੜੀ ਆ ਯੂਵਲ ਨੋਆ ਹਰਾਰੀ ਦੀ ਬੁੱਕ ਹੈ, ਉਹ ਇਹੋ ਜਿਹੀਆਂ ਕਿਤਾਬਾਂ ਮੇਰੇ ਕੋਲ ਹਮੇਸ਼ਾ ਰਹਿੰਦੀਆਂ। ਸੋ ਮੈਂ ਹਮੇਸ਼ਾ ਇਹ ਕਹਿੰਦਾ ਹੁੰਦਾ ਕਿ ਜ਼ਰੂਰੀ ਨਹੀਂ ਕਿ ਅਸੀਂ ਜੋ ਪੜ੍ਹ ਰਹੇ ਹਾਂ ਉਹ ਹੀ ਪੜ੍ਹਨਾ, ਉਸ ਤੋਂ ਬਿਨਾਂ ਇੱਕ ਕਿਤਾਬ ਆਪਣੇ ਬੈਗ 'ਚ। ਤਾਂ ਪੋਲਿਟਿਕਸ 'ਚ ਇੰਟਰਸਟ ਰਿਹਾ ਹੈ ਤੁਹਾਡਾ ਵੀ? ਹਮੇਸ਼ਾ ਹੀ। ਮੈਂ ਸਿਕਿਉਰਿਟੀ ਦਾ ਜਦੋਂ ਕੰਮ ਕਰਦਾ ਸੀ ਤਾਂ ਮੇਰੇ ਕੋਲ ਇੱਕ ਬੁੱਕ ਹੁੰਦੀ ਸੀ ਅਤੇ ਉੱਥੇ ਜਾ ਕੇ ਮੈਂ ਹਮੇਸ਼ਾ ਆਪਣੀ ਬੁੱਕ। ਕਿਹੜੀ ਬੁੱਕ ਪੜ੍ਹਦੇ ਸੀ ਉਦੋਂ? ਉਸ ਵੇਲੇ ਮੇਰੇ ਕੋਲ ਬੁੱਕ ਹੁੰਦੀ ਸੀਗੀ ਜੀ ਸ਼ੌਕ ਡਾਕਟਰਿਨ, ਅਤੇ ਉਹ ਪੰਜਾਬੀ 'ਚ ਟਰਾਂਸਲੇਟ ਹੋਈ ਸੀ ਸਦਮਾ ਸਿਧਾਂਤ। ਹਾਂਜੀ, ਸੋ ਉਹ ਮੇਰੇ ਕੋਲ ਇੰਗਲਿਸ਼ ਵੀ ਸੀ, ਪੰਜਾਬੀ ਵੀ ਸੀ। ਜਿਹੜੀ ਚੀਜ਼ ਪੰਜਾਬੀ 'ਚ ਨਹੀਂ ਪਤਾ ਲੱਗਦੀ ਸੀ ਉਹ ਮੈਂ ਉੱਧਰੋਂ ਪੜ੍ਹ ਲੈਂਦਾ ਸੀ। ਸੋ ਇਸ ਤਰੀਕੇ ਦੇ ਨਾਲ ਮੈਨੂੰ ਹਮੇਸ਼ਾ ਰਹਿੰਦਾ ਸੀਗਾ ਕਿ ਯਾਰ ਮੈਂ ਹੋਰ ਸਿੱਖਾਂ ਕਿ ਆਸੇ ਪਾਸੇ ਕੈਨੇਡਾ 'ਚ ਕੀ ਚੱਲ ਰਿਹਾ, US ਕੀ ਚੱਲ ਰਿਹਾ, US ਦੀ ਪੋਲੀਟਿਕਸ ਦੇ ਵਿੱਚ ਕੀ ਹੋ ਰਿਹਾ ਹੈ, ਕੈਨੇਡਾ ਦੀ ਪੋਲੀਟਿਕਸ ਦੇ ਵਿੱਚ ਕੀ ਹੋ ਰਿਹਾ, ਸਟੀਫਨ ਹਾਰਪਰ ਕੀ ਕਰ ਰਿਹਾ, ਜਸਟਿਨ ਟਰੂਡੋ ਕੀ ਕਹਿ ਰਿਹਾ, ਟੌਮ ਮਲਕੇਅਰ ਕੀ ਕਹਿ ਰਿਹਾ, ਜੈਕ ਲੇਟਨ ਦਾ ਕੀ ਸਟੈਂਡ ਸੀ, ਜਾਂ ਜਿਹੜੀ ਮੇਰੀ ਆਪਣੀ ਪਾਰਟੀ NDP ਉਹ ਕਿੱਥੋਂ ਬਣੀ, ਕਿੱਥੇ ਆਈ, ਕਿਵੇਂ ਅੱਗੇ ਵਧੀ। ਫਿਰ ਉਹ ਜਿੰਨਾ ਚਿਰ ਤੁਹਾਨੂੰ ਆਪਣਾ ਹੀ ਨਾ ਪਤਾ ਹੋਵੇ ਉਸ ਤੋਂ ਬਿਨਾਂ ਫਿਰ ਪਾਰਟੀਸਪੇਟ ਕਰਨ ਦਾ ਵੀ ਮਜ਼ਾ ਵੀ ਨਹੀਂ ਆਉਂਦਾ ਅਤੇ ਤੁਹਾਨੂੰ ਪਤਾ ਵੀ ਨਹੀਂ ਲੱਗਦਾ। ਅਤੇ ਤੁਹਾਡੀ ਉਹ ਜਿਹੜੀ ਜਦੋਂ ਤੁਸੀਂ ਲੋਕਾਂ ਕੋਲ ਜਾਂਦੇ ਹੋ, ਤੁਹਾਨੂੰ ਸਵਾਲ ਪੁੱਛਦੇ ਆ, ਤੁਹਾਡੇ ਕੋਲ ਜਵਾਬ ਹੀ ਨਾ ਹੋਣ ਤੇ ਤੁਸੀਂ ਉਹਨਾਂ ਨੂੰ ਕਨਵਿੰਸ ਹੀ ਨਾ ਕਰ ਪਾਓ, ਉਹ ਵੀ ਫਿਰ ਪੰਜਾਬ ਪੋਲਿਟਿਕਸ ਵੀ ਇੰਟਰਸਟ ਸੀਗਾ? ਪੰਜਾਬ ਪੋਲੀਟਿਕਸ ਦੇ ਵਿੱਚ ਕਦੇ ਵੀ ਉਹਨਾਂ ਮੈਂ ਪਾਰਟੀਸਪੇਟ ਨਹੀਂ ਕੀਤਾ ਜੀ। ਮੈਂ ਕਦੇ ਵੀ ਮੈਂ ਇੱਥੇ ਵੋਟ ਨਹੀਂ ਪਾਈ। ਜਦੋਂ ਨੂੰ ਮੇਰੀ ਵੋਟ ਬਣਨੀ ਸੀ ਉਦੋਂ ਨੂੰ ਮੈਂ ਚਲਾ ਗਿਆ ਸੀ। ਅੱਛਾ। ਅਤੇ ਇਸ ਲਈ ਮੈਂ ਨੋ ਡਾਊਟ ਜਿਵੇਂ ਫੈਮਿਲੀ ਆ ਜਾਂ ਹੋਰ ਆ, ਮੈਂ ਦੋਸਤ ਮਿੱਤਰ ਆ ਜਾਂ ਉਹ ਪੜ੍ਹਦਾ ਵੀ ਰਹਿੰਦਾ, ਥੋੜ੍ਹਾ ਫੋਲੋ ਵੀ ਕਰਦਾ, ਪਰ ਇੰਨਾ ਕਦੇ ਐਕਟਿਵਲੀ ਪਾਰਟੀਸਪੇਟ ਕਦੇ ਵੀ ਨਹੀਂ ਕੀਤਾ। ਹਾਂਜੀ, ਕਿਉਂਕਿ ਸਟੂਡੈਂਟ ਪੋਲਿਟਿਕਸ ਦੀ ਵੀ ਜੇਕਰ ਆਪਾਂ ਗੱਲ ਕਰਦੇ ਹਾਂ, ਇੱਥੇ ਤਾਂ ਜਿਨ੍ਹਾਂ ਦਾ ਪਰਿਵਾਰ ਪੋਲਿਟਿਕਸ ਦੇ ਵਿੱਚ ਹੁੰਦੇ ਹੋਣ ਤਾਂ ਫਿਰ ਸਟੂਡੈਂਟ ਲਾਈਫ ਤੋਂ ਹੀ ਪੋਲਿਟਿਕਸ ਦੇ ਵਿੱਚ ਇੰਟਰਸਟ ਸ਼ੁਰੂ ਹੋ ਜਾਂਦਾ ਹੈ। ਕਾਲਜ ਦੀਆਂ ਪ੍ਰਧਾਨਗੀਆਂ ਜਾਂ ਸਕੂਲਾਂ ਦੇ ਵਿੱਚ ਵੀ ਅੱਜ ਕੱਲ੍ਹ ਤਾਂ ਪ੍ਰਧਾਨ ਲਾਉਣੇ ਸ਼ੁਰੂ ਕਰ ਦਿੱਤੇ ਹੈਗੇ ਨੇ ਇੱਥੇ ਪੰਜਾਬ ਦੇ ਵਿੱਚ। ਤਾਂ ਉੱਥੇ ਫਿਰ ਕਿਵੇਂ ਸਿਕਿਉਰਿਟੀ ਜੋ ਜੌਬ ਕਰ ਰਹੇ ਸੀ ਉਸ ਤੋਂ ਬਾਅਦ ਫਿਰ ਇੱਧਰਲੇ ਪਾਸੇ ਪੋਲਿਟਿਕਸ ਵਾਲੇ ਪਾਸੇ ਨੂੰ ਆਏ? ਸਿਕਿਉਰਿਟੀ ਜੌਬ ਤਾਂ ਬੇਸਿਕਲੀ ਮੈਂ ਜਦੋਂ ਮੈਂ ਪੜ੍ਹਦਾ ਸੀ ਨਾਲ 20 ਘੰਟੇ, ਹਾਂਜੀ 20 ਘੰਟੇ ਕਰ ਲਈ ਆਪਣੀ ਪੋਕਟ ਮਨੀ ਲਈ ਨਾਲ, ਫਿਰ ਉਸ ਤੋਂ ਬਾਅਦ ਹੋਰ ਜੌਬਸ ਕਰ ਲਈਆਂ। ਸੋ ਉਹ ਟੋਟਲ ਕਿੰਨੀਆਂ ਜੌਬਸ ਕੀਤੀਆਂ? ਤਕਰੀਬਨ 4-5 ਕੀਤੀਆਂ ਹੋਣੀਆਂ ਜੀ। 4-5? ਕਿਹੜੀ ਗੈਸ ਸਟੇਸ਼ਨ? ਗੈਸ ਸਟੇਸ਼ਨ ਹੋ ਗਈ ਇੱਕ, ਵਿੱਚ ਦੀ ਥੋੜ੍ਹਾ ਜਿਹਾ ਡਾਲਰ ਸਟੋਰ 'ਤੇ ਵੀ ਕੀਤਾ, ਇੱਕ ਥੋੜ੍ਹਾ ਜਿਹਾ ਲੀਕਰ ਸਟੋਰ 'ਤੇ ਵੀ ਕੀਤਾ, ਫਿਰ ਇੱਕ ਸਿਕਿਉਰਿਟੀ ਦਾ ਵੀ ਜਿਸ ਤਰ੍ਹਾਂ ਮੈਂ ਦੱਸਿਆ ਉਹ ਵੀ ਕੀਤਾ, ਅਤੇ ਫੋਨ ਵੀ ਵੇਚੇ, ਅਤੇ ਇਸ ਤਰ੍ਹਾਂ ਦੀਆਂ। ਬਸ ਸਭ ਤੋਂ ਹਾਰਡ ਕਿਹੜੀ ਸੀਗੀ? ਸਭ ਤੋਂ ਹਾਰਡ ਤਾਂ ਮੇਰਾ ਖਿਆਲ ਨਾਲ ਨਾ ਜਿਹੜੀ ਸੀ ਉਹ ਗੈਸ ਸਟੇਸ਼ਨ ਦੀ, ਇਸ ਕਰਕੇ ਮੈਨੂੰ ਹਾਰਡ ਨਹੀਂ ਸੀ। ਉਹ ਥੋੜ੍ਹੀ ਇਹ ਸੀ ਕਿ ਜ਼ਿਆਦਾ ਕਸਟਮਰ ਡਰਿਵਨ, ਹਾਂਜੀ ਥੋੜ੍ਹਾ ਇਹ ਸੀ ਕਿ ਕਸਟਮਰ ਇੱਕ ਜਦੋਂ ਰਾਤ ਨੂੰ ਬੰਦ ਹੋ ਜਾਂਦਾ ਸੀ 9-10 ਵਜੇ, ਥੋੜ੍ਹਾ ਟ੍ਰੈਫਿਕ ਸਲੋ ਹੋ ਜਾਣਾ, ਫਿਰ ਥੋੜ੍ਹਾ ਇਹ ਸੀ ਕਿ ਉਹ ਸੇਫਟੀ ਦਾ ਵੀ ਇਸ਼ੂ ਰਹਿੰਦਾ ਉੱਥੇ, ਤੋਂ ਦਰਵਾਜ਼ੇ ਵਗੈਰਾ ਬੰਦ ਕਰਕੇ ਰੱਖਣੇ ਪੈਂਦੇ, ਉਹ ਉਸ ਤਰ੍ਹਾਂ ਦਾ ਥੋੜ੍ਹਾ ਜਿਹਾ ਉਹ ਹੋ ਜਾਂਦਾ ਸੀ। ਅਦਰਵਾਈਜ਼ ਇਹ ਨਹੀਂ ਸੀ ਕਿ ਫਿਜ਼ੀਕਲੀ ਹਾਰਡ ਨਹੀਂ ਸੀ, ਠੀਕ ਸੀ। ਹਾਂਜੀ ਹਾਂ, ਜਿਵੇਂ ਜ਼ਿਕਰ ਕਰ ਰਹੇ ਸੀ ਆਪਾਂ ਕਿ ਸਟੱਡੀ ਦੇ ਨਾਲ ਨਾਲ ਤੁਸੀਂ ਜੌਬ ਕਰ ਰਹੇ ਸੀ, ਔਰ ਪੋਲਿਟਿਕਸ ਵਾਲੇ ਪਾਸੇ ਫਿਰ ਕਿਵੇਂ? ਹਾਂਜੀ, ਸੌਰੀ ਮੈਂ ਤੁਹਾਡਾ ਆਨਸਰ ਕਰਨਾ ਭੁੱਲ ਗਿਆ। ਪੋਲਿਟਿਕਸ ਵਾਲੇ ਪਾਸੇ ਹੋਇਆ ਜੀ ਕਿ ਸਟੂਡੈਂਟ ਯੂਨੀਅਨ ਜਿਹੜੀ ਮੇਰੇ ਕਾਲਜ ਦੀ ਸੀ, ਸਦਰਨ ਅਲਬਰਟਾ ਇੰਸਟੀਚਿਊਟ ਆਫ ਟੈਕਨੋਲੋਜੀ ਸਟੂਡੈਂਟਸ ਐਸੋਸੀਏਸ਼ਨ, SETSA ਉਹਨੂੰ ਕਹਿੰਦੇ ਆ, ਅਤੇ ਉਹਦੇ ਵਿੱਚ ਮੇਰੇ 2-3 ਦੋਸਤ ਮਿੱਤਰ ਸੀ ਜਿਹੜੇ ਉਸ ਵੇਲੇ ਇਨਵੋਲਵਡ ਸੀਗੇ ਪਹਿਲਾਂ ਹੀ। ਉਹਨਾਂ ਨੇ ਮੈਨੂੰ ਦੱਸਿਆ ਕਿ ਫੀਸਿਸ ਇਨਕਰੀਜ਼ ਹੋ ਰਹੀਆਂ, ਅਤੇ ਪ੍ਰੀਮੀਅਰ ਜਿਹੜੇ ਉੱਥੋਂ ਦੇ ਚੀਫ ਮਿਨਿਸਟਰ ਸੀ ਸਾਡੀ ਸਟੇਟ ਦੇ ਉਸ ਵੇਲੇ, ਜਿਮ ਪ੍ਰੈਂਟਿਸ ਕੰਜ਼ਰਵੇਟਿਵ ਦੇ, ਉਹ ਆ ਰਹੇ ਆ, ਉਹ ਦੱਸਣ ਆ ਰਹੇ ਆ ਕਿ ਫੀਸਿਸ ਕਿਉਂ ਵੱਧ ਰਹੀਆਂ। ਅੱਛਾ, ਉਹ ਆਪ ਆਉਂਦੇ ਨੇ ਉੱਥੇ? ਬਿਲਕੁਲ, ਉਹ ਆ ਰਹੇ ਸੀ, ਵਿਜ਼ਿਟ ਕਰ ਰਹੇ ਸੀ। ਇੱਥੇ ਡਾਂਗਾ ਪੈਂਦੀਆਂ ਨੇ ਬਾਈ? ਨਹੀਂ, ਉੱਥੇ ਉਹ ਆ ਰਹੇ ਸੀ ਕਿਉਂਕਿ ਉਸ ਟਾਈਮ ਇਲੈਕਸ਼ਨ ਵੀ ਸੀ, ਅਤੇ ਉਹਨਾਂ ਨੂੰ ਇਹ ਵੀ ਸੀ ਕਿ ਮੈਂ ਕਨਵਿੰਸ ਕਰਾਂ ਸਟੂਡੈਂਟਸ ਨੂੰ ਜਾ ਕੇ, ਕਿਉਂਕਿ ਸਟੂਡੈਂਟਸ ਦਾ ਬਹੁਤ ਜ਼ਿਆਦਾ ਇੱਕ ਰੈਜ਼ਿਸਟੈਂਸ ਸਟਾਰਟ ਹੋ ਗਈ ਸੀ ਕਿ ਵੱਡੀਆਂ ਕਾਰਪੋਰੇਸ਼ਨਸ ਨੂੰ ਤੁਸੀਂ ਕੁਛ ਨਹੀਂ ਕਹਿ ਰਹੇ ਅਤੇ ਆਮ ਲੋਕਾਂ 'ਤੇ ਤੁਸੀਂ ਬੋਝ ਪਾ ਰਹੇ ਹੋ। ਅਤੇ ਉਸ ਵੇਲੇ ਫਿਰ ਮੈਂ ਉਹ ਇਨਵੋਲਵ ਹੋ ਗਿਆ ਉੱਥੇ ਸਟੂਡੈਂਟਸ ਦੇ ਨਾਲ ਥੋੜ੍ਹਾ ਪ੍ਰੋਟੈਸਟ ਹੋਇਆ, ਉਹਦੇ ਵਿੱਚ ਖੜੇ, ਉਹਦੇ ਵਿੱਚ ਪਾਰਟੀਸਪੇਟ ਕੀਤਾ। ਅਤੇ ਫਿਰ ਸਟੂਡੈਂਟ ਯੂਨੀਅਨ ਦੀ ਉਸ ਤੋਂ ਅਗਲੇ ਸਾਲ ਜਿਹੜੀ ਇਲੈਕਸ਼ਨ ਸੀ, ਉਹਦੇ ਵਿੱਚ ਫਿਰ ਮੈਨੂੰ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਇੱਥੇ ਇਲੈਕਸ਼ਨ ਹੁੰਦੀ, ਕਿਸ ਤਰ੍ਹਾਂ ਡੈਮੋਕ੍ਰੇਸੀ ਕੰਮ ਕਰਦੀ, ਕਿਸ ਤਰ੍ਹਾਂ ਪਾਰਟੀਸਪੇਸ਼ਨ ਤੁਸੀਂ ਕਰ ਸਕਦੇ ਹੋ। ਅਤੇ ਉਹ ਫਿਰ ਮੈਂ ਸਟੂਡੈਂਟਸ ਕੋਲ ਜਾ ਕੇ ਆਪਣਾ ਨਾਮ ਦੱਸਿਆ, ਆਪਣੇ ਬਾਰੇ ਦੱਸਿਆ, ਅਤੇ ਸਟੂਡੈਂਟਸ ਨੇ ਮੈਨੂੰ ਵੋਟ ਪਾਈ, ਅਤੇ ਉਸ ਵੇਲੇ ਮੈਂ ਇੱਕ ਵੋਟ 'ਤੇ ਜਿੱਤਿਆ ਸੀ। ਅਤੇ ਫਿਰ ਇੱਕ ਸਾਲ ਫਿਰ ਮੈਨੂੰ ਉੱਥੇ। ਤੁਹਾਡੇ ਅਗੇਂਸਟ ਕੌਣ ਖੜਾ ਹੋਇਆ ਸੀ ਉੱਥੇ? ਜਿਹੜੇ ਜੀ ਉਹ 10-12 ਜਾਣੇ ਖੜੇ ਸੀ, ਔਰ 10-12 ਜਾਣਿਆਂ 'ਚੋਂ ਟਾਪ 5-6 ਉਹ ਚੁਣ ਲੈਂਦੇ ਸੀ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਵੋਟਾਂ ਪੈਂਦੀਆਂ ਸੀ। ਸੋ ਇਸ ਲਈ ਉਹ ਬੋਡੀ ਬਣ ਜਾਂਦੀ ਸੀ, ਇੱਕੋ ਟਾਈਮ ਇਲੈਕਸ਼ਨ ਹੋ ਗਈ ਸਾਰਿਆਂ ਦੀ, ਅਤੇ ਉਹ ਇੱਕ ਬੋਰਡ ਆਫ ਡਾਇਰੈਕਟਰਸ ਦੀ ਬੋਡੀ ਬਣ ਜਾਂਦੀ ਸੀ, ਅਤੇ ਉਹਦੇ ਵਿੱਚ ਫਿਰ ਕੰਮ ਕਰਨ ਦਾ ਮੌਕਾ ਮਿਲਿਆ। ਅਤੇ ਉਸ ਵੇਲੇ ਉਹ
ਪੀਸੀ ਗਵਰਨਮੈਂਟ ਚਲੀ ਗਈ, ਐਨਡੀਪੀ ਦੀ ਗਵਰਨਮੈਂਟ 44 ਇਅਰਸ ਬਾਅਦ ਆਈ ਤੇ ਉਹ ਵੀ ਨਵੀਂ ਗਵਰਨਮੈਂਟ ਸੀ, ਮੈਂ ਵੀ ਨਵਾਂ ਸੀ ਤੇ ਫਿਰ ਸਾਨੂੰ ਰਲ ਮਿਲ ਕੇ ਥੋੜਾ ਉਹਨਾਂ ਦੇ ਨਾਲ ਕੰਮ ਕੀਤਾ। ਸਟੂਡੈਂਟਸ ਯੂਨੀਅਨ ਦੀ ਜਿਹੜੀ ਫੀਸ ਸੀਗੀ, ਜਿਹੜੀ ਸਟੂਡੈਂਟਸ ਦੀ ਐਕੈਡੈਮਿਕ ਫੀਸ ਸੀ, ਟਿਊਸ਼ਨ ਫੀਸ, ਉਹ ਕੈਪ ਕਰਵਾਈ ਫਿਰ ਅਸੀਂ, ਕਟਵਾਤੀ ਸੀ। ਉਹ 4 ਸਾਲ ਕੈਪ ਰਹੀ ਐਨਡੀਪੀ ਦੀ ਗਵਰਨਮੈਂਟ ਵੇਲੇ। ਨੋ ਡਾਊਟ ਦ ਮੋਰ ਕ੍ਰੈਡਿਟ ਗੋਸ ਟੂ ਦੀ ਐਨਡੀਪੀ। ਤੇ ਉਹਨਾਂ ਦੇ ਕੋਲ ਹਰ ਇੱਕ ਸਿਆਸਤਦਾਨ ਵਾਂਗੂ ਤੁਸੀਂ ਵੀ ਉਹੀ ਬਿਆਨ ਦੇ ਰਹੇ ਹੋ ਕਿ ਐਨਡੀਪੀ ਨੂੰ ਕ੍ਰੈਡਿਟ ਜਾਂਦਾ, ਬਾਕੀ ਵੀ ਬਣਦਾ ਵੀ ਹੈ। ਉਹਨਾਂ ਦਾ ਪਲੇਟਫਾਰਮ ਦਾ ਇੱਕ ਪ੍ਰੋਮਿਸ ਸੀ ਕਿ ਜੇ ਉਹਨਾਂ ਦੀ ਗਵਰਨਮੈਂਟ ਆਈ ਤੇ ਉਹ ਕੈਪ ਕਰਨਗੇ। ਸੋ ਇੱਥੇ ਦੇਖੇ ਨੇ ਧਰਨੇ ਲੱਗਦੇ ਹੋਏ, ਫੀਸਾਂ ਵਾਲੇ ਦੇਖੇ ਨੇ ਤਸਵੀਰਾਂ? ਨਹੀਂ, ਤਸਵੀਰਾਂ ਹੀ ਦੇਖੀਆਂ ਜੀ। ਇੱਕ ਵਾਰੀ ਮੈਨੂੰ ਯਾਦ ਹੈ, ਮੈਂ ਸ਼ਾਇਦ ਹਿੰਦੁਸਤਾਨ ਟਾਈਮਜ਼ ਦੇ ਵਿੱਚ ਖਬਰ ਦੇਖੀ ਸੀ ਜਦੋਂ ਪੀਯੂ ਦੇ ਵਿੱਚ ਸੈਨੇਟ ਦੀਆਂ ਚੋਣਾਂ ਨੂੰ ਲੈ ਕੇ ਨਹੀਂ, ਫੀਸ ਇਨਕਰੀਜ਼ ਦਾ ਇੱਕ ਇਸ਼ੂ ਹੋਇਆ ਸੀ ਜਦੋਂ ਪੁਲਿਸ, ਉਦੋਂ ਵੀ ਲਾਠੀ ਲੂਠੀ ਚਾਰਜ ਹੋ ਗਿਆ ਸੀਗਾ। ਹਾਂਜੀ। ਸੋ ਉਦੋਂ ਦੇਖਿਆ ਸੀਗਾ ਜੀ। ਹਾਂਜੀ, ਉਰੇ ਤਾਂ ਮਤਲਬ ਧਰਨੇ ਵੀ ਲਾਉਣੇ ਪੈਂਦੇ ਨੇ, ਹਾਲਾਂਕਿ ਉੱਥੇ ਵੀ ਲਗਾਏ, ਪਰ ਉੱਥੇ ਮੈਨੂੰ ਬੜੀ ਇਹ ਅਜੀਬ ਗੱਲ ਲੱਗੀ ਕਿ ਉੱਥੇ ਦੇ ਜਿਹੜੇ ਪੀਐਮ ਸੀਗੇ ਉਹਨਾਂ ਨੇ ਆ ਕੇ ਗੱਲਬਾਤ ਕੀਤੀ। ਹਾਂਜੀ, ਜਿਹੜੇ ਪ੍ਰੀਮੀਅਰ ਸੀਗੇ ਜਿਮ ਪ੍ਰੈਂਟਿਸ, ਉਹ ਆਏ ਸੀ, ਆਪਣੀ ਹਲੇ ਹਰੇਕ ਇੰਸਟੀਟਿਊਸ਼ਨਸ 'ਤੇ ਜਾ ਰਹੇ ਸੀ ਤੇ ਬਟ ਸਟੂਡੈਂਟਸ ਰਜਿਸਟ ਕਰ ਰਹੇ ਸੀ ਕਿ ਨਹੀਂ, ਅਸੀਂ ਡਾਇਲੋਗ ਨਹੀਂ ਕਰਨਾ ਕਿਉਂਕਿ ਆਪਸ਼ਨ ਇਹ ਹੈ ਕਿ ਤੁਸੀਂ ਪੈਸੇ ਕਿਤੋਂ ਹੋਰ ਲਿਆ ਸਕਦੇ ਹੋ। ਸਟੂਡੈਂਟਸ ਦੇ ਉੱਤੇ ਬੋਝ ਪਾਉਣ ਦਾ ਕੋਈ ਸੈਂਸ ਨਹੀਂ ਬਣਦੀ। ਤੇ ਉਸ ਤੋਂ ਬਾਅਦ ਫਿਰ ਕਿਵੇਂ ਅੱਗੇ ਜ਼ਿੰਦਗੀ ਕਿਵੇਂ ਚੱਲਦੀ? ਉਸ ਤੋਂ ਬਾਅਦ ਇਹ ਹੋਇਆ ਜੀ ਕਿ ਸਟੂਡੈਂਟ ਨਾਲ ਤੁਹਾਡੀ ਜ਼ਿੰਦਗੀ ਬਾਰੇ ਵੀ ਦੱਸ ਦਿਓ। ਸਟੂਡੈਂਟ ਯੂਨੀਅਨ ਤੋਂ ਬਾਅਦ ਫਿਰ ਇਹ ਹੋਇਆ ਕਿ ਮੈਂ ਥੋੜ੍ਹਾ ਇਹ ਸੀ ਕਿ ਮੈਂ PR ਵੀ ਲੈਣੀ ਸੀ, ਮੈਂ ਜੌਬ ਵੀ ਕਰਨੀ ਸੀ ਤੇ ਫਿਰ ਮੈਂ ਜੌਬ ਕਰਨ ਲੱਗ ਗਿਆ। ਮੈਂ ਕਾਲਜ ਦੇ ਵਿੱਚ ਪੜ੍ਹਾਉਣ ਲੱਗ ਗਿਆ। ਪਹਿਲਾਂ ਇੱਕ ਪ੍ਰਾਈਵੇਟ ਕਾਲਜ ਸੀ, ਉਸ ਤੋਂ ਬਾਅਦ ਫਿਰ ਮੈਂ ਗਵਰਨਮੈਂਟ ਜਿਹੜੇ ਫੰਡਡ ਕਾਲਜ ਹੁੰਦੇ ਆ, ਪਬਲਿਕਲੀ ਫੰਡਡ, ਉਹਨਾਂ ਦੇ ਵਿੱਚ ਜੌਬ ਸਟਾਰਟ ਕੀਤੀ। ਪਹਿਲਾਂ ਓਲਡਸ ਕਾਲਜ, ਫਿਰ ਬੋ ਵੈਲੀ, ਫਿਰ ਵਾਪਸ ਓਲਡਸ, ਫਿਰ ਥੋੜ੍ਹਾ ਟਾਈਮ ਸੇਟ ਵੀ ਪੜ੍ਹਾਇਆ। ਇਕਨੋਮਿਕਸ ਤੇ ਬਿਜ਼ਨਸ, ਹਾਂਜੀ, ਬਿਜ਼ਨਸ ਦੇ ਕੋਰਸ ਜਿਹੜੇ ਅਲੱਗ-ਅਲੱਗ ਮੈਨੇਜਮੈਂਟ ਦੇ, ਪ੍ਰੋਜੈਕਟ ਮੈਨੇਜਮੈਂਟ, ਫਾਈਨੈਂਸ਼ੀਅਲ ਅਕਾਊਂਟਿੰਗ, ਸੋ ਇਹ ਕੋਰਸ ਜਿਹੜੀ ਮੈਂ ਪੜ੍ਹਾਈ ਕੀਤੀ ਸੀ। ਨਾਲ ਫਿਰ ਮੈਂ ਆਪਣੀ ਮਾਸਟਰਸ ਡਿਗਰੀ ਵੀ ਸ਼ੁਰੂ ਕੀਤੀ ਅਤੇ ਉਹ ਫਿਰ ਮੈਂ ਯੂਨੀਵਰਸਿਟੀ ਆਫ ਲੰਡਨ ਤੋਂ ਕੀਤੀ ਅਤੇ ਉਹ ਸੋ ਪੜ੍ਹਾਈ ਪਲੱਸ ਪੜ੍ਹਾਉਣਾ ਪਲੱਸ ਥੋੜ੍ਹਾ ਬਹੁਤ ਜਿਹੜਾ ਇਨਵੋਲਵਡ ਰਹੇ ਮੈਂ ਪਾਰਟੀ ਦੇ ਨਾਲ, ਐਨਡੀਪੀ ਦੇ ਨਾਲ। ਉਹ ਇਹ ਸੀ ਕਿ ਵਾਲੰਟਰਲੀ ਮੈਂ ਕੰਮ ਕਰਦਾ ਸੀ ਉਹਨਾਂ ਦੇ ਨਾਲ। ਕਦੇ ਡੋਰ ਨੌਕਿੰਗ ਲਈ ਚਲੇ ਗਏ, ਕਦੇ ਕੋਈ ਐਸੋਸੀਏਸ਼ਨ ਬਣੀ ਉਹਦੇ ਵਿੱਚ ਪਾਰਟੀਸਪੇਟ ਕੀਤਾ ਅਤੇ ਫਿਰ ਜਦੋਂ ਥੋੜ੍ਹਾ PR ਵਗੈਰਾ ਹੋਈ, ਫਿਰ ਇਹ ਹੋਇਆ ਕਿ ਹੁਣ ਥੋੜ੍ਹਾ ਐਕਟਿਵਲੀ ਪਾਰਟੀਸਪੇਟ ਕਰਨਾ। ਫਿਰ ਉੱਥੋਂ ਦਾ ਇੱਕ ਯੂਥ ਕਾਕਸ ਹੈ, ਯੂਥ ਵਿੰਗ ਪਾਰਟੀ ਦਾ, ਉਹਦਾ ਪਹਿਲਾਂ ਮੈਂ ਟਰੈਜਰਰ ਰਿਹਾ। ਫਿਰ ਮੈਂ ਉਸ ਤੋਂ ਬਾਅਦ ਅਨਅਪੋਜ਼ਡ ਮੈਂ ਕੋ-ਚੇਅਰ ਰਿਹਾ ਔਰ ਕੋ-ਚੇਅਰ ਬਣ ਕੇ ਮੈਨੂੰ ਮੌਕਾ ਮਿਲਿਆ ਪਾਰਟੀ ਦੇ ਐਗਜ਼ੈਕਟਿਵ 'ਤੇ ਕੰਮ ਕਰਨ ਦਾ। ਫਿਰ ਪਾਰਟੀ ਦੀ ਫੰਕਸ਼ਨਿੰਗ ਦਾ ਪਤਾ ਲੱਗਿਆ, ਫਿਰ ਉਹ ਸਿੱਖਿਆ, ਉਹ ਪਤਾ ਲੱਗਿਆ ਕਿ ਕਿਸ ਤਰ੍ਹਾਂ ਫੰਕਸ਼ਨਿੰਗ ਪ੍ਰੋਪਰ ਹੁੰਦੀ ਹੈ, ਕਿਸ ਤਰ੍ਹਾਂ ਪਾਰਟੀ ਕੰਮ ਕਰਦੀ ਹੈ। ਉਹ ਸਿੱਖਣ ਤੋਂ ਬਾਅਦ ਫਿਰ ਮੈਨੂੰ ਜੌਬ ਮਿਲੀ ਮਿਨਿਸਟਰ ਆਫ ਕਲਚਰ ਐਂਡ ਟੂਰਿਜ਼ਮ ਰਿਕਾਰਡੋ ਮਿਰਾਂਡਾ ਦੇ ਨਾਲ। ਉਹ ਜੌਬ ਕੀਤੀ, ਉੱਥੇ ਪਤਾ ਲੱਗਿਆ ਕੰਸਟੀਚੁਐਂਸੀ ਦੇ ਵਿੱਚ ਲੋਕਾਂ ਦੇ ਨਾਲ ਕੰਮ ਕਰਕੇ ਕਿ ਲੋਕਾਂ ਦੇ ਕੀ ਇਸ਼ੂ ਹੈ, ਕਿਸ ਤਰੀਕੇ ਦੇ ਨਾਲ ਹੈਂਡਲ ਕੀਤੇ ਜਾ ਸਕਦੇ ਆ, ਕਿਹੜੇ ਇਸ਼ੂ ਨੂੰ ਕਿਹੜੀ ਮਿਨਿਸਟਰੀ ਵੱਲ ਡਾਇਰੈਕਟ ਕਰਨਾ ਅਤੇ ਮਿਨਿਸਟਰੀ ਦੇ ਵਿੱਚ ਕਿਹੜੇ ਬੰਦੇ ਨੂੰ ਕਾਲ ਕਰਨੀ ਕਿ ਤੁਸੀਂ ਇਹਦੀ ਹੈਲਪ ਕਰੋ, ਜਾਂ ਈਮੇਲਸ ਵਗੈਰਾ ਕਰਨੀਆਂ, ਕੰਟੈਕਟ ਲੋਕਾਂ ਦਾ ਬਣਾਉਣਾ ਗਵਰਨਮੈਂਟ ਦੇ ਨਾਲ। ਅਤੇ ਫਿਰ ਜਦੋਂ ਸਾਡੀ ਗਵਰਨਮੈਂਟ 2019 'ਚ ਚਲੀ ਗਈ ਤਾਂ ਉਸ ਤੋਂ ਬਾਅਦ ਫਿਰ ਮੈਨੂੰ ਮੌਕਾ ਮਿਲਿਆ, ਸਾਡੇ ਜਿਹੜੇ ਲੀਡਰ ਹੈ ਰੇਚਲ ਨੋਟਲੀ, ਉਹਨਾਂ ਦੇ ਨਾਲ ਮੈਂ ਉਹਨਾਂ ਦੇ ਸਟਾਫ 'ਤੇ ਕੰਮ ਕੀਤਾ। ਉਹ ਐਜ਼ ਏ ਕਮਿਊਨਿਟੀ ਐਂਡ ਪਬਲਿਕ ਇੰਗੇਜਮੈਂਟ ਆਫਿਸਰ, ਅਤੇ ਉਹ ਸਾਰਾ ਪੰਜਾਬੀ ਕਮਿਊਨਿਟੀ ਦੇ ਵਿੱਚ ਬੇਸਡ ਕੰਮ ਸੀ। ਮੀਡੀਆ ਹੈਂਡਲਿੰਗ ਦਾ ਕੰਮ ਸੀ ਕਿ ਮੀਡੀਆ ਦੇ ਨਾਲ ਕੰਟੈਕਟ ਕਿਸ ਤਰ੍ਹਾਂ ਲੀਡਰ ਦਾ ਬਣਾਇਆ ਜਾਵੇ, ਕਿਸ ਤਰ੍ਹਾਂ ਲੋਕਾਂ ਜਿਹੜੀ ਸਾਡੀ ਪਾਰਟੀ ਦੇ ਇਸ਼ੂਜ਼ ਆ ਉਹ ਲੋਕਾਂ ਤੱਕ ਪਹੁੰਚਾਏ ਜਾਣ, ਅਤੇ ਉਹਨਾਂ ਦੇ ਨਾਲ ਕੰਮ ਕੀਤਾ। ਅਤੇ ਸੋ ਇਸ ਤਰੀਕੇ ਦੇ ਨਾਲ ਚੱਲਦੇ ਫਿਰ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਵਰਕਰ ਦਾ ਮੁੱਲ ਪਿਆ ਹੈਗਾ। ਹਾਂਜੀ, ਬਿਲਕੁਲ। ਮੈਂ ਇਹ ਸਮਝਦਾ ਕਿ ਇੱਕ ਓਨੈਸਟਲੀ ਦੱਸਾਂ ਕਿ ਕਦੇ ਵੀ ਇਹ ਨਹੀਂ ਹੋਇਆ ਕਿ ਮੈਂ ਇੱਕ ਨਿੱਕਾ ਪੈਸਾ ਵੀ ਪਾਰਟੀ ਨੂੰ ਦਿੱਤਾ ਹੋਵੇ ਕਿ ਤੁਸੀਂ ਮੈਨੂੰ ਅੱਗੇ ਕਰੋ। ਕਦੇ ਇੱਕ ਨਿੱਕੀ ਸਿਫਾਰਿਸ਼ ਵੀ ਹੋਈ ਹੋਵੇ ਕਿ ਤੁਸੀਂ ਮੈਨੂੰ ਅੱਗੇ ਕਰੋ। ਮੇਰੇ ਤਾਇਆ ਜੀ ਨੇ 2019 ਦੇ ਵਿੱਚ ਇਲੈਕਸ਼ਨ ਲੜੀ ਸੀ ਅਤੇ ਉਹਨਾਂ ਦੀ ਕੈਂਪੇਨ ਦੇ ਵਿੱਚ ਮੈਂ ਵਾਲੰਟੀਅਰ ਕੰਮ ਕੀਤਾ ਸੀ ਅਤੇ ਉਹਨਾਂ ਦੀ ਹੈਲਪ ਕੀਤੀ, ਉਹਨਾਂ ਦੀ ਸਪੋਰਟ ਕੀਤੀ। ਅਤੇ ਇਸ ਤਰੀਕੇ ਦੇ ਨਾਲ ਚੱਲਦੇ ਜਿਹੜਾ ਨਾ ਉਹ ਉਹਨਾਂ ਦੇ ਨਾਲ ਵੀ ਕੰਟੈਕਟ ਬਣਿਆ, ਉਹਨਾਂ ਨੂੰ ਵੀ ਲੱਗਿਆ ਕਿ ਠੀਕ ਤਰੀਕੇ ਨਾਲ ਕੰਮ ਕਰ ਰਿਹਾ। ਅਤੇ ਬਹੁਤ ਇਹ ਵੀ ਕਹਿੰਦੇ ਹੋਣਗੇ ਪਰਿਵਾਰ ਦੇ ਵਿੱਚ ਹੀ ਟਿਕਟ ਦੇਤੀ? ਨਹੀਂ ਜੀ, ਇਸ ਤਰ੍ਹਾਂ ਨਹੀਂ ਹੁੰਦਾ। ਈਵਨ ਜਦੋਂ ਤਾਇਆ ਜੀ ਨੇ ਇਲੈਕਸ਼ਨ ਲੜੀ ਸੀ ਉਦੋਂ ਉਸ ਤੋਂ ਪਹਿਲਾਂ ਉਹਨਾਂ ਨੂੰ ਜਿਹੜੀ ਟਿਕਟ ਮਿਲੀ, ਉਸ ਤੋਂ ਪਹਿਲਾਂ ਨੋਮੀਨੇਸ਼ਨ ਹੋਈ। ਨੋਮੀਨੇਸ਼ਨ ਦੀ ਇਲੈਕਸ਼ਨ ਹੋਈ ਵਿਦਇਨ ਪਾਰਟੀ ਅਤੇ ਪਾਰਟੀ ਮੈਂਬਰਸ ਨੇ ਵੋਟਿੰਗ ਕੀਤੀ। ਅਤੇ ਇਸ ਵਾਰੀ ਵੀ ਜਦੋਂ ਮੈਨੂੰ ਵੀ ਉਹਨਾਂ ਨੇ, ਜਦੋਂ ਮੈਂ ਆਪਣਾ ਨਾਮ ਅੱਗੇ ਕੀਤਾ ਤਾਂ ਮੈਂ ਆਪਣੇ ਪੇਪਰ ਫਾਈਲ ਕੀਤੇ, ਉਹਨਾਂ ਨੇ ਮੇਰੀ ਵੈਟਿੰਗ ਕੀਤੀ, ਉਹਨਾਂ ਨੇ ਪੂਰੀ ਮੇਰੀ ਡੀਟੇਲ ਚੈੱਕ ਕੀਤਾ ਅਤੇ ਪਲੱਸ ਉਹਨਾਂ ਨੇ ਉਸ ਤੋਂ ਬਾਅਦ ਨੋਟਿਸ ਵੀ ਲਾਇਆ ਕਿ 30 ਦਿਨਾਂ ਦਾ ਟਾਈਮ ਹੈ ਅਤੇ 30 ਦਿਨਾਂ 'ਚੋਂ 21 ਦਿਨਾਂ ਦਾ ਟਾਈਮ ਹੈ ਕਿ ਜੇ ਕੋਈ ਹੋਰ
ਬੰਦਾ ਜਾਂ ਕੋਈ ਵੀ ਨੋਮੀਨੇਸ਼ਨ ਦੇ ਵਿੱਚ ਆਉਣਾ ਚਾਹੁੰਦਾ ਤਾਂ ਉਹਦੇ ਲਈ ਓਪਨ ਸੀ। ਸੋ ਇੱਕ ਪਬਲਿਕ ਇਹ ਸਾਡੀ ਪਾਰਟੀ ਦਾ ਕੰਸਟੀਟਿਊਸ਼ਨ ਹੈ। ਸੋ ਇਹ ਕਦੇ ਵੀ ਨਹੀਂ ਹੋਇਆ ਕਿ ਇੱਕ ਬੰਦਾ ਬੰਦ ਕਮਰੇ ਦੇ ਵਿੱਚ ਟਿਕਟਾਂ ਵੰਡ ਰਿਹਾ। ਕੰਪਲੀਟਲੀ ਓਪਨ, ਕੰਪਲੀਟਲੀ ਪਬਲਿਕ, ਅਤੇ ਕੋਈ ਵੀ ਜਿਸ ਕਿਸੇ ਨੇ ਵੀ ਖੜਨਾ ਕੋਈ ਚਾਹੁੰਦਾ ਸੀ ਤਾਂ 21 ਦਿਨਾਂ ਦਾ ਟਾਈਮ ਸੀ। 21 ਦਿਨਾਂ ਤੋਂ ਬਾਅਦ ਮੈਂ ਅਨਾਊਂਸ ਕੀਤਾ ਅਤੇ ਉਸ ਤੋਂ ਬਾਅਦ ਮੈਂ ਦੱਸਿਆ ਕਿ 21 ਦਿਨ ਜਿਹੜੇ ਆ ਉਸ ਤੋਂ ਪੂਰੇ ਹੋ ਗਏ, ਫਿਰ ਮੈਂ ਅਨਾਊਂਸ ਕਰ ਸਕਦਾ ਸੀ। ਉਸ ਤੋਂ ਪਹਿਲਾਂ ਮੈਂ ਲੀਗਲੀ ਅਨਾਊਂਸ। ਅੱਛਾ, ਇੱਦਾਂ ਨਹੀਂ ਹੁੰਦਾ ਜਿਵੇਂ ਪੰਜਾਬ ਦੇ ਵਿੱਚ ਤਾਂ ਹਾਈ ਕਮਾਂਡ ਜਿਹੜੀ ਦਿੱਲੀ ਬੈਠੀ ਹੁੰਦੀ ਹੈ ਉਹ ਲੈਟਰ ਹੈਡ ਦੇ ਉੱਤੇ ਟਿਕਟਾਂ ਦਿੰਦੀ ਹੈ, ਔਰ ਜਿਨ੍ਹਾਂ ਦੀ ਕੱਟ ਜਾਂਦੀ ਹੈ ਉਹਨਾਂ ਨੂੰ ਉਦੋਂ ਹੀ ਸ਼ੌਕ ਲੱਗਦਾ ਹੁੰਦਾ ਹੈ, ਜਿਨ੍ਹਾਂ ਨੂੰ ਮਿਲ ਜਾਂਦੀ ਹੈ ਉਹਨਾਂ ਦੇ ਤਾਂ ਵੈਸੇ ਵੀ ਚਿਹਰੇ ਦੇ ਉੱਤੇ ਫਿਰ ਖੁਸ਼ੀਆਂ ਹੁੰਦੀਆਂ ਨੇ। ਤੁਹਾਡੇ ਹਿਸਾਬ ਇੱਥੇ ਡਿਫਰੈਂਟ ਹੈਗਾ? ਬਿਲਕੁਲ ਵੀ ਇਸ ਤਰ੍ਹਾਂ ਨਹੀਂ ਸੀ, ਬਿਲਕੁਲ ਓਪਨ ਟੂ ਪਬਲਿਕ ਸੀ। ਪਾਰਟੀ ਮੈਂਬਰਸ ਉਹ ਡੈਫੀਨੇਟਲੀ, ਕਿਉਂਕਿ ਜੇ ਪਾਰਟੀ ਦੇ ਤੁਸੀਂ ਨੋਮੀਨੇਟ ਕੈਂਡੀਡੇਟ ਬਣਨਾ ਤਾਂ ਪਾਰਟੀ ਦੇ ਮੈਂਬਰ ਹੋਣਾ ਚਾਹੀਦਾ। ਹੋਰ 2-3 ਕੰਡੀਸ਼ਨਸ ਹੈਗੀਆਂ, ਉਹ ਮੀਟ ਕਰਕੇ ਤੁਸੀਂ ਨੋਮੀਨੇਸ਼ਨ ਦੇ ਵਿੱਚ ਆਪਣਾ ਨਾਮ ਅੱਗੇ ਕਰ ਸਕਦੇ ਹੋ। ਔਰ ਜੇ ਕੋਈ ਆ ਜਾਂਦਾ ਤਾਂ ਮੇਰੀ ਵੀ ਇਲੈਕਸ਼ਨ ਹੋਣੀ ਸੀ। ਕਿੰਨੇ ਡਿਫਰੈਂਟ ਕਿੰਨੀਆਂ ਹੈਗੀਆਂ ਨੇ ਪੰਜਾਬ ਔਰ ਵੈਸੇ ਇੰਡੀਆ ਦੀਆਂ ਇਲੈਕਸ਼ਨਸ ਔਰ ਕੈਨੇਡਾ ਦੀਆਂ ਇਲੈਕਸ਼ਨਸ? ਕਿੰਨਾ ਤੁਹਾਨੂੰ ਅੰਤਰ ਨਜ਼ਰ ਆਉਂਦਾ? 2-3 ਗੱਲਾਂ ਤੁਸੀਂ ਜਿਵੇਂ ਦੱਸਿਆ ਕਿ ਮੈਨੂੰ ਟਿਕਟ ਵਾਸਤੇ ਕੋਈ ਪੈਸਾ ਨਹੀਂ ਦੇਣਾ ਪਿਆ। ਉਰੇ ਤਾਂ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਜਿਹੜੀਆਂ ਪਾਰਟੀਆਂ ਹੈਗੀਆਂ ਨੇ, ਹਾਈ ਕਮਾਂਡ ਜਿਹੜੀ ਹੈਗੀ ਆ ਉਹ ਵੱਡਾ ਪੈਸਾ ਲੈਂਦੀ ਹੈ ਔਰ ਉਸ ਤੋਂ ਬਾਅਦ ਟਿਕਟਾਂ ਵੀ ਉਹਨਾਂ ਨੇ ਫਾਈਨਲ ਕਰਨੀਆਂ ਹੁੰਦੀਆਂ। ਤੁਸੀਂ ਕਿਹਾ ਕਿ ਉੱਥੇ ਟਿਕਟਾਂ ਵੀ ਜਿਹੜੀਆਂ ਹੈਗੀਆਂ ਨੇ ਐਵੇਂ ਫਾਈਨਲ ਨਹੀਂ ਹੁੰਦੀਆਂ। ਨਹੀਂ ਜੀ, ਇਸ ਤਰ੍ਹਾਂ ਮੈਂ ਕਦੇ ਵੀ ਨਹੀਂ ਦੇਖਿਆ ਕਿ ਇਸ ਤਰ੍ਹਾਂ ਕਿਸੇ ਨੂੰ ਟਿਕਟ ਮਿਲਦੀ ਹੋਵੇ ਜਾਂ ਕਿਸੇ ਨੂੰ ਕੈਂਡੀਡੇਟ ਬਣਾਇਆ ਜਾਂਦਾ ਹੋਵੇ। ਦੂਸਰਾ ਹੈ ਜੀ ਕਿ ਮੈਂ ਇੱਥੇ ਕਦੇ ਪਾਰਟੀਸਪੇਟ ਨਹੀਂ ਕੀਤਾ। ਮੈਨੂੰ ਇੱਥੋਂ ਦਾ ਕੋਈ ਉਹ ਜਿਸ ਤਰ੍ਹਾਂ ਦੋਸਤ ਮਿੱਤਰ ਦੱਸ ਦਿੰਦੇ ਆ ਉਹ ਗੱਲਾਂ ਮੈਨੂੰ ਪਤਾ ਹੁੰਦੀਆਂ, ਪਰ ਅਦਰਵਾਈਜ਼ ਮੈਂ ਕਦੇ ਅੱਖੀਂ ਨਹੀਂ ਦੇਖਿਆ ਕਿ ਹੁੰਦਾ ਹੋਵੇ। ਅਤੇ ਪੋਸਟਰ ਲੱਗਦੇ ਨੇ ਉੱਥੇ, ਜਿਵੇਂ ਉਰੇ ਤਾਂ ਰੈਲੀ ਰੂਲੀ ਕੋਈ ਹੋਵੇ ਤਾਂ ਵੱਡੇ ਵੱਡੇ ਪੋਸਟਰ ਲਾਉਣੇ ਪੈਂਦੇ ਹੈ, ਆਪਣੀ ਪਾਰਟੀ ਦੇ ਸਾਰੇ ਲੀਡਰਾਂ ਦੀ ਫੋਟੋਆਂ ਲਾਉਣੀਆਂ ਪੈਂਦੀਆਂ। ਜੇ ਫੋਟੋ ਨਾ ਲਾਓ ਤਾਂ ਵੀ ਨਾਰਾਜ਼ਗੀਆਂ ਹੋ ਜਾਂਦੀਆਂ ਨੇ। ਨਹੀਂ ਜੀ, ਉੱਥੇ ਪੋਸਟਰਸ ਲੱਗਦੇ ਆ, ਪੋਸਟਰਸ ਵੀ ਲੱਗਦੇ ਆ, ਸਾਈਨ ਵੀ ਲੱਗਦੇ ਆ। ਔਰ ਜਿਹੜੇ ਘਰਾਂ 'ਚ ਸਾਈਨ ਲੱਗਦੇ ਆ ਉਹ ਅਸੀਂ ਘਰੋਂ ਜਿਹੜੇ ਡੋਰ ਟੂ ਡੋਰ ਨੌਕਿੰਗ ਕਰਦੇ ਆ ਉਹਨਾਂ ਨੂੰ ਪੁੱਛਣਾ ਪੈਂਦਾ ਕਿ ਅਸੀਂ ਤੁਹਾਡੀ ਪ੍ਰਾਪਰਟੀ 'ਚ ਸਾਈਨ ਲਾ ਰਹੇ ਹਾਂ ਕਿ ਸਾਈਨ ਛੋਟਾ ਜਿਹਾ ਬੋਰਡ ਹੁੰਦਾ ਟੇਬਲ ਕਿ ਜਿੱਡਾ, ਅਤੇ ਉਹ ਉਹਨਾਂ ਦੇ ਗਾਰਡਨ ਦੇ ਵਿੱਚ ਲੱਗ ਜਾਂਦਾ, ਅਤੇ ਉਹ ਲੱਗੇ ਹੁੰਦੇ ਆ ਗਾਰਡਨ ਦੇ ਵਿੱਚ, ਖੁੱਭ ਜਾਂਦਾ ਉਹਦਾ ਥੱਲੇ ਸ਼ਿਕੰਜਾ, ਅਤੇ ਉਹ ਪੁੱਛ ਲਈਦਾ ਉਹਨਾਂ ਨੂੰ। ਉਰੇ ਝੰਡੀਆਂ ਲੱਗਦੀਆਂ ਨੇ? ਨਹੀਂ, ਝੰਡੀਆਂ ਵਾਲਾ ਕੰਮ ਨਹੀਂ ਮੈਂ ਕਦੇ ਦੇਖਿਆ। ਅਤੇ ਉਸ ਤੋਂ ਬਾਅਦ ਇਹ ਹੈ ਕਿ ਉਹ ਲੱਗ ਗਿਆ, ਅਤੇ ਜਦੋਂ ਇਲੈਕਸ਼ਨ ਖਤਮ ਹੋਈ ਫਿਰ ਵਾਪਸ ਜਾ ਕੇ ਘਰੋਂ ਘਰੀ ਵਾਪਸ ਵੀ ਲੈ ਕੇ ਆਈਦੇ, ਕਿ ਇਹ ਨਾ ਹੋਵੇ ਕਿ ਅਗਲੇ ਦੇ ਘਰੇ ਲੱਗਿਆ ਰਵੇ ਅਤੇ ਮਾਈਂਡ ਨਹੀਂ ਹੋਣਾ ਚਾਹੀਦਾ ਕਿਸੇ ਨੂੰ ਸਾਈਨ। ਉਰੇ ਤਾਂ ਵੈਸੇ ਪੰਜਾਬ ਤੁਸੀਂ ਵੀ ਹੁਣ ਤਾਂ ਜਿੰਨਾ ਦੇਖ ਰਹੇ ਹੋਵੋਗੇ, ਕੀ ਦੇਖਣ ਨੂੰ ਮਿਲ ਰਿਹਾ ਇਸ ਵੇਲੇ ਮਾਹੌਲ ਪੰਜਾਬ ਦਾ? ਹਾਂਜੀ, ਨਹੀਂ ਹਰ ਘਰ ਦੇ ਉੱਤੇ ਤੁਹਾਨੂੰ 4-5 ਝੰਡੇ ਨਜ਼ਰ ਆਉਣਗੇ। ਹਾਂਜੀ, ਇਹ ਹੋ ਜਾਂਦਾ। ਹਾਂਜੀ, ਕਈ ਦੇਖਿਆ, ਔਰ ਕਈ ਵਾਰੀ ਬਿਨਾਂ ਪੁੱਛੇ ਵੀ ਲਾ ਜਾਂਦੇ ਆ। ਸੋ ਨਹੀਂ, ਉੱਥੇ ਅਕਾਲੀਆਂ ਦਾ ਵੀ ਝੰਡਾ ਹੋਊਗਾ, ਕਾਂਗਰਸੀਆਂ ਦਾ ਵੀ ਹੋਊਗਾ, ਆਪ ਦਾ ਵੀ ਹੋਊਗਾ, ਭਾਜਪਾ ਦਾ ਵੀ ਹੋਊਗਾ। ਹਾਂਜੀ, ਉਹ ਇਸੇ ਤਰ੍ਹਾਂ ਚੱਲਦਾ ਰਹਿੰਦਾ ਜੀ। ਤੇ ਪਰ ਉੱਥੇ ਨਹੀਂ ਲਾ ਸਕਦੇ? ਨਹੀਂ, ਉੱਥੇ ਬਿਨਾਂ ਪੁੱਛੇ ਨਹੀਂ ਲਾਇਆ ਵੀ ਨਹੀਂ ਕਦੇ, ਤੇ ਲਾਉਣਾ ਚਾਹੀਦਾ ਵੀ ਨਹੀਂ। ਤੇ ਦੂਸਰਾ ਇਹ ਹੈ ਕਿ ਜਿਹੜੇ ਪਬਲਿਕ ਪ੍ਰਾਪਰਟੀ ਤੇ ਲੱਗੇ ਹੁੰਦੇ ਸਾਈਨ, ਉਹ ਵੀ ਇੱਕ ਡੈਜ਼ਿਗਨੇਟਡ ਜਗ੍ਹਾ ਹੁੰਦੀ ਕਿ ਤੁਸੀਂ ਟ੍ਰੈਫਿਕ ਨਾ ਬਲੌਕ ਕਰਦੇ ਹੋਵੋ, ਤੁਸੀਂ ਟ੍ਰੈਫਿਕ ਲਾਈਟਾਂ ਦੇ ਬਿਲਕੁਲ ਨੇੜੇ ਨਾ ਹੋਵੇ ਕਿ ਅਗਲੇ ਦਾ ਧਿਆਨ ਤੁਹਾਡੇ ਉਹਦੇ 'ਤੇ ਜਾਵੇ ਅਤੇ ਐਕਸੀਡੈਂਟ ਹੋਵੇ। ਉਹਨਾਂ ਦੀ ਜਿਹੜੀ ਸਿਟੀ ਦੇ ਜੋ ਗਾਈਡਲਾਈਨਸ ਹੁੰਦੀਆਂ ਉਹਨਾਂ ਨੂੰ ਫੋਲੋ ਕਰਕੇ ਮੇਨ ਸੜਕਾਂ 'ਤੇ ਨਹੀਂ ਲਾ ਸਕਦੇ। ਰੈਲੀਆਂ ਹੁੰਦੀਆਂ ਉੱਥੇ ਬਾਈ? ਹਾਂਜੀ, ਰੈਲੀਜ਼ ਇਸ ਤਰ੍ਹਾਂ ਹੁੰਦੀਆਂ ਕਿ ਰੋਡ ਸ਼ੋਅ ਵਗੈਰਾ ਨਹੀਂ ਮੈਂ ਕਦੇ ਦੇਖੇ, ਪਰ ਰੈਲੀਜ਼ ਜਿਵੇਂ ਇੱਕ ਜਗ੍ਹਾ 'ਤੇ ਇਕੱਠੇ ਹੋ ਗਏ, ਉੱਥੇ ਲੀਡਰ ਨੇ ਆਉਣਾ ਔਰ ਉੱਥੇ ਲੀਡਰ ਨੇ ਆਪਣੀ ਗੱਲ ਰੱਖੀ, ਅਤੇ ਜ਼ਿਆਦਾ ਤੋਂ ਜ਼ਿਆਦਾ 1.5-2 ਘੰਟੇ ਮੈਕਸੀਮਮ। ਸਮਾਲ ਗੈਦਰਿੰਗਸ। ਹਾਂਜੀ। ਔਰ ਇਸ ਦੇ ਨਾਲ ਜਿਵੇਂ ਪੰਜਾਬ ਦੇ ਵਿੱਚ ਤਾਂ ਬਹੁਤ ਸਾਰੇ ਸਿਆਸਤਦਾਨ ਹੀ ਰੁੱਸੇ ਰਹਿੰਦੇ ਨੇ, ਰੁਸਾਉਣ ਵਾਲਾ ਕੰਮ ਉੱਥੇ ਵੀ ਹੁੰਦਾ? ਕੋਈ ਰੁੱਸ ਜਾਂਦਾ ਕਿ ਨਹੀਂ ਯਾਰ ਸਾਨੂੰ ਨਹੀਂ ਕੁਛ ਮਿਲਿਆ, ਸਾਨੂੰ ਨਹੀਂ ਇਹ ਦਿੱਤਾ ਪਾਰਟੀ ਨੇ, ਇੱਦਾਂ ਦੀ ਚੀਜ਼ ਉੱਥੇ ਨਜ਼ਰ ਆਉਂਦੀ ਹੈ? ਹਾਂਜੀ, ਦੇਖੋ ਉਹ ਤਾਂ ਮਨੁੱਖੀ ਫਿਤਰਤ ਆ, ਮਨੁੱਖੀ ਸੁਭਾਅ ਹੈ, ਅਤੇ ਉਹ ਥੋੜ੍ਹਾ ਬਹੁਤ ਚੱਲਦਾ ਰਹਿੰਦਾ ਹੈ ਨਾ। ਉਹ ਵੀ ਇਨਸਾਨ ਹੈ, ਸੁਸਾਇਟੀ ਹੈ, ਪੋਲੀਟਿਕਸ ਹੈ, ਕੰਮ ਕਰਦੇ ਹੈ, ਅਤੇ ਉਹ ਤਾਂ ਜੇ ਚਲੋ ਪੋਲੀਟਿਕਸ ਫਿਰ ਡਿਫਰੈਂਟ ਚੀਜ਼, ਉਹ ਤਾਂ ਆਪਣੇ ਘਰਾਂ 'ਚ ਵੀ ਚੱਲਦਾ ਰਹਿੰਦਾ ਥੋੜ੍ਹਾ ਬਹੁਤ। ਹਾਂਜੀ, ਉਹ ਤਾਂ ਨਾਰਮਲ ਹਿਊਮਨ ਬਿਹੇਵੀਅਰ ਹੈ ਮੇਰੇ ਹਿਸਾਬ ਦੇ ਨਾਲ, ਉਹ ਕੋਈ ਏਡਾ ਇਸ਼ੂ ਨਹੀਂ ਹੈ, ਅਤੇ ਉਹ ਚੱਲਦਾ ਰਹਿੰਦਾ ਜੀ। ਤੁਹਾਨੂੰ ਮਨਾਉਣਾ ਪਿਆ ਕਿਸੇ ਨੂੰ ਜਾ ਕੇ ਉੱਥੇ? ਉਹ ਮਨਾਉਣਾ ਨਹੀਂ, ਇਸ ਤਰ੍ਹਾਂ ਤਾਂ ਨਹੀਂ ਕਦੇ ਵੀ ਹੋਇਆ ਜੀ ਕਿ ਮੈਂ ਕਿਸੇ ਨੂੰ ਸਪੈਸ਼ਲੀ ਕਦੇ ਮਨਾਉਣਾ ਪਿਆ ਹੋਵੇ, ਕੋਈ ਰੁੱਸਿਆ ਹੋਵੇ, ਕਿਉਂਕਿ ਜਿਸ ਤਰ੍ਹਾਂ ਮੈਂ ਦੱਸਿਆ ਕਿ ਓਪਨ ਸੀ, ਕੋਈ ਵੀ ਖੜ ਸਕਦਾ ਸੀ, ਸੋ ਇਸ ਲਈ ਮੇਰੇ ਹਿਸਾਬ ਦੇ ਨਾਲ ਕਦੇ ਵੀ ਇਹ ਨੌਬਤ ਨਹੀਂ ਆਈ। ਹਾਂਜੀ। ਔਰ ਜਿਵੇਂ ਇੱਥੇ ਇਲੈਕਸ਼ਨਾਂ ਦੇ ਵਿੱਚ ਇਹ ਅਕਸਰ ਗੱਲਾਂ ਹੁੰਦੀਆਂ ਨੇ ਕਿ ਮਸਲ, ਮਨੀ ਤੇ ਪਾਰ ਯੂਜ਼ ਹੁੰਦੀ ਹੈਗੀ ਹੈ, ਉੱਥੇ ਦੀ ਇਲੈਕਸ਼ਨਸ ਕਿੰਨੀਆਂ ਕੁ ਡਿਫਰੈਂਟ ਨੇ? ਨਹੀਂ ਜੀ, ਮੈਂ ਤੁਹਾਨੂੰ ਦੱਸਿਆ ਕਿ ਡੋਰ ਨੌਕਿੰਗ ਜਿਹੜੀ ਉਹ ਹਰੇਕ ਘਰ ਦੇ ਵਿੱਚ ਜਾਣਾ, ਹਰੇਕ ਘਰ ਦੇ ਵਿੱਚ ਜਾ ਕੇ ਪੁੱਛਣਾ ਕਿ ਤੁਹਾਡਾ ਕੋਈ ਸਵਾਲ, ਤੁਹਾਡਾ ਇਸ਼ੂਜ਼, ਔਰ ਸਾਡੇ ਕੋਲ ਤੁਹਾਡੇ ਲਈ ਕੀ ਪਲੇਟਫਾਰਮ ਜਾਂ ਪੋਲਿਸੀਜ਼ ਹੈ, ਅਤੇ ਤੁਹਾਡਾ ਹੋਰ ਕਿਸ ਤਰੀਕੇ ਦੇ ਨਾਲ ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ। ਇਹ ਸਾਰੀਆਂ ਚੀਜ਼ਾਂ ਲੋਕਾਂ ਦੇ ਨਾਲ ਕਨਵਰਸੇਸ਼ਨ ਰਹਿੰਦੀਆਂ, ਔਰ ਲੋਕ ਜੈਨੂਅਨਲੀ ਆਪਣਾ ਰਿਵਿਊ ਵੀ ਦਿੰਦੇ, ਔਰ ਅਸੀਂ ਉਹਦੀ ਬਕਾਇਦਾ ਨੋਟਸ ਵੀ ਬਣਾਉਂਦੇ ਹਾਂ ਕਿ
ਇਨਸਾਨ ਦਾ ਇਹ ਇਸ਼ੂ ਹੈ, ਦੂਸਰੇ ਨੇਬਰ ਦਾ ਇਹ ਇਸ਼ੂ ਹੈ, ਅਤੇ ਸਾਡੇ ਕੋਲ ਉਹਨਾਂ ਲਈ ਕੀ ਸੋਲਿਊਸ਼ਨਸ ਅਸੀਂ ਉਹਨਾਂ ਨੂੰ ਬਾਅਦ ਵਿੱਚ ਵੀ ਇਨਫੋਰਮੇਸ਼ਨ ਭੇਜਦੇ ਹਾਂ। ਜੇ ਮੌਕੇ 'ਤੇ ਇਨਫੋਰਮੇਸ਼ਨ ਹੈ ਤਾਂ ਅਸੀਂ ਉਹ ਵੀ ਦਿੰਦੇ ਹਾਂ। ਉਹ ਸਾਰਾ ਜਿਹੜਾ ਕੰਟੈਕਟ ਉਹਨਾਂ ਦੇ ਨਾਲ ਚੱਲਦਾ ਰਹਿੰਦਾ। ਅਤੇ ਜਿਹੜਾ ਤੀਸਰਾ ਉਹ ਹੈ ਸੋਸ਼ਲ ਮੀਡੀਆ ਦੀ ਕੈਂਪੇਨ, ਜਿਹੜੀ ਲੋਕਾਂ ਦੇ ਨਾਲ ਇੰਟਰੈਕਸ਼ਨ। ਸੋ ਇਹ ਸਾਰੀਆਂ ਚੀਜ਼ਾਂ ਇਸ ਤਰੀਕੇ ਦੇ ਨਾਲ ਕੰਮ ਕਰਦੀਆਂ। ਔਰ ਜਿਹੜਾ ਤੁਸੀਂ ਪੈਸੇ ਦੀ ਗੱਲ ਕੀਤੀ ਸੀ, ਉਹ ਇਹ ਹੈ ਕਿ ਜਿਹੜਾ ਪੈਸੇ ਲੋਕ ਡੋਨੇਟ ਕਰਦੇ ਉਹ ਪਾਰਟੀ ਕੋਲ ਜਾਂਦੇ, ਪਾਰਟੀ ਰਿਪੋਰਟ ਕਰਦੀ ਇਲੈਕਸ਼ਨਸ ਅਲਬਰਟਾ ਨੂੰ, ਅਤੇ ਇਲੈਕਸ਼ਨਸ ਅਲਬਰਟਾ ਇਨਫੋਰਮੇਸ਼ਨ ਪਬਲਿਕ ਹੁੰਦੀ। ਅਤੇ ਜਿਹੜਾ ਉਹ ਪੈਸਾ ਹੈ ਉਹਦੇ 'ਚੋਂ ਜੇ ਮੈਂ ਦੱਸਾਂ ਕਿ ਲੋਕਾਂ ਨੂੰ ਟੈਕਸ ਰਿਬੇਟ ਮਿਲਦਾ। ਲੈਟਸ ਸੇ ਕਿ ਮੈਂ $100 ਦਿੱਤਾ, $100 ਦੇ ਵਿੱਚੋਂ ਪਾਰਟੀ ਕੋਲ $100 ਗਿਆ, ਅਤੇ ਮੈਨੂੰ ਜਿਹੜਾ ਰਿਬੇਟ ਜਿਹੜਾ ਮੈਂ ਟੈਕਸ ਭਰਨਾ ਸੀ ਉਹਦੇ ਵਿੱਚ ਮੈਨੂੰ ਕ੍ਰੈਡਿਟ ਮਿਲ ਜਾਣੇ। ਅਤੇ ਉਹ ਡਿਪੈਂਡਿੰਗ ਅਪੋਨ ਤੁਸੀਂ ਕਿੰਨੀ ਅਮਾਊਂਟ 'ਤੇ ਡੋਨੇਟ ਕਰ ਰਹੇ ਹੋ, ਜਿਸ ਤਰ੍ਹਾਂ ਚੈਰੀਟੇਬਲ ਔਰਗੇਨਾਈਜੇਸ਼ਨਸ ਨੂੰ ਡੋਨੇਟ ਹੁੰਦੀ ਉਸ ਤਰ੍ਹਾਂ ਟੈਕਸੇਬਲ ਕ੍ਰੈਡਿਟ ਮਿਲ ਜਾਂਦੇ ਆ। ਸੋ ਇਸ ਲਈ ਉਹ ਕੰਪਲੀਟ ਟਰਾਂਸਪੇਰੈਂਸੀ ਉਹਦੇ ਵਿੱਚ ਹੁੰਦੀ ਆ। ਉਰੇ ਪੰਜਾਬ ਦੀਆਂ ਚੋਣਾਂ ਦੇ ਵਿੱਚ ਤਾਂ ਇੱਦਾਂ ਹੁੰਦਾ ਕਿ ਇਲੈਕਸ਼ਨ ਲੜਨੀ ਕੋਈ ਬਹੁਤੀ ਸੌਖੀ ਵੀ ਨਹੀਂ ਹੁੰਦੀ, ਕਿਉਂਕਿ ਫੰਡਸ ਬਹੁਤ ਲੱਗ ਜਾਂਦੇ ਨੇ, ਲੋਕਾਂ ਨੂੰ ਦੇਣੇ ਪੈਂਦੇ ਨੇ, ਖਰਚੇ ਬਹੁਤ ਹੁੰਦੇ ਨੇ। ਤੁਹਾਨੂੰ ਕਿੰਨਾ ਕੁ ਉੱਥੇ ਖਰਚਾ ਕਰਨਾ ਪਊਗਾ ਹੁਣ ਜੇ ਤੁਹਾਡੀ ਇਲੈਕਸ਼ਨ ਜਿਵੇਂ ਅੱਗੇ 1 ਸਾਲ ਬਾਅਦ ਹੋਣ ਜਾ ਰਹੀਆਂ ਨੇ, 2023 ਦੇ ਵਿੱਚ ਕੈਂਪੇਨ ਵੀ ਕਰੋਗੇ, ਤਾਂ ਉਹ ਸਾਰਾ ਪੈਸਾ ਪੱਲਿਓਂ ਤੁਹਾਡੀ ਜੇਬ ਦੇ ਵਿੱਚੋਂ ਜਾਊਗਾ ਜਾਂ ਪਾਰਟੀ ਦੇਊਗੀ ਤੁਹਾਨੂੰ? ਨਹੀਂ ਜੀ, ਜੇਬ ਦੇ ਵਿੱਚੋਂ ਹਰੇਕ ਬੰਦਾ ਇੱਕ ਇਨਸਾਨ ਜਿਹੜਾ ਇੱਕ ਇੰਡੀਵਿਜੂਅਲ ਹੈ ਉਹ 4000 ਤੋਂ ਜ਼ਿਆਦਾ ਨਹੀਂ ਡੋਨੇਟ ਕਰ ਸਕਦਾ 1 ਸਾਲ ਦੇ ਵਿੱਚ। ਔਰ ਉਹ ਇਨਫਲੇਸ਼ਨ ਦੇ ਨਾਲ ਉਹ ਲਿੰਕ ਹੁੰਦਾ। ਉਹ ਮੇਰਾ ਖਿਆਲ ਇਸ ਵਾਰ 4200 ਕੁਛ ਇਸ ਤਰ੍ਹਾਂ ਦਾ ਅਮਾਊਂਟ ਹੈ, ਅਤੇ ਉਹ ਜਿਹੜਾ 4000 ਤੋਂ ਜ਼ਿਆਦਾ ਇੱਕ ਇਨਸਾਨ ਨਹੀਂ ਦੇ ਸਕਦਾ। ਉਸ ਤੋਂ ਬਾਅਦ ਦੂਸਰਾ ਬੰਦਾ 4000, ਫਿਰ ਤੀਸਰਾ 4000, ਔਰ ਐਵਰੇਜ ਡੋਨਰ ਜਿਹੜਾ ਸਾਡੀ ਪਾਰਟੀ ਦਾ ਡੋਨਰ ਆ ਉਹ ਤਕਰੀਬਨ $34 to $35 ਦਾ ਡੋਨਰ ਹੈ। ਨਹੀਂ, ਜਿਹੜਾ ਖਰਚਾ ਕਰਨਾ ਪਊਗਾ ਉਹ ਤੁਹਾਨੂੰ ਆਪ ਕਰਨਾ ਪਊਗਾ, ਤੁਹਾਨੂੰ ਪਾਰਟੀ ਤੋਂ ਲੈਣਾ ਪਊਗਾ? ਮੈਂ ਉਹੀ ਦੱਸ ਰਿਹਾ ਕਿ ਲੈਟਸ ਸੇ ਕਿ ਤੁਸੀਂ ਮੈਨੂੰ $100 ਦਿੱਤਾ, ਪਾਰਟੀ ਕੋਲ $100 ਗਿਆ, ਪਾਰਟੀ ਨੇ ਉਹਦੇ ਵਿੱਚੋਂ ਆਪਣਾ ਹਿੱਸਾ 25% ਕੱਟਿਆ, 75% ਮੈਨੂੰ ਦਿੱਤਾ। ਸੋ ਉਹ 75% ਨਾਲ ਮੈਂ ਆਪਣੀ ਕੈਂਪੇਨ ਚਲਾ ਰਿਹਾ। ਸੋ ਇਸ ਤਰੀਕੇ ਦੇ ਨਾਲ ਉਹਦੀ ਫੰਕਸ਼ਨ। ਮਤਲਬ ਚੋਣਾਂ ਵੀ ਜਿਹੜੀਆਂ ਹੈਗੀਆਂ ਉਹ ਪਾਰਟੀ ਫੰਡ ਦੇ ਉੱਤੇ ਲੜੀਆਂ ਜਾਂਦੀਆਂ? ਹਾਂਜੀ, ਮਤਲਬ ਲੋਕਾਂ ਦਾ ਫੰਡ ਜਿਹੜਾ ਬੇਸਿਕਲੀ ਡੋਨਰ ਹੈ ਉਹ ਡੋਨੇਟ ਕਰ ਰਿਹਾ, ਔਰ ਉਸ ਤੋਂ ਬਾਅਦ ਪੈਸੇ ਕੈਂਡੀਡੇਟ ਨੂੰ ਮਿਲ ਰਹੇ ਆ, ਅਤੇ ਕੈਂਡੀਡੇਟ ਆਪਣੀ ਕੈਂਪੇਨ ਚਲਾ ਰਿਹਾ। ਕੀ ਲੱਗਦਾ ਇਸ ਵਾਰ ਤੁਹਾਨੂੰ ਕਿੰਨੀ ਕਾਸ ਲੱਗਦੀ ਹੈਗੀ ਹੈ? ਦੇਖੋ, ਜੋ ਰੀਸੈਂਟ ਪੋਲਸ ਆ ਰਹੀਆਂ ਜੀ, ਉਹਦੇ ਵਿੱਚ ਮੈਂ ਤੁਹਾਨੂੰ ਦੱਸਾਂ ਕਿ ਅਸੀਂ ਬਹੁਤ ਹੋਪਫੁਲ ਹਾਂ। ਸਾਡੀ ਜਿਹੜੀ ਪਾਰਟੀ ਆ ਉਹ ਅਬਵ 15-20% 'ਤੇ ਲੀਡ 'ਤੇ ਆ, ਅਤੇ ਇਸ ਲਈ ਪਰ ਦੂਸਰੇ ਪਾਸੇ ਮੈਂ ਹਮੇਸ਼ਾ ਹੀ ਇਹ ਸੋਚਦਾ ਔਰ ਹਮੇਸ਼ਾ ਕਹਿੰਦਾ ਵੀ ਇਹੀ ਆ ਕਿ ਪੋਲ ਜਿਹੜੀ ਹੈ ਉਹ ਇਟਸ ਵੈਰੀ ਮਾਰਜਨ ਆਫ ਐਰਰ 'ਤੇ ਹੁੰਦੀ, ਅਤੇ ਉਹ ਬਹੁਤ ਟਾਈਮ ਬਾਉਂਡ ਹੁੰਦੀ ਕਿ ਲੈਟਸ ਸੇ ਕਿ 1 ਮਾਰਚ ਤੋਂ ਲੈ ਕੇ 5 ਮਾਰਚ ਤੱਕ ਲੋਕ ਕੀ ਸੋਚਦੇ 2021 ਨੂੰ, ਔਰ ਹੋ ਸਕਦਾ ਉਹ ਸੋਚ ਉਹਨਾਂ ਦੀ ਸੈਪਟੈਂਬਰ 'ਚ ਬਦਲ ਜਾਏ, ਹੋ ਸਕਦਾ ਉਹਨਾਂ ਦੀ ਅਗਲੇ ਸਾਲ ਬਦਲ ਜਾਏ। ਸੋ ਨੋ ਡਾਊਟ ਉਹਦੇ ਤਾਂ 1 ਦਿਨ ਪਹਿਲਾਂ ਬਦਲ ਜਾਂਦੀ ਹੈ। ਸੋ ਇਹ ਹੋਪਫੁਲ ਹੈ ਕਿ ਇੱਕ ਅੱਛਾ ਸਾਈਨ ਚੱਲ ਰਿਹਾ, ਪਿਛਲੇ 1 ਸਾਲ ਤੋਂ ਅਸੀਂ ਲੀਡ ਕਰ ਰਹੇ ਹਾਂ, ਅਤੇ ਲੇਕਿਨ ਹਾਲੇ 1 ਸਾਲ ਹੋਰ ਪਿਆ। ਸੋ ਇਟਸ ਪੋਲ ਇਜ਼ ਇੰਡੀਕੇਸ਼ਨ। ਅਦਰਵਾਈਜ਼ ਜਿਹੜਾ ਮੇਨ ਜਿਹੜੀ ਜੋ ਮੈਂ ਸਮਝਦਾ ਕਿ ਜੋ ਮੇਰਾ ਕੰਮ ਬੀਇੰਗ ਕੈਂਡੀਡੇਟ ਕਿ ਮੈਂ ਲੋਕਾਂ ਤੱਕ ਜਾਵਾਂ, ਲੋਕਾਂ ਤੱਕ ਆਪਣੇ ਇਸ਼ੂਜ਼ ਲੈ ਕੇ ਜਾਵਾਂ, ਉਹਨਾਂ ਦੇ ਇਸ਼ੂਜ਼ ਸੁਣਾ। ਇਸ਼ੂ ਹੈ ਕਿ ਵੈਸੇ ਅਲਬਰਟਾ ਦੇ ਮੁੱਖ ਤੌਰ ਦੇ ਉੱਤੇ ਇਸ਼ੂਜ਼ ਕੀ ਤੁਹਾਨੂੰ ਨਜ਼ਰ ਆਏ? ਮੁੱਖ ਤੌਰ 'ਤੇ ਜਿਹੜੇ ਇਸ਼ੂਜ਼ ਆ ਉਹ ਹੈ ਜੀ ਇਕੋਨਮੀ ਦੀ ਡਾਇਵਰਸੀਫਿਕੇਸ਼ਨ, ਕਿ ਜਿਹੜਾ ਅਲਬਰਟਾ ਨਾ ਉਹ ਆਇਲ ਡਿਪੈਂਡੈਂਟ ਇੱਕ ਪ੍ਰੋਵਿੰਸ ਹੈ। ਨੋ ਡਾਊਟ ਮੈਂ ਸਮਝਦਾ ਅਲਬਰਟਾ ਨੂੰ ਆਇਲ ਨੇ ਬਹੁਤ ਕੁਛ ਦਿੱਤਾ ਹੈ, ਇੱਕ ਬੜੀ ਫਲਰਿਸ਼ਿੰਗ ਇਕੋਨਮੀ ਰਹੀ ਹੈ, ਲੇਕਿਨ ਆਇਲ ਦੀ ਜਿਹੜੀ ਕੀਮਤ ਆ ਨਾ ਉਹ ਕੋਈ ਵੀ ਗਵਰਨਮੈਂਟ ਹੋਵੇ ਉਹ ਕੰਟਰੋਲ ਨਹੀਂ ਕਰਦੀ, ਉਹ ਇੰਟਰਨੈਸ਼ਨਲ ਗਲੋਬਲ ਮਾਰਕੀਟ ਹੈ, ਫਲਕਚੁਏਟ ਕਰਦੀ। ਸੋ ਇਹਦਾ ਮਤਲਬ ਅਸੀਂ ਇੱਕ ਐਸੀ ਰਿਸੋਰਸ ਦੇ ਉੱਤੇ ਰਿਲਾਈ ਕਰ ਰਹੇ ਹਾਂ ਜਿਹਨੂੰ ਅਸੀਂ ਕੰਟਰੋਲ ਨਹੀਂ ਕਰਦੇ। ਉਹਦੇ ਨਾਲੋਂ ਬੈਟਰ ਇਹ ਆ ਕਿ ਅਸੀਂ ਹੋਰ ਰਿਸੋਰਸ ਦੇ ਵਿੱਚ ਇਨਵੈਸਟਮੈਂਟ ਕਰੀਏ। ਸਾਡੇ ਕੋਲ ਤਕਰੀਬਨ 70,000 ਦੇ ਖੂਹ ਹੈ ਜਿਹੜੇ ਤੇਲ ਦੇ, ਉਹ ਖਾਲੀ ਪਏ ਹੈ। ਸੋ ਮੈਂ ਸਮਝਦਾ ਕਿ ਉਹਦੇ ਵਿੱਚ ਜਿਹੜਾ ਸਾਡੀ ਪਾਰਟੀ ਦੀ ਪਾਲਿਸੀ, ਅਸੀਂ ਆਪਣੀ ਵੈਬਸਾਈਟ ਬਣਾ ਕੇ ਅਸੀਂ ਉਹਦੇ 'ਤੇ ਇੱਕ ਡੀਟੇਲਡ ਰਿਸਰਚ ਪਲਾਨ albertasfuture.ca ਉਹ ਅਸੀਂ ਲੋਕਾਂ ਦੇ ਸਾਹਮਣੇ ਰੱਖੀ ਹੈ, ਲੋਕਾਂ ਦੇ ਨਾਲ ਕੰਸਲਟ ਕਰਕੇ ਕਿ ਉਹ ਜਿਹੜੇ ਖਾਲੀ ਖੂਹ ਹੈ ਉਹ ਲਾਇਬਿਲਿਟੀ ਹੈ, ਉਹਨਾਂ ਨੂੰ ਐਸਟ 'ਚ ਕਨਵਰਟ ਕਰਨ ਲਈ ਜੀਓਥਰਮਲ 'ਚ ਇਨਵੈਸਟਮੈਂਟ ਕੀਤੀ ਜਾ ਸਕਦੀ ਹੈ। ਹਾਈਡਰੋਜਨ ਜਿਹੜੀ ਆ ਉਹਦੇ ਵਿੱਚ UK ਇਨਵੈਸਟ ਕਰ ਰਿਹਾ, ਉਹਦੇ ਵਿੱਚ ਯੂਰਪੀਅਨ ਕੰਟਰੀਜ਼ ਇਨਵੈਸਟ ਕਰ ਰਹੀਆਂ, ਉਹਦੇ ਵਿੱਚ ਆਸਟ੍ਰੇਲੀਆ ਇਨਵੈਸਟ ਕਰ ਰਿਹਾ, ਉਹਦੇ ਵਿੱਚ ਬਹੁਤ ਸਾਰੇ ਦੁਨੀਆ ਦੇ ਜਿਹੜੇ ਲੀਡਿੰਗ ਕੰਟਰੀਜ਼ ਹੈ, ਜਿਹੜੇ ਐਡਵਾਂਸਡ ਮੁਲਕ ਆ, ਉਹ ਇਨਵੈਸਟ ਕਰ ਰਹੇ ਆ। ਅਲਬਰਟਾ ਦੇ ਕੋਲ ਟੈਕਨੋਲੋਜੀ ਵੀ ਹੈ, ਲੇਬਰ ਵੀ ਹੈ, ਔਰ ਹਰ ਇੱਕ ਉਹ ਚੀਜ਼ ਹੈ ਜਿਹਦੇ ਨਾਲ ਅਸੀਂ ਹਾਈਡਰੋਜਨ 'ਚ ਇਨਵੈਸਟ ਕਰ ਸਕਦੇ ਹਾਂ। ਔਰ ਹਾਈਡਰੋਜਨ ਦੀ ਜਿਹੜੀ ਪੋਟੈਂਸ਼ੀਅਲ ਹੈ ਮਾਰਕੀਟ ਦੀ, ਉਹ $100 ਬਿਲੀਅਨ ਦੀ ਪੋਟੈਂਸ਼ੀਅਲ ਹੈ ਵਰਲਡ ਵਾਈਡ। ਸੋ ਇਸ ਲਈ ਉਹ ਇੱਕ ਇੰਡਸਟਰੀ ਹੈ। ਆਰਟ ਐਂਡ ਟੂਰਿਜ਼ਮ ਜਿਹੜਾ ਉਹ ਇੱਕ ਇੰਡਸਟਰੀ ਹੈ। ਐਗਰੀਕਲਚਰ ਅਲਬਰਟਾ ਦੇ ਵਿੱਚ ਬਹੁਤ ਜ਼ਿਆਦਾ ਖੁੱਲ੍ਹੀ ਜ਼ਮੀਨ ਹੈ, ਉਹਦੇ ਵਿੱਚ ਇਨਵੈਸਟਮੈਂਟ ਕੀਤਾ ਜਾ ਸਕਦਾ ਹੈ। ਟੈਕ ਸੈਕਟਰ, ਟੈਕਨੋਲੋਜੀ ਜਿਹੜੀ ਆ ਉਹਦੇ ਵਿੱਚ ਇਨਵੈਸਟਮੈਂਟ ਕੀਤੀ ਜਾ ਸਕਦੀ ਹੈ। ਸੋ ਡਾਈਵਰਸੀਫਾਈ ਹੋਣੀ ਚਾਹੀਦੀ ਹੈ ਕਿ
ਕੱਲੀ ਇੱਕ ਦੇ ਉੱਤੇ ਆਧਾਰਿਤ ਨਾ ਹੋਵੇ। ਉਹ ਇਹ ਮੇਨ ਇਕੋਨਮੀ ਦਾ ਇਸ਼ੂ ਹੈ। ਐਗਰੀਕਲਚਰ ਕੀ ਉੱਥੇ ਜ਼ਿਆਦਾ ਕੀ ਬਿਜਾਈ ਹੁੰਦੀ? ਕੈਨੋਲਾ ਦੀ ਫਾਰਮਿੰਗ ਕਾਫੀ ਹੋ ਜਾਂਦੀ ਹੈ, ਹਾਂਜੀ। ਹੋਰ ਵੀ ਕਾਫੀ ਜਿਹੜੇ ਉਹ ਮੱਕੀ ਵੀ ਹੁੰਦੀ ਹੈ, ਕਈ ਹੋਰ ਚੀਜ਼ਾਂ ਵੀ ਹੋ ਜਾਂਦੀਆਂ ਜਿਹੜੀਆਂ ਆਡਰ ਟਾਈਮ ਦੇ ਉੱਤੇ। ਵੀਟ ਬਹੁਤ ਜ਼ਿਆਦਾ। ਅੱਛਾ, ਵੀਟ ਹੈਗੀ ਹੈ। ਪੰਜਾਬੀ ਕਮਿਊਨਿਟੀ ਕਿੰਨੀ ਹੈਗੀ ਹੈ ਆਪਣੀ? ਪੰਜਾਬੀ ਕਮਿਊਨਿਟੀ ਕਾਫੀ ਹੈ ਜੀ। ਪੰਜਾਬੀ ਕਮਿਊਨਿਟੀ 3 ਰਾਈਡਿੰਗਸ ਹੈ ਜਿਹੜੀਆਂ, ਕੈਲਗਰੀ ਨਾਰਥ ਈਸਟ, ਕੈਲਗਰੀ, ਮਕੌਲ, ਫਾਲਕਨ ਰਿਜ, ਕ੍ਰਾਸ ਤੱਕ ਵੀ। ਇਹ ਜਿਹੜੀਆਂ 4-5 ਰਾਈਡਿੰਗਸ ਹੈ, ਇਹਦੇ ਵਿੱਚ ਸਕੈਟਰਡ, ਮਤਲਬ ਵੈਸੇ ਜੇ ਦੇਖੀਏ ਤਾਂ ਇੱਕ ਬੈਲਟ ਹੈ, ਲੇਕਿਨ ਉਹ 4-5 ਕੰਸਟੀਚੁਐਂਸੀਜ਼ 'ਚ ਡਿਵਾਈਡ ਹੋ ਜਾਂਦੇ ਆ। ਸੋ ਇਸ ਲਈ ਕਾਫੀ ਇਨਫਲੂਐਂਸ਼ੀਅਲ ਹੈ ਜੀ ਪੰਜਾਬੀ। ਲੱਗਦਾ ਪੰਜਾਬੀ ਫਿਰ ਇਸ ਵਾਰੀ ਆਪਣੇ ਪੰਜਾਬੀ ਨੌਜਵਾਨ ਦੇ ਉੱਤੇ ਭਰੋਸਾ ਜਤਾਉਣਗੇ? ਦੇਖੋ ਜੀ, ਇਹ ਤਾਂ ਮੈਂ ਕਦੇ ਵੀ ਨਹੀਂ ਇਹ ਕਹਿੰਦਾ ਹੁੰਦਾ ਕਿ ਕਦੇ ਵੀ ਕੋਈ ਕਮਿਊਨਿਟੀ ਬਲਕ ਦੇ ਵਿੱਚ ਇੱਕ ਜਗ੍ਹਾ ਵੋਟ ਨਹੀਂ ਪਾਉਂਦੀ, ਅਤੇ ਮੈਂ ਸਮਝਦਾ ਕਿ ਡੈਮੋਕ੍ਰੇਸੀ ਲਈ ਹੈਲਥੀ ਵੀ ਨਹੀਂ ਹੁੰਦਾ। ਅਤੇ ਮੇਰਾ ਕੰਮ ਉਹਨਾਂ ਕੋਲ ਜਾਣਾ, ਉਹਨਾਂ ਦੇ ਇਸ਼ੂਜ਼ ਨੂੰ ਸਮਝਣਾ। ਜਿਸ ਤਰ੍ਹਾਂ ਪ੍ਰੀਮੀਅਰ ਜੇਸਨ ਕੈਨੀ ਆਏ ਰੇਡੀਓ ਦੇ ਉੱਤੇ, ਪੰਜਾਬੀ ਰੇਡੀਓ 'ਤੇ, ਉਹਨਾਂ ਨੇ ਆ ਕੇ ਆਖਿਆ ਕਿ ਕੋਵਿਡ-19 ਸਾਊਥ ਏਸ਼ੀਅਨ ਕਮਿਊਨਿਟੀ ਫੈਲਾ ਰਹੀ ਹੈ। ਸੋ ਇੱਕ ਕੰਪਲੀਟ ਰੇਸਿਸਟ ਕੌਮੈਂਟ ਸੀ, ਅਤੇ ਉਹ ਜਿਹੜਾ ਨਾ ਉਹ ਪੰਜਾਬੀ ਕਮਿਊਨਿਟੀ ਦੇ ਵਿੱਚ ਕੋਈ ਬਹੁਤ ਅੱਛਾ ਮੈਸੇਜ ਨਹੀਂ ਗਿਆ। ਅਤੇ ਇਸ ਲਈ ਪੰਜਾਬੀ ਕਮਿਊਨਿਟੀ ਦਾ ਜੋ ਮੈਨੂੰ ਲੱਗਦਾ ਕਿ ਉਹਨਾਂ ਨੇ ਆਲਰੇਡੀ ਮਨ ਬਣਾਇਆ ਹੋਇਆ ਕਿ ਜਿਹੜਾ ਇਹ ਰੇਸਿਸਟ ਕੌਮੈਂਟ ਹੈ, ਪਲੱਸ ਜਦੋਂ ਹੇਲ ਸਟੋਰਮ ਆਇਆ, ਕੈਨੇਡਾ ਦਾ ਦੂਸਰਾ ਸਭ ਤੋਂ ਵੱਡਾ ਉਹ ਨੈਚੁਰਲ ਡਿਜ਼ਾਸਟਰ ਸੀ, ਅਤੇ 1.3 ਬਿਲੀਅਨ ਦੇ ਕਰੀਬ ਨੁਕਸਾਨ ਹੋਇਆ। ਮੇਰਾ ਆਪਣਾ ਘਰ, ਮੇਰੀ ਆਪਣੀ ਕਾਰ ਉਹਦੇ ਵਿੱਚ ਟੁੱਟ ਗਈ ਸੀ। ਅਤੇ ਜਦੋਂ ਹੜ੍ਹ ਆਏ ਸੀ? ਹਾਂਜੀ, ਨਹੀਂ, ਹੜ੍ਹ 2013 'ਚ ਆਏ ਸੀ। ਇਹ ਹਿਲ ਸਟੋਰਮ ਸੀ, ਹਾਂਜੀ, ਉਹਦਾ ਇਹ 2020 'ਚ। ਅਤੇ ਉਹਦੇ ਆਉਣ ਦੇ ਨਾਲ ਇਹ ਹੋਇਆ ਕਿ ਸਰਕਾਰ ਵੱਲੋਂ, ਕੰਜ਼ਰਵੇਟਿਵ ਗਵਰਨਮੈਂਟ ਵੱਲੋਂ ਕੋਈ ਹੈਲਪ ਨਹੀਂ ਕੀਤੀ ਗਈ। ਸੋ ਇਸ ਲਈ ਜਿਹੜਾ ਉਹ ਕਮਿਊਨਿਟੀ ਹੈ, ਜ਼ਿਆਦਾਤਰ ਕਮਿਊਨਿਟੀ ਜਿਹੜੀ ਇੰਪੈਕਟ ਹੋਈ, ਉਹ ਪੰਜਾਬੀ ਕਮਿਊਨਿਟੀ, ਹੋਰ ਸਾਊਥ ਏਸ਼ੀਅਨ ਕਮਿਊਨਿਟੀ ਇੰਪੈਕਟ ਹੋਈ। ਜਿਹੜੇ ਓਵਰਆਲ ਕੈਨੇਡਾ ਦੇ ਇਸ਼ੂਜ਼ ਨੇ ਉਹ ਵੀ ਪ੍ਰਭਾਵਿਤ ਕਰ ਰਹੇ ਨੇ? ਨਹੀਂ, ਓਵਰਆਲ ਦੇ ਕੈਨੇਡਾ ਦੇ ਇਸ਼ੂਜ਼ ਜਿਹੜੇ ਉਹ ਫੈਡਰਲ ਇਸ਼ੂਜ਼ ਹੈ। ਉਹ ਜਦੋਂ ਇੱਕ ਟਰੱਕਿੰਗ ਵਾਲਾ ਬਹੁਤ ਜਿਵੇਂ ਇਸ਼ੂ ਹਾਈਲਾਈਟ ਹੋਇਆ, ਟਰੱਕਿੰਗ ਦੀ ਸਟ੍ਰਾਈਕ ਹੋਈ ਟਰੱਕਰਸ ਦੀ, ਤਾਂ ਉਹ ਇਸ਼ੂ ਵੀ ਇਹਦੇ ਵਿੱਚ ਅਸਰ ਪਾਊਗਾ? ਹਾਂਜੀ, ਬਿਲਕੁਲ। ਉਹ ਪ੍ਰੋਵਿੰਸ਼ੀਅਲ ਵੀ ਸੀਗਾ, ਫੈਡਰਲ ਵੀ ਸੀਗਾ। ਪ੍ਰੋਵਿੰਸ਼ੀਅਲ ਇਸ ਮਾਰੇ ਸੀ ਕਿਉਂਕਿ ਉਹ ਪ੍ਰੋਵਿੰਸ ਦੇ ਵਿੱਚ ਇੱਕ ਗੜਬੜੀ ਦੀ ਸਥਿਤੀ ਕ੍ਰੀਏਟ ਕਰ ਰਹੇ ਸੀਗੇ, ਔਰ ਉਹ ਇਲੀਗਲ ਬਲੌਕੇਡ ਸੀਗਾ ਕੈਨੇਡਾ ਅਤੇ US ਦਾ, ਜਿਹੜਾ ਇੱਕ ਦਿਨ ਦੇ ਵਿੱਚ ਅਲਬਰਟਾ ਦੇ ਬਾਰਡਰ ਦੇ ਥਰੂ ਜਿਹੜਾ US ਨਾਲ ਟਰੇਡ ਹੁੰਦਾ, ਉਹ 18 ਮਿਲੀਅਨ ਇੱਕ ਦਿਨ 'ਚ ਹੁੰਦਾ। ਸੋ ਇਸ ਲਈ ਉਹ ਬਲੌਕੇਡ ਜਿਹੜਾ ਉਹਨਾਂ ਨੇ ਰੋਕਿਆ ਹੋਇਆ ਸੀ। ਅਤੇ ਉਹ ਇਸ ਲਈ, ਔਰ ਜੇਸਨ ਕੈਨੀ ਹੋਰੀ ਜਿਹੜੇ ਸਾਡੇ ਪ੍ਰੀਮੀਅਰ ਹੈ ਕੰਜ਼ਰਵੇਟਿਵ ਦੇ, ਉਹ ਉਹਨਾਂ ਨੂੰ ਬੜੇ ਲਾਈਟਲੀ ਲੈ ਰਹੇ ਸੀ। ਉਹਨਾਂ ਲਈ ਕੋਈ ਹਾਰਸ਼ ਸਟੈਂਸ ਨਹੀਂ ਸੀ ਉਹਨਾਂ ਨੂੰ ਖ਼ਤਮ ਕਰਨ ਦਾ। ਸੋ ਇਸ ਲਈ ਜਿਹੜਾ ਉਹ ਇਸ਼ੂ ਸੀਗਾ, ਲੋਕ ਯਾਦ ਰੱਖਦੇ ਆ ਇਹ ਚੀਜ਼ਾਂ ਕਿ ਤੁਸੀਂ ਟਰੇਡ ਇੰਪੈਕਟ ਕੀਤਾ, ਇਕੋਨਮੀ ਇੰਪੈਕਟ ਕੀਤੀ, ਔਰ ਤੁਹਾਡੇ MLA ਉਹਦੇ ਵਿੱਚ ਜਾ ਕੇ ਪਾਰਟੀਸਪੇਟ ਕਰ ਰਹੇ ਆ, ਉਹਨੂੰ ਹੱਲਾਸ਼ੇਰੀ ਦੇ ਰਹੇ ਆ ਕਿ ਇਸ ਤਰ੍ਹਾਂ ਕੰਟੀਨਿਊ ਕਰੋ। ਈਵਨ ਇੱਕ MLA ਨੇ ਇਹ ਵੀ ਆਖਿਆ ਕਿ ਪੁਲਿਸ ਨੂੰ ਇਹ ਰਿਕੁਐਸਟ ਕੀਤੀ ਕਿ ਲਾ ਤੋੜੋ, ਲਾ ਦੀ ਕੋਈ ਫਿਕਰ ਨਹੀਂ ਕਰਨ ਦੀ ਲੋੜ। ਸੋ ਇਸ ਲਈ ਇਹ ਸਾਰੀਆਂ ਚੀਜ਼ਾਂ ਇੰਪੈਕਟ, ਕੋਈ ਗੱਲਾਂ ਤਾਂ ਮਿਲਦੀਆਂ ਜੁਲਦੀਆਂ ਨੇ ਵੈਸੇ। ਹਾਂਜੀ, ਜੀ ਡੈਫੀਨੇਟਲੀ ਪੋਲੀਟਿਕਸ ਦੇ ਸੋਸਾਇਟੀ ਦੇ ਵਿੱਚ ਜਿਹੜੀਆਂ ਨਾ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਹਰੇਕ ਜਗ੍ਹਾ ਦੇ ਉੱਤੇ। ਉਰੇ ਵੀ MLA ਹੱਥ ਦੇ ਵਿੱਚ ਕਾਨੂੰਨ ਲੈ ਲੈਂਦਾ? ਹਾਂ, ਨਹੀਂ, ਉਹਨਾਂ ਨੇ ਆਪ ਨਹੀਂ, ਇਹ ਬੇਸਿਕਲੀ ਉਹਨਾਂ ਨੇ ਇਨਸਾਈਟ ਕੀਤਾ, ਅਤੇ ਉਹ ਵੀ ਇੱਕ ਇਸ਼ੂ ਹੈ ਬੇਸਿਕਲੀ ਕਿ ਬੀਇੰਗ ਇਲੈਕਟਡ ਰੈਪਰੈਜ਼ੈਂਟੇਟਿਵ ਤੁਸੀਂ ਬਾਹਰ ਜਾ ਕੇ ਇਹ ਨਹੀਂ ਕਹਿ ਸਕਦੇ ਕਿ ਕਾਨੂੰਨ ਤੋੜੋ, ਅਤੇ ਆਪ ਤੋੜਨਾ ਤਾਂ ਪੋਸੀਬਲ ਹੀ ਨਹੀਂ ਹੋ ਸਕਦਾ। ਸੋ ਇਸ ਲਈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਲੋਕਾਂ ਦੇ ਦਿਮਾਗ 'ਚ ਹੈ। ਰਾਈਟ ਗੁਰਿੰਦਰ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਅਤੇ ਮੈਨੂੰ ਲੱਗਦਾ ਹੈ ਜਿਹੜੇ ਸਾਡੇ ਦਰਸ਼ਕ ਹੋਣਗੇ, ਜਿਹੜੇ ਸੁਣ ਰਹੇ ਹੋਣਗੇ, ਉਹਨਾਂ ਨੂੰ ਵੀ ਜ਼ਰੂਰ ਇੱਕ ਮੋਟੀਵੇਸ਼ਨ ਮਿਲੀ ਹੋਊਗੀ ਕਿ ਕਿਵੇਂ ਪੰਜਾਬ ਤੋਂ ਗਿਆ ਹੋਇਆ ਨੌਜਵਾਨ ਜਿਹਨੇ ਨੌਕਰੀ ਵੀ ਕੀਤੀ, ਉੱਥੇ ਜੌਬ ਵੀ ਕੀਤੀ, ਸਿਕਿਉਰਿਟੀ ਵੀ ਕੀਤੀ, ਔਰ ਅੱਜ ਉਹ ਇਸ ਮੁਕਾਮ ਦੇ ਉੱਤੇ ਹੈ ਕਿ MLA ਦੀ ਚੋਣ ਲੜ ਰਿਹਾ। ਵਿਸ਼ ਯੂ ਆਲ ਦਾ ਬੈਸਟ ਫॉर योर ਫਿਊਚਰ ਗੁਰਿੰਦਰ। ਥੈਂਕ ਯੂ ਸੋ ਮਚ। ਥੈਂਕ ਯੂ ਫॉर ਹੈਵਿੰਗ ਮੀ, ਔਰ ਸੁਣਨ ਵਾਲੇ ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਫਿਰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਥੈਂਕ ਯੂ ਵੈਰੀ ਮਚ।